ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਕੰਦਨਾ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੋਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਵ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਯੋਧਿ ਬੰਧੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਕਲ ਵਸਤ ਕੋ ਦੇਖ ਕਰ ਸ੍ਰੀ ਗੁਰੂ ਪਰਮ ਕਿਰਪਾਲ ਮੁਖ ਮੱਖਣ ਕੀ ਦਿਸ਼ਾ ਕਰ ਭੋਜਨ ਕੀਨ ਹਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਵੇਂ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਪ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਜੋ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਦਾ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਜੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਤੇ ਉਸ ਵਿੱਚ ਜਿਸ ਵੇਲੇ ਮੱਖਣ ਸ਼ਾਹ ਨੂੰ ਜਾ ਕੇ ਦੱਸਿਆ ਕੁਝ ਸਿੱਖਾਂ ਨੇ ਕਿ ਤੂੰ ਇੱਥੇ ਸੁੱਤਾ ਪਿਆ, ਉਹਦੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ੀਂਹ ਮਸੰਦ ਨੇ ਗੋਲੀ ਮਾਰ ਦਿੱਤੀ ਹੈ। ਇਹ ਤੇ ਉਹਨਾਂ ਨੇ ਆਪਣੀ ਸ਼ਕਤੀ ਕਰਕੇ ਆਪਣੀ ਰੱਖਿਆ ਕਰ ਲਈ, ਗੋਲੀ ਮੱਥੇ ਨੂੰ ਖਹਿ ਕੇ ਲੰਘ ਗਈ ਹੈ। ਸਾਰਾ ਸਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਇੱਥੋਂ ਤੱਕ ਵੀ ਰਸੋਈ ਦੇ ਭਾਂਡੇ ਵੀ ਇਕੱਠੇ ਕਰਕੇ ਲੈ ਗਿਆ ਉਹ ਦੁਸ਼ਟ, ਤੇ ਮਹਾਰਾਜ ਜੀ ਦੀ ਬੇਅਦਬੀ ਵਾਲੇ ਵਚਨ ਵੀ ਕੀਤੇ ਹਨ। ਇਹ ਸੁਣ ਕੇ ਮੱਖਣ ਸ਼ਾਹ ਨੇ ਆਪਣੇ ਜਵਾਨਾਂ ਨੂੰ ਤਿਆਰ ਕੀਤਾ, ਧੀਰਮਲ ਦੇ ਸਾਧ ਸੰਗਤ ਜੀ ਡੇਰੇ ਤੇ ਹੱਲਾ ਕੀਤਾ, ਸ਼ੀਂਹ ਮਸੰਦ ਦੀਆਂ ਮੁਸ਼ਕਾਂ ਬੰਨ੍ਹ ਲਈਆਂ। ਧੀਰਮਲ ਨੂੰ ਤਾੜਨਾ ਕਰਕੇ ਸਾਧ ਸੰਗਤ ਜੀ ਸਾਰਾ ਸਮਾਨ ਉਹਦਾ ਲੈ ਕੇ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਰੂਪ ਲਿਆ ਕੇ ਭਾਈ ਮੱਖਣ ਸ਼ਾਹ ਨੇ ਸਾਰਾ ਕੁਝ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੇ ਰੱਖਿਆ। ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਚਰਨਾਂ ਵਿੱਚ ਆਣ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੱਖਣ ਸ਼ਾਹ ਨੇ ਮੱਥਾ ਟੇਕਿਆ। ਨਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਠੰਡ ਪਈ। ਮਹਾਰਾਜ ਜੀ ਦੇ ਮੱਥੇ ਦਾ ਸਾਧ ਸੰਗਤ ਜੀ ਤੇਜ ਪ੍ਰਤਾਪ। ਉਸੇ ਤਰ੍ਹਾਂ ਨਾ ਮਾਇਆ ਦੇ ਜਾਣ ਕਰਕੇ ਕੋਈ ਉਦਾਸੀ ਆਈ ਤੇ ਨਾ ਮੱਖਣ ਸ਼ਾਹ ਦੇ ਲਿਆ ਕੇ ਰੱਖਣ ਕਰਕੇ ਸਾਧ ਸੰਗਤ ਜੀ ਕੋਈ ਮਾਇਆ ਦੇ ਆਉਣ ਦੀ ਖੁਸ਼ੀ ਮਹਾਰਾਜ ਨੇ ਪ੍ਰਗਟ ਕੀਤੀ। ਇੱਕ ਰਾਸ ਆਪਣੇ ਆਨੰਦ ਵਿੱਚ ਬਿਰਤੀ ਟਿਕਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਲੰਘੇ ਤੇ ਬੈਠੇ ਹੋਏ ਹਨ। ਇੱਥੋਂ ਤੱਕ
ਆਪ ਜੀ ਨੇ ਪਹਿਲਾਂ ਪ੍ਰਸੰਗ ਸਰਵਣ ਕਰ ਲਿਆ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ, ਉਹਨਾਂ ਦੇ ਪਵਿੱਤਰ ਜੀਵਨ ਦੇ ਪਵਿੱਤਰ ਕੌਤਕਾਂ ਨੂੰ ਸਰਦਾ ਨਾਲ ਸਰਵਣ ਕਰੀਏ, ਰਾਹ ਪ੍ਰਾਪਤ ਕਰੀਏ ਜੀ। ਦੋਹਰਾ ਸਗਲ ਵਸਤ ਕੋ ਦੇਖ ਕਰ ਸ੍ਰੀ ਗੁਰ ਪਰਮ ਕਿਰਪਾਲ। ਜਿਸ ਵੇਲੇ ਸਾਰੀਆਂ ਵਸਤੂਆਂ ਦੀਆਂ ਪੰਡਾ ਬੰਨ ਕੇ ਲਿਆ ਕੇ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰੇ ਵਿਖਤ ਰੱਖੀਆਂ ਤੇ ਪਰਮ ਕਿਰਪਾਲੂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਵਸਤੂਆਂ ਵੱਲੇ ਦੇਖਿਆ ਹੈ। ਮੁਖ ਮੱਖਣ ਕੀ ਦਿਸ਼ਾ ਕਰ ਭੂਜਨ ਕੀਨ ਹਵਾਲ। ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੱਥਾ ਟੇਕਿਆ ਭਾਈ ਮੱਖਣ ਸ਼ਾਹ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੱਖਣ ਸ਼ਾਹ ਵੱਲੇ ਦੇਖ ਕੇ ਇਸ ਤਰ੍ਹਾਂ ਪੁੱਛਿਆ ਹੈ ਜੀ। ਚੌਬਈ ਸਭ ਵਸਤੂ ਕੈਸੀ ਇਹ ਲਿਆਏ। ਮਹਾਰਾਜ ਨਾਵੇਂ ਪਾਤਸ਼ਾਹ ਜੀ ਨੇ ਪੁੱਛਿਆ ਭਾਈ ਮੱਖਣ ਸ਼ਾਹ ਇਹ ਕੀ ਲੈ ਕੇ ਆਇਆ ਤੂੰ, ਇੰਨੀਆਂ ਪੰਡਾ ਵੱਜੀਆਂ ਹੋਈਆਂ ਹਨ। ਕਰੇ ਰੌਰ ਕਿਉਂ ਨਰ ਸਮੁਦਾਏ। ਇਹ ਬਾਹਰ ਇੰਨਾ ਰੌਲਾ ਕਿਉਂ ਪੈ ਰਿਹਾ ਹੈ, ਕੀ ਗੱਲ ਹੈ ਤੇ ਇਹ ਕੀ ਲੈ ਕੇ ਤੂੰ ਆਇਆ ਹੈ। ਤੈ ਅਬ ਸੰਜ ਪਈ ਕਿਵੇਂ ਆਵਾ। ਫਿਰ ਸ਼ਾਮਾਂ ਪਈਆਂ ਹੋਈਆਂ ਤੇ ਤੂੰ ਕਿਸ ਵਾਸਤੇ ਹੁਣ ਇਸ ਵੇਲੇ ਸ਼ਾਮ ਦੇ ਸਮੇਂ ਆਇਆ ਹੈ। ਆਜੁਦ ਬੰਦੇ ਮੁਖ ਦਰਸਾਵਾ। ਫਿਰ ਅਸੀਂ ਦੇਖਿਆ ਵੀ ਤੂੰ ਸ਼ਸਤਰ ਧਾਰੀ ਹੈ, ਤੇਰੇ ਹੱਥ ਵਿੱਚ ਢਾਲ ਇੱਕ ਹੱਥ ਵਿੱਚ ਤਲਵਾਰ, ਇਹ ਕੀ ਗੱਲ ਹੈ। ਸੁਨ ਮੱਖਣ ਹਰ ਖੰਤ ਬਖਾਨਾ। ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਇਹ ਬਚਨ ਸੁਣ ਕੇ ਖੁਸ਼ ਹੋ ਕੇ ਭਾਈ ਮੱਖਣ ਸ਼ਾਹ ਨੇ ਏਦਾਂ ਜਵਾਬ ਦਿੱਤਾ ਹੈ ਜੀ। ਜਨ ਤੁਮਰੋ ਕੀ ਨਸਿ ਅਪਮਾਨਾ। ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜਿਸ ਦੁਸ਼ਟ ਨੇ ਤੁਹਾਡਾ ਅਪਮਾਨ ਕੀਤਾ ਹੈ, ਮਹਾ ਮੰਦ ਮਤ ਨਿੰਦਕ ਪਾਪੀ। ਬਹੁਤ ਵੱਡਾ ਪਾਪੀ ਨਿੰਦਕ ਮੰਦੀ ਮਤ ਵਾਲਾ ਜਿਹੜਾ ਆਪ ਜੀ ਨੂੰ ਕੋਈ ਖੋਟੇ ਬਚਨ ਬੋਲ ਕੇ ਗਿਆ ਸੀ। ਦੁਸ਼ਟ ਦੁਰਾਮਤ ਦੁਖ ਸੰਤਾਪੀ। ਜਿਹੜਾ ਦੁੱਖਾਂ ਵਿੱਚ ਸੰਤਾਪਾਂ ਵਿੱਚ ਜੀਵਨ ਬਿਤਾਉਣ ਵਾਲਾ ਬਹੁਤ ਦੁਸ਼ਟ ਬਿਰਤੀ ਵਾਲਾ ਪਾਪੀ ਬੰਦਾ ਹੈ। ਤਿਸ ਮਸੰਦ ਕੋ ਬੰਧਨ ਕਰਿਓ। ਉਸ ਸ਼ੀਹੇ ਮਸੰਦ ਮਹਾਰਾਜ ਸੱਚੇ ਪਾਤਸ਼ਾਹ ਬੰਨ ਕੇ ਮੈਂ ਲੈ ਆਂਦਾ ਤੁਹਾਡੀ ਹਜ਼ੂਰੀ ਵਿੱਚ। ਧੀਰ ਮਲ ਕੇ ਨਿਕਟ ਨਾ ਹਰਿਓ। ਮਹਾਰਾਜ ਧੀਰ ਮਲ ਦੇ ਕੋਲ ਕੋਈ ਵੀ ਚੀਜ਼ ਰਹਿਣ ਨਹੀਂ ਦਿੱਤੀ ਜਿਹੜੀਆਂ ਇਹ ਲੈ ਕੇ ਗਿਆ ਸੀ ਆਪ ਜੀ ਦੇ ਘਰੋਂ। ਵਸਤ ਤੁਮਾਰੀ ਲੂਟ ਜੇ ਲੀਨਸ। ਜਿੰਨੀਆਂ ਮਹਾਰਾਜ ਆਪ ਜੀ ਦੇ ਘਰ ਦੀਆਂ ਸਾਰੀਆਂ ਵਸਤੂਆਂ ਲੁੱਟ ਲਈਆਂ ਸਨ ਇਹਨਾਂ ਪਾਪੀਆਂ ਨੇ। ਤਿੰਨ ਤੇ ਮੈਂ ਸ਼ੀਨਸ ਦੁਖ ਦੀਨਸ। ਇਹਨਾਂ ਨੂੰ ਚੰਗੀ ਤਰ੍ਹਾਂ ਦੁੱਖ ਦੇ ਕੇ ਮਾਰ ਕੇ ਤਾੜਨਾ ਕਰਕੇ ਸਾਰੀਆਂ ਵਸਤੂਆਂ ਖੋਹ ਕੇ ਲੈ ਕੇ ਆਇਆ ਹਾਂ ਜੀ। ਰਾਵਰ ਕੋ ਅਪਰਾਧੀ ਆਨਿਓ। ਮਹਾਰਾਜ ਇਹ ਆਪ ਜੀ ਦੇ ਘਰ ਦਾ ਅਪਰਾਧੀ ਜੇ ਜਿਹਨੇ ਗੋਲੀ ਚਲਾਈ ਸੀ ਆਪ ਜੀ ਉੱਤੇ, ਇਹ ਬੈਠਾ ਬੰਨਿਆ ਹੋਇਆ ਸ਼ੀਹਾ ਮਸੰਦ ਤੁਹਾਡੇ ਸਾਹਮਣੇ ਜੀ। ਜਿਸਨੇ ਆਏ ਕੋ ਕਰਮ ਕਮਾਨੋ। ਜਿਸ ਨੇ ਬਹੁਤ ਜ਼ਿਆਦਾ ਖੋਟਾ ਕਰਮ ਆਣ ਕੇ ਕੀਤਾ ਤੁਹਾਡੇ ਘਰ ਵਿੱਚ। ਗੁਰ ਕੁਲ ਤੇ ਉਪਜਿਓ ਲਖ ਕਰਕੇ। ਮਹਾਰਾਜ ਗੁਰੂ ਕੋਲ ਵਿੱਚ ਪੈਦਾ ਹੋਇਆ ਜਾਣ ਕੇ। ਹਤਿਓ ਨਾ ਧੀਰ ਮਲ ਹਮ ਧਰ ਕੇ। ਮਹਾਰਾਜ ਫੜ ਕੇ ਮਾਰ ਦੇਣਾ ਸੀ ਧੀਰ ਮਲ ਨੂੰ ਮੈਂ, ਪਰ ਗੁਰੂ ਸਾਹਿਬ ਜੀ ਦੀ ਕੋਲ ਵਿੱਚ ਤੁਹਾਡੀ ਕੋਲ ਵਿੱਚ ਇਸ ਕਰਕੇ ਮੈਂ ਮਾਰਿਆ ਨਹੀਂ ਉਸ ਨੂੰ। ਮੁਝ ਦੇਖਤੇ ਅਪਰਾਧ ਤੁਮਾਰੋ। ਮਹਾਰਾਜ ਮੈਂ ਦੇਖਿਆ ਵੀ ਉਹਨੇ ਅਪਰਾਧ ਕੀਤਾ ਤੇ ਮੇਰੀਆਂ ਨਜ਼ਰਾਂ ਵਿੱਚ ਉਹ ਤੁਹਾਡਾ ਅਪਰਾਧੀ ਹੈ, ਪਰ ਫਿਰ ਵੀ ਉਹ ਤੁਹਾਡੀ ਕੋਲ ਵਿੱਚੋਂ ਹੀ ਹੈ ਜਿਸ ਕੋਲ ਚ ਤੁਸੀਂ ਜੇ ਉਸੇ ਕੋਲ ਵਿੱਚ ਹੀ ਧੀਰ ਮਲ ਹੈ, ਇਸ ਕਰਕੇ ਮੈਂ ਮਾਰਿਆ ਨਹੀਂ ਉਸ ਨੂੰ। ਹੋਏ ਜੇ ਕਰੇ ਦੁਰਾਮਤ ਭਾਰੋ। ਜੇ ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਖੋਟੀ ਮਤ ਵਾਲਾ ਅਪਰਾਧ ਕਰੇਗਾ ਤਾਂ ਐਸੇ ਸ਼ਸਤਰ ਪ੍ਰਹਾਰ ਨ ਕਰਹੁ। ਇਸ ਤਰ੍ਹਾਂ ਮਹਾਰਾਜ ਸ਼ਸਤਰਾਂ ਦੀ ਮਾਰ ਉਸ ਉੱਤੇ ਮੈਂ ਮਾਰਾਂਗਾ ਜਿਹੜਾ ਤੁਹਾਨੂੰ ਖੋਟੇ ਬਚਨ ਬੋਲੇਗਾ। ਮਾਰਨ ਕਰੋ ਕਿ ਲੜ ਕੇ ਮਰਹੁ। ਮਹਾਰਾਜ ਜਾਂ ਤਾਂ ਮਾਰ ਦੇਂਗੇ ਉਹਨੂੰ ਥਾਂ ਤੇ, ਜਾਂ ਲੜ ਕੇ ਆਪ ਮਰ ਜਾਵਾਂਗਾ, ਤੁਹਾਡੀ ਨਿੰਦਿਆ ਨਹੀਂ ਮੈਂ ਸੁਣ ਸਕਦਾ ਜੀ। ਸੁਧ ਪਹੁੰਚੀ ਜਬ ਹੀ ਮੁਝ ਡੇਰੇ। ਜਿਸ ਵੇਲੇ ਮਹਾਰਾਜ ਮੇਰੇ ਡੇਰੇ ਮੈਨੂੰ ਖਬਰ ਪਹੁੰਚੀ ਕਿ ਏਦਾਂ ਸ਼ੀਹੇ ਮਸੰਦ ਨੇ ਤੇ ਧੀਰਮਲ ਨੇ ਕੀਤਾ ਆਪ ਜੀ ਨਾਲ, ਤਬ ਹੈ ਦੌਰ ਮੈਂ ਆਏ ਅਧੇਰੇ। ਮਹਾਰਾਜ ਉਸੇ ਵੇਲੇ ਮੈਂ ਦੇਰ ਨਹੀਂ ਕੀਤੀ, ਦੌੜ ਕੇ ਆ ਗਿਆ ਹਾਂ ਜੀ। ਧੀਰ ਮਲ ਕੋ ਦੋਸ਼ ਬਡੇਰਾ। ਧੀਰਮਲ ਦਾ ਬਹੁਤ ਵੱਡਾ ਦੋਸ਼ ਹੈ ਸੱਚੇ ਪਾਤਸ਼ਾਹ ਜੀ। ਮੈਂ ਮਲਕ ਕਹਿ ਲੁੱਟਿਓ ਡੇਰਾ। ਏਦਾਂ ਜਾਣ ਕੇ ਉਹਨੂੰ ਅਪਰਾਧੀ ਤੇ ਦੋਸ਼ੀ ਜਾਣ ਕੇ ਗੁਰੂ ਘਰ ਦਾ ਸੱਚੇ ਪਾਤਸ਼ਾਹ ਜੀ ਉਹਦਾ ਡੇਰਾ ਮੈਂ ਲੁੱਟ ਕੇ ਲਿਆਇਆ ਹਾਂ। ਪਾਨੀ ਸਗਰੀ ਵਸਤ ਤੁਮਾਰੀ। ਜਿੰਨੀਆਂ ਤੁਹਾਡੀਆਂ ਵਸਤੂਆਂ ਲੈ ਕੇ ਗਿਆ ਸੀ ਮਹਾਰਾਜ ਸਾਰੀਆਂ ਲੈ ਆਂਦੀਆਂ ਹਨ ਮੈਂ। ਹਰ ਦਿਨ ਕੀ ਸ਼ੀਨਸ ਗਹਿ ਸਾਰੀ। ਤੇ ਫਿਰ ਉਹਦੇ ਘਰ ਦੀਆਂ ਉਹਦੇ ਡੇਰੇ ਦੀਆਂ ਜਿੰਨੀਆਂ ਸਾਨੂੰ ਵੀ ਖੋ ਕੇ ਲੈ ਆਇਆ ਹਾਂ ਸਾਰੀਆਂ ਹੀ। ਆਪ ਸਕਲ ਸੰਭਾਰੋ ਭਲੇ। ਮਹਾਰਾਜ ਸਾਰੀਆਂ ਪਈਆਂ ਜੇ ਵਸਤੂਆਂ ਸੰਭਾਲੋ ਤੁਸੀਂ ਇਹ ਸਾਰੀਆਂ ਵਸਤੂਆਂ ਨੂੰ ਆਪ ਹੀ। ਕਰਹਿ ਅਨਾਦਰ ਰਿਪ ਨਿਰਬਲੇ। ਮਹਾਰਾਜ ਜਿਨ੍ਹਾਂ ਨੇ ਅਨਾਦਰ ਕੀਤਾ ਸੀ ਆਪ ਜੀ ਦਾ, ਉਹ ਵੈਰੀ ਮੈਂ ਨਿਰਬਲੇ ਕਰਕੇ ਉਹਨਾਂ ਤੋਂ ਸਾਰਾ ਕੁਝ ਖੋ ਕੇ ਲੈ ਆਂਦਾ, ਕੋਈ ਬਲ ਨਹੀਂ ਚੱਲਣ ਦਿੱਤਾ ਉਹਨਾਂ ਦਾ ਮੈਂ। ਆਨ ਸਦਨ ਮੈਂ ਸਰਬ ਸੋ ਲੀਨਾ। ਮਹਾਰਾਜ ਜਿੰਨਾ ਕੁਝ ਉਹਨਾਂ ਦੇ ਘਰ ਸੀ ਡੇਰੇ ਵਿੱਚ ਸਾਰਾ ਕੁਝ ਲੈ ਆਂਦਾ ਖੋ ਕੇ ਜੀ। ਤਿਨ ਕੋ ਕੁਛ ਉਪਕਾਰ ਨਾ ਕੀਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਆਪ ਜੀ ਦਾ ਸੋ ਬੇਅਦਬੀ ਆਪ ਜੀ ਦੀ ਕਰਨ ਦਾ ਹੌਸਲਾ ਕੀਤਾ ਸੀ, ਇਸ ਕਰਕੇ ਉਹਨਾਂ ਨੂੰ ਮੈਂ ਸਜ਼ਾ ਦਿੱਤੀ ਹੈ। ਬਿਨ ਕਾਰਨ ਤੇ ਕੀਏ ਅਪਰਾਧੇ। ਮਹਾਰਾਜ ਤੁਸੀਂ
ਮਹਾਂਪੁਰਸ਼ਾਂ ਤੇ ਉਹਨਾਂ ਨੂੰ ਕਦੀ ਸਤਾਇਆ ਨਹੀਂ, ਕਦੀ ਕੋਈ ਬਚਨ ਨਹੀਂ ਉਹਨਾਂ ਦੇ ਵਿਰੁੱਧ ਕੀਤਾ, ਕਦੀ ਈਰਖਾ ਨਹੀਂ ਕੀਤੀ, ਕਦੀ ਨਿੰਦਿਆ ਨਹੀਂ ਕੀਤੀ, ਫਿਰ ਵੀ ਬਿਨਾਂ ਉਹਨਾਂ ਨੇ ਵਿਚਾਰੇ ਤੋਂ ਤੁਹਾਡੇ ਨਾਲ ਅਪਰਾਧ ਏਡਾ ਵੱਡਾ ਕੀਤਾ ਹੈ। ਜਾਣਤੇ ਮੈਂ ਆਨਿਓ ਤਿਸ ਬਾਧੇ, ਇਸ ਕਰਕੇ ਮਹਾਰਾਜ ਮੈਂ ਉਹਨਾਂ ਨੂੰ ਦੋਸ਼ੀ ਜਾਣ ਕੇ ਬੰਨ ਕੇ ਲੈ ਆਂਦਾ ਇੱਥੇ। ਜਬੈ ਦੁਸ਼ਟ ਤੁਮਰੇ ਘਰ ਆਏ, ਮਹਾਰਾਜ ਜਦੋਂ ਇਹ ਦੁਸ਼ਟ ਆਏ ਸਨ ਤੁਹਾਡੇ ਘਰ, ਮੋਹ ਢਿਗ ਕਿਉਂ ਨ ਸੁਧ ਪਹੁੰਚਾਏ। ਮੈਨੂੰ ਕਿਉਂ ਨਾ ਖਬਰ ਕੀਤੀ ਮਹਾਰਾਜ, ਉਸੇ ਵੇਲੇ ਮੈਂ ਰੋਕਦਾ ਆਣ ਕੇ ਉਹਨਾਂ ਨੂੰ। ਸਭ ਕੋ ਤਤ ਛਿਨ ਬੰਧਨ ਕਰਤੋ, ਉਸੇ ਵੇਲੇ ਉਹਨਾਂ ਨੂੰ ਮੈਂ ਬੰਨ ਲੈਂਦਾ ਜਿਸ ਵੇਲੇ ਆਪ ਜੀ ਦੀ ਬੇਦਬੀ ਕਰ ਹੀ ਰਹੇ ਸਨ, ਜਦੋਂ ਗੋਲੀ ਮਾਰੀ ਸੀ ਉਹਨਾਂ ਨੇ। ਕਰਤ ਸ਼ਸਤਰ ਜੇ ਪ੍ਰਾਣ ਪ੍ਰਹਰਤੋ, ਮਹਾਰਾਜ ਸ਼ਸਤਰਾਂ ਦੀ ਮਾਰ ਕਰਕੇ ਪ੍ਰਾਣਾਂ ਤੋਂ ਖਾਲੀ ਕਰ ਦਿੰਦਾ ਮੈਂ ਉਹਨਾਂ ਨੂੰ। ਆਪਣੀ ਵਸਤ ਦਰਬ ਜੁਤ ਲੀਜੈ, ਮਹਾਰਾਜ ਸਮੇਤ ਧਨ ਦੇ ਜਿੰਨਾ ਪੈਸਾ ਚੁੱਕ ਕੇ ਲੈ ਕੇ ਗਿਆ ਸੀ ਉਹ ਵੀ ਸਾਰੀਆਂ ਮੋਹਰਾਂ ਤੇ ਸਾਰੀਆਂ ਵਸਤੂਆਂ ਲਓ ਜੀ ਤੁਸੀਂ ਆਪਣੀਆਂ। ਤਿਨ ਕੀ ਆਨੀ ਰਾਖਨ ਕੀਜੈ, ਉਹਨਾਂ ਦੀਆਂ ਜਿਹੜੀਆਂ ਮੈਂ ਲੈ ਆਇਆ ਉਹ ਵੀ ਸਾਰੀਆਂ ਆਪਣੇ ਕੋਲ ਰੱਖੋ ਜੀ। ਉਹਨੇ ਆਗੇ ਜੇ ਹਵੈ ਮਤਵਾਨਾ, ਜਿਸ ਅੱਗੇ ਵਾਸਤੇ ਸਿਆਣਾ ਹੋਵੇਗਾ ਧੀਰਮਲ ਤਾਂ ਕੰਮ ਨਾ ਕਰੇ ਕੋਈ ਅਪਮਾਨਾ, ਕਦੀ ਵੀ ਹੌਸਲਾ ਨਾ ਕਰੇਗਾ ਆਪ ਜੀ ਦਾ ਅਪਮਾਨ ਕਰਨ ਦਾ। ਉਹ ਸੁਨ ਸਤਿਗੁਰ ਕੈ ਪਾਕ ਪ੍ਰਵੀਨ, ਸਵਯੰ ਸਾਧ ਸੰਗਤ ਜੀ ਸੁਣ ਕੇ ਸਾਰੇ ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਏਦਾਂ ਆਖਿਆ। ਮੱਖਣ ਸ਼ਾਹ ਕਹਾ ਤੈ ਕੀਨਾ, ਜਦੋਂ ਸਾਰੀ ਗੱਲ ਮੱਖਣ ਸ਼ਾਹ ਨੇ ਦੱਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਮੱਖਣ ਸ਼ਾਹ ਗੁਰੂ ਕਿਆ ਸਿੱਖਾ, ਇਹ ਤੂੰ ਕੀ ਕੀਤਾ ਹੈ? ਕਾਮ ਕ੍ਰੋਧ ਕੇ ਬਸ ਵਹਿ ਸੋਈ, ਜਿਹੜਾ ਵੀ ਕੋਈ ਬੰਦਾ ਕਾਮ ਕ੍ਰੋਧ ਦੇ ਵਸ ਹੁੰਦਾ ਹੈ, ਆਨ ਕੋ ਕਰਮ ਕਰਿਓ ਤਿਨ ਜੋਈ। ਇਹੋ ਜਿਹੇ ਪਾਪੀ, ਇਹੋ ਜਿਹੇ ਪਾਪ ਉਹੀ ਬੰਦਾ ਕਰਦਾ ਜਿਹੜਾ ਕਾਮ ਕ੍ਰੋਧ ਦੇ ਵਸ ਹੋਵੇ। ਉਹ ਕਾਮੀ ਕ੍ਰੋਧੀ ਲੋਭੀ ਨੇ, ਹੰਕਾਰੀ ਨੇ, ਇਸੇ ਕਰਕੇ ਉਹਨਾਂ ਨੇ ਇਹ ਪਾਪ ਕੀਤਾ ਹੈ। ਹਮ ਤਿਨ ਸਮ ਨਹਿ ਕਰਬੋ ਚਾਹੈ, ਅਸੀਂ ਉਹਨਾਂ ਵਰਗੂ ਨਹੀਂ ਕਰਨਾ ਚਾਹੁੰਦੇ। ਉਹ ਤੇ ਲੋਭੀ ਸਨ, ਲਾਲਚ ਵਿੱਚ ਆਣ ਕੇ ਸਾਰਾ ਸਮਾਨ ਸਾਡਾ ਚੁੱਕ ਕੇ ਲੈ ਗਏ। ਫਿਰ ਤੂੰ ਵੀ ਉਹਨਾਂ ਦਾ ਚੁੱਕ ਕੇ ਲੈ ਆਇਆ ਤਾਂ ਕੀ ਫਰਕ ਰਹਿ ਗਿਆ ਫਿਰ? ਜਾਣੈ ਮਹਾ ਦੋਸ਼ ਤਿਸ ਮਾਹੈ, ਇਸ ਕੰਮ ਵਿੱਚ ਅਸੀਂ ਬਹੁਤ ਵੱਡਾ ਦੋਸ਼ ਜਾਣਦੇ ਹਾਂ। ਜਨਮ ਮਰਨ ਜਗ ਬਾਰੰਬਾਰੀ, ਇਹ ਜਿਹੜਾ ਵਾਰ-ਵਾਰ ਦਾ ਸੰਸਾਰ ਉੱਤੇ ਆਉਣਾ, ਜੰਮਣਾ ਮਰਨਾ ਹੈ। ਦੇਤ ਕਾਮ ਨਾ ਹੋਵੇ ਨਾ ਉਬਾਰੀ, ਇਹ ਜਿਹੜੀਆਂ ਪਦਾਰਥਾਂ ਦੀਆਂ ਕਾਮਨਾਵਾਂ ਕਰਨੀਆਂ, ਲਾਲਚ ਕਰਨਾ, ਇਹ ਸਿਰਫ ਕਾਮਨਾ ਹੀ ਵਾਰ-ਵਾਰ ਬੰਦੇ ਨੂੰ ਲਿਆਉਂਦੀ ਸੰਸਾਰ ਤੇ, ਜੂਨਾਂ ਚ ਪਾਉਂਦੀ, ਜੰਮਦੀ ਮਾਰਦੀ। ਸੋ ਜੰਮਣ ਮਰਨ ਦਾ ਕਾਰਨ ਇਹ ਕਾਮਨਾ ਹੀ ਹੈ। ਕਾਮ ਮੂਲ ਹੈ ਸਕਲ ਵਿਕਾਰ ਹੈ, ਸਭ ਵਿਕਾਰਾਂ ਦਾ ਮੂਲ ਜਿਹੜਾ ਇਹ ਕਾਮਨਾਵਾਂ ਹੀ ਹਨ। ਕਾਮ ਬਿਨਾਸੈ ਸੁਮਤ ਵਿਚਾਰੈ, ਕਹਿੰਦੇ ਨੇ ਇਹ ਜਿਹੜੇ ਸੋ ਵਿਕਾਰ ਨੇ, ਸਿਆਣਾ ਬੰਦਾ ਇਹਨਾਂ ਤੋਂ ਬਚਦਾ, ਕਾਮਨਾਵਾਂ ਤੋਂ ਬਚਣਾ ਹੁੰਦਾ ਹੈ। ਹੁਣ ਇਹ ਬਿਨਾ ਉਪਾਇ ਨ ਸੰਤੇ, ਜੇ ਕਾਮਨਾਵਾਂ ਮੰਨਦੀਆਂ ਉੱਤੇ ਕਾਬੂ ਪੈ ਜਾਵੇ ਤੇ ਬਾਕੀ ਵਿਕਾਰ ਆਪਣੇ ਆਪ ਹੀ ਭਾਈ ਮੱਖਣ ਸ਼ਾਹ ਚਲੇ ਜਾਂਦੇ ਹਨ। ਜਨਮ ਮਰਨ ਜੋ ਦੇਤਾ ਅਨੰਤੇ, ਜਿਹੜਾ ਸਦਾ ਵਾਸਤੇ ਜਨਮ ਮਰਨ ਦੇ ਗੇੜ ਵਿੱਚ ਪਾਉਣ ਵਾਲਾ ਇਹ ਵਿਕਾਰ ਹੈ, ਇਸ ਤੋਂ ਬਚਣਾ ਹੀ ਚੰਗੀ ਗੱਲ ਹੈ। ਤੂੰ ਸਤਿਗੁਰ ਕੋ ਸਿੱਖ ਮਹਾਨਾ, ਇਹ ਮੱਖਣ ਸ਼ਾਹ ਤੂੰ ਤਾਂ ਗੁਰੂ ਦਾ ਵੱਡਾ ਸਿੱਖ ਹੈ। ਸਤਿਗੁਣ ਧਾਰ ਜਿਸ ਤੇ ਸ਼ੁਭ ਜਾਨਾ, ਇਸ ਕਰਕੇ ਚੰਗੇ ਗੁਣ ਆਪਣੇ ਹਿਰਦੇ ਵਿੱਚ ਧਾਰਨ ਕਰ। ਸ਼ੁਭ ਗੁਣ ਜਿਨ੍ਹਾਂ ਨੂੰ ਕਹਿੰਦੇ ਉਹ ਆਪਣੇ ਹਿਰਦੇ ਵਿੱਚ ਧਾਰ ਤੂੰ। ਧੀਰ ਮਲ ਕੀ ਵਸਤੂ ਸਰਬਾ, ਇਹ ਧੀਰ ਮਲ ਦੀਆਂ ਜਿੰਨੀਆਂ ਵਸਤੂਆਂ ਤੋਂ ਲੈ ਕੇ ਆਇਆ ਹੈ, ਫੇਰ ਦੇਹੋ ਤਿਨ ਢਿੱਗ ਜੋਤ ਦਰਬਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਧ ਸੰਗਤ ਜੀ ਕਿਆਲੂ, ਕਿਰਪਾਲੂ ਤੇ ਦਿਆਲੂ ਹਿਰਦਾ। ਕਹਿਣ ਲੱਗੇ ਭਾਈ ਮੱਖਣ ਸ਼ਾਹ ਦਿਆ ਸਾਰੀਆਂ ਉਹਦੀਆਂ ਵਸਤੂਆਂ ਜਿੰਨੀਆਂ ਤੋਂ ਲੈ ਕੇ ਆਇਆ ਵਾਪਸ ਕਰਿਆ ਉਸ ਨੂੰ। ਜੋ ਹਮਰੇ ਢਿੱਗ ਧਾਨੇ ਅਰਪਾਇਓ, ਤੇ ਫਿਰ ਜਿਹੜਾ ਸਾਨੂੰ ਤੂੰ ਧਨ ਅਰਪਣ ਕੀਤਾ ਸੀ ਜਦੋਂ ਅਸੀਂ ਪ੍ਰਗਟ ਹੋਏ ਤੇ ਤੂੰ ਮੱਥਾ ਟੇਕਿਆ ਸਾਰੀ ਮਾਇਆ ਦਾ, ਸਭ ਦੇਵੋ ਤਿਸ ਢਿੱਗ ਪਹੁੰਚਾਵੋ। ਆਖਿਆ ਉਹਦੀਆਂ ਤੇ ਦੇਣੀਆਂ ਹੀ ਆ, ਸਾਡੀਆਂ ਵੀ ਜਿਹੜੀਆਂ ਵਸਤੂਆਂ ਉਹ ਲੈ ਗਿਆ ਸੀ, ਜਿੰਨੀ ਮਾਇਆ ਤੂੰ ਸਾਨੂੰ ਮੱਥਾ ਟੇਕਿਆ ਉਹ ਵੀ ਉਹ ਲੈ ਗਿਆ ਸੀ, ਤੂੰ ਲੈ ਆਂਦੀ ਹੈ ਵਾਪਸ, ਇਹ ਵੀ ਦਿਆ ਆਪਣੇ ਵਾਲੀ ਵੀ ਸਾਰੀ ਦਿਆ ਧੀਰਮਲ ਨੂੰ। ਮਨ ਉਦਵੇਗ ਕੋ ਨਿਬਲ ਕਰੀਜੈ, ਸੋ ਆਖਿਆ ਇਹ ਜਿਹੜਾ ਮਨ ਹੈ ਨਾ, ਮਨ ਨੂੰ ਘਬਰਾਹਟ ਵਿੱਚੋਂ ਕੱਢ। ਜੇ ਤੂੰ ਘਬਰਾ ਨਾ, ਕੋਈ ਫਰਕ ਨਹੀਂ ਪਿਆ। ਉਹ ਆਏ, ਲੁੱਟ ਕੇ ਲੈ ਗਏ, ਗੋਲੀ ਵੀ ਚਲਾਈ, ਜ਼ਖਮੀ ਵੀ ਕਰ ਦਿੱਤਾ। ਜਦੋਂ ਅਸੀਂ ਕੋਈ ਰੋਸ ਨਹੀਂ ਕੀਤਾ ਫਿਰ ਤੂੰ ਕਿਉਂ ਕਰਦਾ ਹੈ? ਹੋਏ ਪ੍ਰਸੰਨ ਇਹ ਸਭ ਤਿਸ ਦੀਜੈ, ਆਖਿਆ ਖੁਸ਼ ਹੋ ਕੇ ਸਾਰਾ ਕੁਝ ਮੋੜਿਆ ਤੂੰ, ਅਸੀਂ ਤੈਨੂੰ ਕਹਿੰਦੇ ਹਾਂ। ਬਹੁਰੋ ਤੁਝ ਨੀਕੇ ਉਪਦੇਸੈ, ਫਿਰ ਤੂੰ ਜਦੋਂ ਵਾਪਸ ਦੇ ਕੇ ਆ ਜਾਏਗਾ ਨਾ ਸਾਰੀਆਂ ਵਸਤੂਆਂ, ਫਿਰ ਤੈਨੂੰ ਉਪਦੇਸ਼ ਦੇਣੇ ਤੇਰੇ ਤਰਨ ਦਾ, ਤੇਰੇ ਭਲੇ ਦਾ। ਲਖੋ ਸ਼ੁਭਾ ਸ਼ੁਭ ਤਜੋ ਕਲੇਸੈ, ਇਸ ਕਰਕੇ ਚੰਗੇ ਮਾੜੇ ਦੀ ਵਿਚਾਰ ਕਰ, ਪਾਪ ਪੁੰਨ ਨੂੰ ਵਿਚਾਰ ਤੇ ਸਾਰੇ ਕਲੇਸ਼ ਆਪਣੇ ਹਿਰਦੇ ਚੋਂ ਤਿਆਗ ਦੇ ਤੂੰ। ਸਤਿਗੁਰ ਮਿਲਣ ਸੁਫਲ ਹੋਏ ਜਾਵੇ, ਤੇਰਾ ਸਤਿਗੁਰੂ ਨੂੰ ਮਿਲਣਾ ਸਫਲ ਹੋ ਜਾਵੇਗਾ ਜੇ ਬਚਨ ਮੰਨੇਗਾ ਤਾਂ। ਜਨਮ ਮਰਨ ਤੇ ਥਿਰਤਾ ਪਾਵੇ, ਜੇ ਜਨਮ ਮਰਨ ਤੇਰਾ ਕੱਟਿਆ ਜਾਵੇਗਾ, ਤੂੰ ਪਰਮੇਸ਼ਰ ਵਿੱਚ ਅਭੇਦ ਹੋਵੇਗਾ ਮੱਖਣ ਸ਼ਾਹ। ਸੁਨ ਮੱਖਣ ਕਰ ਜੋਰ ਬਖਾਨਾ, ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਇਹ ਵਚਨ ਸੁਣ ਕੇ ਹੱਥ ਜੋੜ ਕੇ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ। ਜਿਨਹੋ ਕੀਨੇ ਅਪਮਾਨ ਮਹਾਨਾ, ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਐਡਾ ਵੱਡਾ ਪੱਧਰ ਕੀਤਾ, ਇੰਨਾ ਅਪਮਾਨ ਤੁਹਾਡਾ ਕੀਤਾ, ਤੁਹਾਡੇ ਤੇ ਗੋਲੀ ਚਲਾਈ, ਤੁਹਾਨੂੰ ਜ਼ਖਮੀ ਕੀਤਾ, ਸਾਰਾ ਸਮਾਨ ਤੁਹਾਡਾ ਲੁੱਟ ਕੇ ਲੈ ਗਏ। ਏਡਾ ਵੱਡਾ ਅਪਰਾਧ ਉਹਨਾਂ ਨੇ ਕੀਤਾ ਹੈ। ਪ੍ਰਾਣਾ ਤੱਕ ਲੈ ਲੋ ਕਰ ਅਪਰਾਧੂ, ਏਡਾ ਜ਼ਿਆਦਾ ਅਪਰਾਧ ਕੀਤਾ, ਕੱਲਾ ਸਮਾਨ ਲੈ ਜਾਂਦੇ ਤਾਂ ਵੀ ਕੋਈ ਨਹੀਂ ਮਹਾਰਾਜ, ਤੁਹਾਡੇ ਤੇ
ਪ੍ਰਾਣ ਲੈਣ ਦਾ ਯਤਨ ਕੀਤਾ ਉਹਨਾਂ ਪਾਪੀਆਂ ਨੇ। ਮਤੀ ਦੁਸ਼ਟ ਕਠੋਰ ਅਸਾਧੂ, ਐਸੀ ਖੋਟੀ ਮੱਤ ਵਾਲੇ ਦੁਸ਼ਟ ਤੇ ਕਠੋਰ ਬੰਦੇ ਜਿਹੜੇ ਜਿਨ੍ਹਾਂ ਦੇ ਕੋਲ ਸਾਧੂ ਸੁਭਾਅ ਕੋਲ ਦੀ ਵੀ ਨਹੀਂ, ਜਿਨ੍ਹਾਂ ਦੇ ਲੰਘਿਆ ਕੋਈ ਪਰਉਪਕਾਰੀ ਸੁਭਾਅ ਨਹੀਂ ਹੈ ਜਿਨ੍ਹਾਂ ਦਾ। ਤਿਨ ਪਰ ਮ੍ਰਿਦੁਲ ਸ਼ਮਾ ਬਹੁ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਉਹਨਾਂ ਤੇ ਇਹ ਕਿਰਪਾ ਵਾਲਾ ਸੁਭਾਅ ਵਰਤ ਰਹੇ ਜੇ, ਇਹੋ ਜਿਹੇ ਪਾਪੀਆਂ ਨੂੰ ਮਾਫ ਕਰਨਾ ਚਾਹੁੰਦੇ ਜੇ ਤੁਸੀਂ। ਨੀਤ ਵਿਖਾਏ ਨੀਕ ਨਾ ਬਰਨੀ, ਮਹਾਰਾਜ ਇਹੋ ਜਿਹੇ ਪਾਪੀਆਂ ਨੂੰ ਮਾਫ ਕਰਨਾ ਨੀਤੀ ਵਿੱਚ ਚੰਗਾ ਨਹੀਂ ਗਿਣਿਆ ਗਿਆ। ਨੀਤੀਵਾਨ ਲੋਕ ਕਹਿੰਦੇ ਨੇ ਕਿ ਜਿਹੜਾ ਦੁਸ਼ਟ ਹੈ, ਜਿਹੜਾ ਅਪਰਾਧੀ ਹੈ, ਉਹਨੂੰ ਮਾਫ ਨਹੀਂ ਕਰਨਾ ਚਾਹੀਦਾ। ਸ਼ਮੀ ਪੁਰਖ ਕੇ ਕਾਜੋ ਦਾਰਾ, ਜਿਹੜੇ ਮਾਫ ਕਰ ਦੇਣ ਵਾਲੇ ਦੇ ਵੱਡੇ ਕਾਰਜ ਹੁੰਦੇ ਹਨ। ਨਸ਼ਟ ਹੋਤ ਜਿਵੇਂ ਅਗਨੀ ਪਾਰਾ, ਆਖਿਆ ਮਹਾਰਾਜ ਜਿਵੇਂ ਅਗਨੀ ਦੇ ਵਿੱਚ ਪਾਈ ਚੀਜ਼ ਨਸ਼ਟ ਹੋ ਜਾਂਦੀ ਹੈ, ਏਦਾਂ ਜਿਹੜਾ ਖਿਮਾ ਕਰਨ ਵਾਲਾ ਨਾ ਅਪਰਾਧੀਆਂ ਨੂੰ ਵੀ ਮਾਫ ਕਰ ਦੇਵੇ, ਉਹਦੇ ਕਾਰਜ ਸਾਰੇ ਵਿਗੜ ਜਾਂਦੇ ਨੇ। ਮੈਂ ਨੀਤੀ ਵਿੱਚੋਂ ਇਹ ਗੱਲ ਸੁਣੀ ਤੇ ਪੜ੍ਹੀ ਹੈ। ਤਿਸ ਕੋ ਸਕਲ ਕਰੇ ਅਪਰਾਧਾ, ਸੋ ਜਿਹੜਾ ਬਹੁਤ ਜ਼ਿਆਦਾ ਅਪਰਾਧ ਕਰਨ ਵਾਲਾ ਹੈ, ਡਰ ਕੋ ਸ਼ੋਰ ਦੇਤ ਹੈ ਬਾਧਾ। ਜੇ ਮਹਾਰਾਜ ਇਹੋ ਜਿਹੇ ਅਪਰਾਧੀਆਂ ਨੂੰ ਮਾਫ ਕਰਨਾ ਆਪਾਂ ਸ਼ੁਰੂ ਕਰ ਦਈਏ ਤਾਂ ਫਿਰ ਤੇ ਉਹ ਡਰਨਾ ਹੀ ਛੱਡ ਦੇਣਗੇ, ਫਿਰ ਤਾਂ ਹਰੇਕ ਉੱਤੇ ਜ਼ੁਲਮ ਕਰਨਗੇ, ਇਹੋ ਜਿਹਾ ਪਾਪ ਫਿਰ ਘੜੀ ਘੁੜੀ ਕਰਿਆ ਕਰਨਗੇ ਉਹ। ਦਲਿਦਰੀ ਅਰਿਆਲ ਸਕਾਰੀ, ਫਿਰ ਕੀ ਕਹਿੰਦੇ ਆ ਮਾਫ ਕਰ ਦੇਣ ਵਾਲੇ ਨੂੰ? ਲੋਕ ਕਹਿੰਦੇ ਦਲਿਦਰੀ ਤੇ ਆਲਸਕਾਰੀ ਆ, ਜਿਹੜਾ ਆਪਣਾ ਬਦਲਾ ਨਹੀਂ ਲੈ ਸਕਿਆ। ਹਿਮ ਅਪਕੀਰਤ ਹੋਏ ਵਿਸਤਾਰੀ, ਇਹਦਾ ਮਹਾਰਾਜ ਪਾਪੀਆਂ ਨੂੰ ਮਾਫ ਕਰ ਦੇਣ ਕਰਕੇ ਨਿੰਦਿਆ ਹੀ ਹੁੰਦੀ ਹੈ, ਇਹ ਕੋਈ ਵਡਿਆਈ ਨਹੀਂ ਹੈ ਜੀ। ਕਰ ਅਪਰਾਧ ਨਹੀਂ ਡਰ ਪਾਵੇ, ਮਹਾਰਾਜ ਫਿਰ ਤੇ ਅਪਰਾਧੀ ਸਗੋਂ ਹੌਸਲੇ ਨਾਲ ਅਪਰਾਧ ਕਰੇਗਾ। ਜੇ ਉਹਨੂੰ ਸਜ਼ਾ ਨਾ ਦੇਵਾਂਗੇ, ਆਪਾਂ ਉਹਦੇ ਕੀਤੇ ਦਾ ਉਹਨੂੰ ਦੰਡ ਨਾ ਦੇਵਾਂਗੇ, ਤੇ ਫਿਰ ਤਾਂ ਅਪਰਾਧ ਅਗਾਂਹ ਵਾਸਤੇ ਵੀ ਕਰੇਗਾ ਉਹ। ਜਸ ਕੀ ਤਸ ਫਲ ਜੇ ਨਹਿ ਪਾਵੇ, ਜਿਸ ਤਰ੍ਹਾਂ ਦਾ ਪਾਪ ਕੀਤਾ ਜੀ ਉਸੇ ਤਰ੍ਹਾਂ ਦਾ ਫਲ ਨਾ ਦੇਈਏ ਉਸ ਨੂੰ ਤਾਂ। ਹੁਨੇ ਕਰਨ ਕੋ ਹੋਇਆ ਉਤਸ਼ਾਹੀ, ਇਹ ਫਿਰ ਇਹੋ ਜਿਹਾ ਪਾਪ ਦੁਬਾਰਾ ਉਤਸ਼ਾਹ ਨਾਲ ਉਹ ਕਰਦਾ ਵੀ ਪਹਿਲਾਂ ਮੇਰਾ ਕਿਸੇ ਨੇ ਕੀ ਵਿਗਾੜ ਦਿਆ ਹੈ। ਭੀਰੂ ਲਖੈ ਅਪਰ ਸੋ ਪ੍ਰਾਹੀ, ਇਹ ਫਿਰ ਬਾਕੀ ਸਾਰਿਆਂ ਨੂੰ ਉਹ ਕਮਜ਼ੋਰ ਤੇ ਡਰਾਕਲ ਜਾਣਦੇ ਆ। ਇਹੋ ਜਿਹੇ ਪਾਪੀ ਝੂਠ ਜੇ ਉਹਨਾਂ ਨੂੰ ਨੱਥ ਨਾ ਪਾਈ ਜਾਵੇ ਤਾਂ ਦੰਡ ਚਿਤ ਹੀ ਨਿਤ ਅਪਰਾਧੀ, ਇਸ ਕਰਕੇ ਅਪਰਾਧੀਆਂ ਨੂੰ ਦੰਡ ਦੇਣਾ ਹੀ ਯੋਗ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨੀਤੀ ਕਹਿੰਦੀ ਹੈ। ਪੁਰਸ਼ੋਤਮ ਮਰਿਆਦਾ ਬਾਧੀ, ਕਿਉਂਕਿ ਵੱਡੇ ਪੁਰਸ਼ਾਂ ਨੇ ਮਿਲ ਕੇ ਮਰਿਆਦਾ ਬੰਨੀ ਹੈ ਕਿ ਜਿਹੜਾ ਪਾਪੀ ਹੈ ਉਹਦੇ ਪਾਪ ਦੀ ਸਜ਼ਾ ਉਸਨੂੰ ਦੇਣੀ ਚਾਹੀਦੀ ਹੈ। ਦੇਖੋ ਰਾਮਚੰਦ ਵੱਡ ਧੀਰ, ਆਖਿਆ ਮਹਾਰਾਜ ਰਾਮਚੰਦਰ ਜੀ ਦਾ ਦੇਖੋ ਤੁਸੀਂ ਇਤਿਹਾਸ ਪੜ੍ਹ ਕੇ ਵੱਡਾ ਧੀਰਜ ਉਹਨਾਂ ਨੇ ਕੀਤਾ। ਨੀਰਦ ਕੋ ਗੰਭੀਰਾ ਭੀਰ, ਜਿਸ ਵੇਲੇ ਲੈ ਗਿਆ ਸੀ ਰਾਵਣ ਸੋ ਲੰਕਾ ਨੂੰ ਸੀਤਾ ਨੂੰ ਚੁੱਕ ਕੇ ਤੇ ਸਮੁੰਦਰ ਪਾਰ ਕਰਕੇ ਜਾਣਾ ਸੀ, ਜਿਸ ਵੇਲੇ ਤਾਂ ਅਸ਼ ਆਸੇ ਲਖ ਕੋਜ ਪ੍ਰਕਾਸ਼ਾ, ਉਸ ਪਾਪੀ ਨੂੰ ਉਹਦੇ ਕੀਤੇ ਦੀ ਸਜ਼ਾ ਦੇਣ ਵਾਸਤੇ ਸਮੁੰਦਰ ਪਾਰ ਕਰਨਾ ਪੈਣਾ ਸੀ ਕੋਜਕ, ਤੇ ਪਰ ਸਮੁੰਦਰ ਦਾ ਤੇਜ ਉਸ ਵੇਲੇ ਬਹੁਤਾ ਸੀ, ਪਾਰ ਕੀਤਾ ਨਹੀਂ ਸੀ ਜਾ ਸਕਦਾ। ਜਿਸ ਤੇ ਅਤ ਚਿਤਵਿਓ ਚਿਤ ਤਰਾਸਾ, ਕਹਿੰਦੇ ਤੇ ਰਾਮਚੰਦਰ ਜੀ ਨੇ ਸਮੁੰਦਰ ਨੂੰ ਹੁਕਮ ਕੀਤਾ ਸੀ ਵੀ ਇਹਨਾਂ ਮੇਰੀ ਸਾਰੀ ਬਾਂਦਰਾਂ ਦੀ ਸੈਨਾ ਨੂੰ ਸਮੇਤ ਮੇਰੇ ਪਾਰ ਲਾ ਤੂੰ। ਹੋਏ ਭੈ ਭੀਤ ਉਪਾਏ ਬਤਾਏ, ਕਹਿੰਦੇ ਨੇ ਭੈ ਭੀਤ ਹੋ ਕੇ ਸਮੁੰਦਰ ਨੇ ਉਸ ਵੇਲੇ ਕਹਿਣਾ ਮੰਨ ਲਿਆ ਸੀ। ਸਕਲ ਕਟਕ ਕੱਪ ਪਾਰ ਲੰਘਾਏ, ਸਾਰੀ ਬਾਂਦਰਾਂ ਦੀ ਸੈਨਾ ਸਮੇਤ ਪਾਰ ਕਰ ਦਿੱਤਾ, ਲੰਕਾ ਪਹੁੰਚਾ ਦਿੱਤਾ ਸੀ, ਇਸੇ ਕਰਕੇ ਕਿ ਪਾਪੀ ਨੂੰ ਸਜ਼ਾ ਮਿਲ ਸਕੇ। ਜੇ ਨਾ ਸ਼ਿਮਾ ਤਿਆਗਤ ਤਿਸ ਕਾਲਾ, ਜੇ ਉਸ ਵੇਲੇ ਇਹ ਸ਼ਿਮਾ ਦਾ ਨਾ ਤਿਆਗ ਦੇ ਤਾਂ ਨਹਿ ਕਾਰਜ ਕਿਮ ਹੋਤ ਸੁਖਾਲਾ, ਫਿਰ ਸੀਤਾ ਵਾਪਸ ਨਾ ਆਉਂਦੀ, ਏਡਾ ਵੱਡਾ ਕਾਰਜ ਹੋ ਨਾ ਸਕਦਾ, ਰਾਵਣ ਨੂੰ ਸਜ਼ਾ ਨਾ ਮਿਲਦੀ ਜੇ ਉਹਨੂੰ ਵੀ ਉਸ ਵੇਲੇ ਸ਼ਿਮਾ ਕਰ ਦਿੰਦੇ ਤਾਂ। ਹੁਣ ਸ਼੍ਰੀ ਕ੍ਰਿਸ਼ਨ ਚਤੁਰ ਬਲਵਾਨ, ਕਹਿੰਦੇ ਉਦੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਬਹੁਤ ਸਿਆਣੇ ਬਲ ਵਾਲੇ, ਉਹਨਾਂ ਦਾ ਇਤਿਹਾਸ ਦੇਖੋ ਜੀ। ਸਭਾ ਕੈਰਵਨ ਕੀ ਜੋ ਮਹਾਨਾ, ਕੈਰਵਾਂ ਦੀ ਜਿਹੜੀ ਦੁਰਯੋਧਨ ਦੀ ਬਹੁਤ ਵੱਡੀ ਸਭਾ ਸੀ, ਬੈਠਿਓ ਬੀਚ ਸ਼ਿਮਾ ਕਰ ਰਹਿ, ਕਹਿੰਦੇ ਉਹਨਾਂ ਦੇ ਵਿੱਚ ਬੈਠੇ ਉਹਨਾਂ ਨੂੰ ਮਾਫ ਕਰੀ ਗਏ। ਦਰਜੋਧਨ ਬਟ ਪਦ ਕੋ ਲਹਿ, ਜਿਹੜਾ ਦਰਜੋਧਨ ਸੀ ਇਹ ਤਾਂ ਹੰਕਾਰ ਦਾ ਹੀ ਗਿਆ, ਬਹੁਤਾ ਜ਼ਿਆਦਾ ਹੰਕਾਰ ਗਿਆ। ਤੇਜ ਪ੍ਰਭਾਵ ਆਪਨ ਵਿਦਤਾਵਾ, ਕਹਿੰਦੇ ਆਪਣਾ ਤੇਜ ਪ੍ਰਭਾਵ ਜਿਹੜਾ ਸੀ ਉਹਨੇ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੇ ਆਪਣੋ ਆਪ ਬਚਾਵਾ, ਕਹਿੰਦੇ ਜਿਸ ਕਰਕੇ ਆਪਣਾ ਆਪ ਬਚਾਉਣਾ ਕੀਤਾ, ਫਿਰ ਕ੍ਰਿਸ਼ਨ ਜੀ ਨੇ ਉਦੋਂ ਵੱਧ ਤੇਜ ਆਪਣਾ ਵਿਖਾ ਲਿਆ ਤੇ ਫਿਰ ਰੱਖਿਆ ਹੋਈ ਉੱਥੇ। ਇਮ ਅਸ਼ਮਾ ਮੈਂ ਗੁਣ ਬਹੁ ਰਹਿ, ਕਹਿੰਦੇ ਨੇ ਉਹ ਨਾ ਵੀ ਸ਼ਿਮਾ ਕਰੀਏ ਤੇ ਇਹਦੇ ਵਿੱਚ ਵੀ ਗੁਣ ਹੈ। ਹਾਲਾਂਕਿ ਸ਼ਿਮਾ ਕਰ ਦੇਣਾ ਮਹਾਰਾਜ ਜੀ ਠੀਕ ਹੈ, ਗੁਣ ਹੈ, ਪਰ ਜਿੱਥੇ ਸ਼ਿਮਾ ਕਰਨੀ ਬਣਦੀ ਉੱਥੇ ਹੀ ਕਰਨੀ ਚਾਹੀਦੀ ਹੈ। ਅਪਰਾਧੀਆਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਅਪਰਾਧੀਆਂ ਨੂੰ ਮਾਫ ਕਰਾਂਗੇ ਉਹਨਾਂ ਦੇ ਹੌਸਲੇ ਵਧਣਗੇ, ਉਹ ਫਿਰ ਮੁੜ ਕੇ ਪਾਪ ਕਰਨਗੇ ਜੀ। ਸ਼ਿਮਾਵਾਨ ਵਾਦਾ ਵੱਡ ਸਹਿ, ਜਿਹੜਾ ਹਰ ਥਾਂ ਤੇ ਹੀ ਮਾਫ ਕਰ ਦੇਵੇ, ਹਰ ਥਾਂ ਤੇ ਸ਼ਿਮਾ ਕਰ ਦੇਵੇ ਮਹਾਰਾਜ, ਉਹਨੂੰ ਫਿਰ ਦੁੱਖ ਬੜੇ ਆਉਂਦੇ ਹਨ। ਆਕਿਰਤ ਕਾਜ ਆਪ ਜਸ ਵਿਸਤਾਰਨ, ਕਹਿੰਦੇ ਕੰਮ ਵੀ ਵਿਗੜ ਜਾਂਦੇ ਆ ਤੇ ਦੁਨੀਆ ਨਿੰਦਿਆ ਵੀ ਕਰਦੀ ਆ।
ਜਿਹੜਾ ਹਰ ਥਾਂ ਤੇ ਹੀ ਛਿਮਾ ਕਰੀ ਜਾਵੇ ਲੋਕ ਉਹਨੂੰ ਡਰਾਕਲ ਕਹਿਣ ਲੱਗ ਪੈਂਦੇ ਹਨ। ਦੋਸ਼ ਛਿਮਾ ਮੈਂ ਕਰੇ ਉਚਾਰਨ। ਇਸ ਕਰਕੇ ਹਰ ਥਾਂ ਤੇ ਛਿਮਾ ਕਰ ਦੇਣ ਨੂੰ ਵੀ ਸਿਆਣਿਆਂ ਨੇ ਦੋਸ਼ ਹੀ ਆਖਿਆ ਹੈ। ਛਿਮਾ ਵਾਲੇ ਥਾਂ ਤੇ ਕਰਨੀ ਚਾਹੀਦੀ ਹੈ। ਮਹਾਰਾਜ ਇਹਨਾਂ ਨੂੰ ਨਹੀਂ ਮਾਫ ਕਰਨਾ ਚਾਹੀਦਾ, ਧੀਰਮਲ ਨੂੰ, ਸ਼ੀਹੇ ਮਸੰਦ ਨੂੰ। ਜੇ ਤੁਮ ਰਹੋ ਛਿਮਾ ਕਹੋ ਧਾਰੀ। ਮਹਾਰਾਜ ਇਸੇ ਤਰ੍ਹਾਂ ਤੁਸੀਂ ਖਿਮਾ ਕਰੀ ਗਏ, ਇਹ ਹੀ ਤੁਸੀਂ ਸੁਭਾਅ ਧਾਰਨ ਕਰ ਰੱਖਿਆ ਤਾਂ ਸਭ ਹੀ ਕਰੇ ਅਵਗਿਆ ਭਾਰੀ। ਫਿਰ ਤੇ ਹੈਗਾ ਹੋਰ ਵੀ ਅਵਗਿਆ ਕਰਨਗੇ ਮਹਾਰਾਜ, ਦੂਜੇ ਲੋਕਾਂ ਨੂੰ ਵੀ ਦੁੱਖ ਦੇਣਗੇ, ਪਿੰਡ ਵਿੱਚ ਤਾਂ ਵਸਣ ਹੀ ਨਾ ਦੇਣਗੇ ਕਿਸੇ ਨੂੰ। ਇਹ ਦੁਸ਼ਟ ਕੋ ਕਰਮ ਕਰਨ ਨਿਤ ਚਾਹੈ। ਮਹਾਰਾਜ ਇਹ ਦੁਸ਼ਟ ਲੋਕੀ ਰੋਜ਼ ਹੀ ਫਿਰ ਪਾਪ ਕਰਨਾ ਚਾਹਣਗੇ। ਇਹੋ ਜਿਹੇ ਕਰਮੇ ਰੋਜ਼ ਕਰਿਆ ਕਰਨਗੇ ਜੇ ਸਜ਼ਾ ਨਾ ਦਿੱਤੀ ਤਾਂ। ਰੁਕੈ ਦੰਡ ਕੋ ਤਰਾਸ ਤਰਾ ਹੈ। ਜੇ ਅੱਜ ਦੰਡ ਦੇ ਦੇਵਾਂਗੇ ਤੇ ਰੁਕ ਜਾਣਗੇ, ਅਗਾਂਹ ਤੋਂ ਡਰਨਗੇ ਵੀ ਜੇ ਅਸੀਂ ਇਹੋ ਜਿਹਾ ਪਾਪ ਕੀਤਾ ਫਿਰ ਸਾਨੂੰ ਸਜ਼ਾ ਮਿਲੇਗੀ। ਨਾਹੇ ਤਾਂ ਕਰੇ ਸਭਨ ਅਪਕਾਰਾ। ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਦੁਖੀ ਕਰਨਗੇ ਇਹ ਲੋਕ। ਦੇਹ ਪੂਜਾ ਕੋ ਕਸ਼ਟ ਪਾਰਾ। ਇਸ ਕਰਕੇ ਮਹਾਰਾਜ ਇਹ ਪ੍ਰਜਾ ਨੂੰ ਕਸ਼ਟ ਦੇਣਗੇ। ਤਾਂ ਮੈਂ ਬੇਨਤੀ ਕਰਦਾ ਮਹਾਰਾਜ, ਠੀਕ ਹੈ ਤੁਹਾਡਾ ਸੁਭਾਅ ਕਿਰਪਾਲੂ ਦਿਆਲੂ ਹੈ, ਪਰ ਇਹਨਾਂ ਨੂੰ ਮਾਫ ਨਾ ਕੀਤਾ ਜਾਵੇ ਜੀ। ਦੰਡ ਤਾਸਤੇ ਆਪਨ ਮਰਿਆਦਾ। ਮਹਾਰਾਜ ਇਹ ਜਿਹੜੀ ਮਰਿਆਦਾ ਨਾ, ਦੰਡ ਦੇ ਸਜ਼ਾ ਦੇ ਡਰ ਕਰਕੇ ਲੋਕ ਮਰਿਆਦਾ ਵਿੱਚ ਰਹਿਣਗੇ, ਨਹੀਂ ਤੇ ਸਭ ਮਰਿਆਦਾ ਛੱਡ ਦਿੰਦੇ ਹਨ। ਰੁਕੇ ਰਹੇ ਨਹਿ ਲਹੇ ਬਿਸਾਦਾ। ਕੋਈ ਫਿਰ ਇਹ ਝਗੜਾ ਖੜਾ ਨਾ ਕਰਨਗੇ, ਡਰਦੇ ਮਾਰੇ ਰੁਕੇ ਰਹਿਣਗੇ ਮਰਿਆਦਾ ਦੇ ਅੰਦਰ ਹੀ। ਕਿਉ ਤੁਮ ਦੁਸ਼ਟ ਅਵਗਿਆ ਸੋ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੁਸ਼ਟਾਂ ਦੀ ਅਵਗਿਆ ਤੁਸੀਂ ਕੀ ਕਰਨ ਨੂੰ ਜਾਂਦੇ ਜੇ? ਆਣ ਕੇ ਅਵਗਿਆ ਕਰਦੇ ਆ, ਹੇਠੀ ਕਰਦੇ ਆ, ਤੁਹਾਡਾ ਸਮਾਨ ਲੈ ਗਏ ਤੇ ਤੁਸੀਂ ਜਾਂਦੇ, ਫਿਰ ਇਹਨਾਂ ਨੂੰ ਮਾਫ ਕਿਉਂ ਕਰਦੇ ਹੋ ਜੇ? ਅਬ ਹੈ ਪ੍ਰਭੂ ਮੋਹਿ ਸੋ ਕਹੋ। ਮਹਾਰਾਜ ਦੱਸੋ ਫਿਰ ਮੈਂ ਕੀ ਕਰਾਂ? ਮੈਂ ਕੁਝ ਗਲਤ ਆਖਿਆ? ਦੱਸੋ ਮੈਨੂੰ ਕੀ ਕਰਨਾ ਚਾਹੀਦਾ ਹੈ? ਨਿਜ ਸਿੱਖ ਤੇ ਸੁਨ ਕਰਿਮ ਬੈਨ। ਇਹ ਤਾਂ ਪਿਆਰੇ ਸਿੱਖ ਤੋਂ ਭਾਈ ਮੱਖਣ ਸ਼ਾਹ ਤੋਂ ਸਾਧ ਸੰਗਤ, ਜਿਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਰੀਆਂ ਗੱਲਾਂ ਸੁਣੀਆਂ ਤਾਂ ਕਿਰਪਾ ਦ੍ਰਿਸ਼ਟ ਜੋਤ ਸੁੰਦਰ ਨੈਣ। ਕਹਿੰਦੇ ਕਿਰਪਾ ਦ੍ਰਿਸ਼ਟੀ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਨੇਤਰ, ਜਿਨ੍ਹਾਂ ਵਿੱਚ ਕਿਰਪਾ ਭਰੀ ਹੈ, ਉਹਦੇ ਨਾਲ ਮਹਾਰਾਜ ਜੀ ਨੇ ਦੇਖਿਆ ਮੱਖਣ ਸ਼ਾਹ ਨੂੰ। ਧੀਰ ਮਲ ਕੀ ਵਸਤਾ ਢਾਵਨ। ਮਹਾਰਾਜ ਨੇ ਆਖਿਆ ਭਾਈ ਧੀਰ ਮਲ ਦੀਆਂ ਜਿੰਨੀਆਂ ਵੀ ਵਸਤੂਆਂ ਨੇ ਅਸੀਂ ਇਹੀ ਕਹਿੰਦੇ ਉਹਨੂੰ ਵਾਪਸ ਕਰ ਦਿਓ ਸਾਰੀਆਂ। ਸਰਬ ਦਰਬ ਕੋ ਤਿਸੈ ਦਿਵਾਵਨ। ਇਹ ਸਾਰਾ ਧਨ ਜਿੰਨਾ ਲਿਆਂਦਾ ਤੁਸੀਂ ਸਾਰਾ ਵਾਪਸ ਦੇ ਦਿਓ ਉਸ ਨੂੰ। ਕਿਰਪਾ ਨਿਧਾਨ ਆਪਨ ਬਿਰ ਭਰਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਣਾ ਜਿਹੜਾ ਆਸ਼ਾ ਸੀ ਸਾਧ ਸੰਗਤ ਜੀ ਉਹਨਾਂ ਦੇ ਹਿਰਦੇ ਦਾ, ਕਹਿਓ ਚਹਿਤ ਸ਼ੁਭ ਮਤ ਦਰਸਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹੀ ਫੇਰ ਆਪਣੇ ਮਨ ਦਾ ਆਸ਼ਾ ਦੱਸਦੇ ਹਨ ਭਾਈ ਮੱਖਣ ਸ਼ਾਹ ਨੂੰ। ਦੋਹਰਾ ਸਤਗੁਣ ਸਗਲੇ ਗਿਆਨ ਜੁਤ ਰਿਤਾ ਸਦਨ ਜਨ ਕੇਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਦੀ ਸ਼ੁਭ ਗੁਣਾਂ ਦੇ ਮਾਲਕ। ਇਉਂ ਗਿਆਨ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਰਸ ਰਹਿੰਦਾ ਤੇ ਜਿਨ੍ਹਾਂ ਦਾ ਸਾਧ ਸੰਗਤ ਜੀ ਹਿਰਦਾ ਹੀ ਸ਼ੁਭ ਗੁਣਾਂ ਦਾ ਘਰ ਬਣਿਆ ਹੋਇਆ ਹੈ। ਸਿੱਖ ਕੋ ਕਰਨ ਨਿਹਾਲ ਪੁਨ ਬੋਲੇ ਸਤਿਗੁਰ ਫੇਰ। ਆਪਣੇ ਸਿੱਖ ਨੂੰ ਨਿਹਾਲ ਕਰਨ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਫੇਰ ਇਸ ਤਰ੍ਹਾਂ ਬੋਲੇ ਹਨ ਜੀ। ਦੋਹਰਾ ਭੋ ਮੱਖਣ ਸਿੱਖ ਕਾਨ ਦੇ ਸੁਣੋ। ਆਖਿਆ ਹੇ ਪਿਆਰੇ ਮੱਖਣ ਸ਼ਾਹ ਸਿੱਖ, ਕੰਨ ਦੇ ਕੇ ਸੁਣ ਹੁਣ ਸਾਡੇ ਬਚਨ ਨੂੰ। ਵਿਕਾਰ ਜੇ ਬ੍ਰਿੰਦ। ਸੋ ਜਿੰਨੇ ਵੀ ਵਿਕਾਰ ਹਨ ਉਪਜਤ ਹੈ ਨਰ ਕੇ ਹਿਰਦੈ। ਸੋ ਇਹ ਹਿਰਦੇ ਦੇ ਵਿੱਚ ਜਦੋਂ ਪੈਦਾ ਹੁੰਦੇ ਆ ਜਿੰਨੇ ਵਿਕਾਰ ਨੇ, ਮੱਖਣ ਸ਼ਾਹ ਸੁਣ, ਜਦੋਂ ਮਨੁੱਖ ਦੇ ਹਿਰਦੇ 'ਚ ਪੈਦਾ ਹੁੰਦੇ ਹਨ ਤਾਂ ਸੰਕਟ ਦੇਤ ਬਿਲੰਦ। ਇਹ ਫਿਰ ਮਨੁੱਖ ਨੂੰ ਜਿਸ ਦੇ ਹਿਰਦੇ ਵਿੱਚ ਵਿਕਾਰ ਪੈਦਾ ਹੋ ਜਾਣ ਉਸ ਨੂੰ ਬਹੁਤ ਦੁੱਖ ਦਿੰਦੇ, ਸੰਕਟ ਦਿੰਦੇ ਹਨ। ਚੌਪਈ ਸੁਖ ਕੋ ਚਾਹਤ ਜਿਨਹੁ ਕਰਤ ਹੈ। ਇਹਨਾਂ ਵਿਕਾਰਾਂ ਨੂੰ ਮੰਨਦਾ ਹੋਇਆ ਬੰਦਾ ਐਵੇਂ ਸੋਚਦਾ ਵੀ ਸ਼ਾਇਦ ਮੈਂ ਸੁਖ ਲੈ ਰਿਹਾ, ਆਨੰਦ ਲੈ ਰਿਹਾ ਹਾਂ। ਦਿਨ ਹੀ ਤੇ ਬੜ ਕਸ਼ਟ ਪਰਤ ਹੈ। ਅਸਲ ਵਿੱਚ ਇਹਨਾਂ ਵਿਕਾਰਾਂ ਕਰਕੇ ਫਿਰ ਬਹੁਤਾ ਵੱਡਾ ਦੁੱਖ ਤੇ ਬਹੁਤਾ ਕਸ਼ਟ ਪੈਂਦਾ ਬੰਦੇ ਉੱਤੇ। ਅੱਜ ਤਿੰਦਰੀ ਜਬ ਪਿਖੇ ਨਾ ਸੁਣ ਹੈ। ਸੋ ਜਿਹੜਾ ਇਹੋ ਜਿਹਾ ਬੰਦਾ ਹੁੰਦਾ ਜਿਹਨੇ ਆਪਣੇ ਗਿਆਨ ਇੰਦਰੀਆਂ ਨੂੰ ਜਿੱਤਿਆ ਨਹੀਂ ਹੁੰਦਾ, ਜਿਹੜਾ ਇਹਨਾਂ ਦੇ ਵਸ ਪਿਆ ਵਿਕਾਰਾਂ ਦੇ, ਉਹ ਜਦੋਂ ਕੁਝ ਇਹੋ ਜਿਹੀਆਂ ਵਿਕਾਰੀ ਗੱਲਾਂ ਦੇਖਦਾ ਤੇ ਸੁਣਦਾ ਹੈ। ਕਾਮ ਪਾਵਤ ਔਰ ਤਤ ਛਿਨ ਮੈਂ। ਕਹਿੰਦੇ ਨੇ ਫਿਰ ਉਹ ਪਰਾਏ ਤਨ ਨੂੰ ਦੇਖ ਕੇ ਉਹਦੇ ਮਨ ਵਿੱਚ ਉਹ ਮੰਦ ਫੁਰਨੇ ਫੁਰਦੇ ਹਨ ਵਿਕਾਰੀ ਬੰਦੇ ਦੇ। ਤਰੇ ਕੋ ਚੈਨ ਕਰਤ ਹੈ ਕਾਮ। ਤੇ ਜਦੋਂ ਇਦਾਂ ਦੀ ਕਾਮਨਾ ਕਰਦਾ ਭਈ ਪਰਾਇਆ ਤਨ ਮੈਨੂੰ ਪ੍ਰਾਪਤ ਹੋ ਜਾਵੇ। ਸਕਲ ਚਾਹ ਸੋ ਵੀ ਲੱਖ ਨਾਮ। ਕਹਿੰਦੇ ਨੇ ਫਿਰ ਹੋਰ ਜਿੰਨੀਆਂ ਮਨ ਦੀਆਂ ਇਸੇ ਤਰ੍ਹਾਂ ਵਿਕਾਰੀ ਬੰਦੇ ਦੀਆਂ ਇੱਛਾ ਨੇ, ਉਹਨਾਂ ਦਾ ਨਾਮ ਹੀ ਕਾਮਨਾ ਹੀ ਹੈ। ਭਾਈ ਮੱਖਣ ਸ਼ਾਹ ਸੁਣ ਤੂੰ, ਇਸ ਕਰਕੇ ਕਾਮਨਾਵਾਂ ਨੂੰ ਮਨ ਚੋਂ ਖਤਮ ਕਰਨਾ ਚਾਹੀਦਾ ਹੈ। ਧਨ ਇਸਤਰੀ ਤੇ ਆਦ ਪਦਾਰਥ। ਕਹਿੰਦੇ ਨੇ ਉਹ ਪਰ ਤਨ ਤੇ ਪਰ ਧਨ ਆਦਿਕ ਜਿੰਨੇ ਪਦਾਰਥ ਹਨ, ਲੋਭੀ ਬੰਦਾ ਜਦੋਂ ਉਹਨਾਂ ਨੂੰ ਪ੍ਰਾਪਤ ਕਰਨ ਦੀ ਕਾਮਨਾ ਕਰਦਾ ਹੈ ਤਾਂ ਵੇਖ ਸੁਣ ਲੈ ਬੇ ਚਾਹਤ ਸਰਾਪਤ। ਜਦੋਂ ਸੁਣ ਲੈਂਦਾ ਜਾਂ ਦੇਖ ਲੈਂਦਾ ਤੇ ਫਿਰ ਉਹਦੇ ਮਨ 'ਚ ਕਾਮਨਾ ਉਪਜਦੀ ਵੀ ਮੈਂ ਪੈਦਾ ਕਰਾਂ, ਇਹ ਸਾਰਾ ਕੁਝ ਪ੍ਰਾਪਤ ਕਰਾਂ। ਜਬ ਹੈ ਲੈਨ ਹਿਤ ਕਾਮ ਉਠਾਵਾ। ਕਹਿੰਦੇ ਜਦੋਂ ਇਹ ਆਪਣੇ ਮਨ ਦੀ ਕਾਮਨਾ ਪੂਰੀ ਕਰਨੀ ਚਾਹੁੰਦਾ ਹੈ ਤਾਂ ਤੇ ਪ੍ਰਤਬੰਧਕ ਜੋ ਦਰਸਾਵਾ। ਤੇ ਜੇ ਕੋਈ ਉਹਦੀ ਕਾਮਨਾ ਪੂਰੀ ਹੋਣ ਵਿੱਚ ਰੁਕਾਵਟ ਬਣ ਜਾਵੇ ਤਾਂ ਤਬ ਹੈ ਕ੍ਰੋਧ ਮਨ ਮਾਹੇ ਉਪਾਵੇ। ਉਸ ਉੱਤੇ ਫਿਰ ਉਹਨੂੰ ਬਹੁਤ ਕ੍ਰੋਧ ਆਉਂਦਾ
ਆਉਂਦਾ ਇਹੋ ਜਿਹੇ ਵਕਾਰੀ ਬੰਦੇ ਨੂੰ, ਜਦੋਂ ਆਪਣੇ ਮਨ ਦੀ ਕਾਮਨਾ ਪੂਰੀ ਕਰਨੀ ਚਾਹੇ, ਜੇ ਕੋਈ ਰੁਕਾਵਟ ਬਣੇ ਤੇ ਰੋਕਣ ਵਾਲੇ ਉੱਤੇ ਬੜਾ ਕ੍ਰੋਧ ਆਉਂਦਾ ਹੈ ਇਹੋ ਜਿਹੇ ਵਕਾਰੀ ਪੁਰਸ਼ ਨੂੰ। ਕਿਰਤਾ ਕ੍ਰਿਤ ਨਾ ਪੁੰਨ ਚਿਤ ਆਵੇ, ਕਹਿੰਦੇ ਉਸ ਵੇਲੇ ਚੰਗਾ ਮਾੜਾ ਪਾਪ ਪੁੰਨ ਕੁਝ ਵੀ ਵਿਚਾਰ ਵਿੱਚ ਨਹੀਂ ਆਉਂਦਾ ਜਦੋਂ ਬੰਦਾ ਰੁੜਿਆ ਹੁੰਦਾ ਕਾਮ ਦੀ ਨਦੀ ਵਿੱਚ। ਹੋਏ ਕ੍ਰੋਧ ਬਸ ਕਰਤ ਕੋ ਕਰਮ, ਕਹਿੰਦੇ ਫਿਰ ਬੰਦੇ ਨੂੰ ਉਹਦਾ ਗੁੱਸਾ ਤੇ ਕ੍ਰੋਧ ਵਿੱਚ ਫਸਿਆ ਹੋਇਆ ਬੰਦਾ ਬੜੇ ਪਾਪ ਕਰਦਾ ਹੈ। ਬੁੱਧ ਸਭ ਨਾਸੈ ਤਿਆਗੈ ਧਰਮ, ਕਹਿੰਦੇ ਉਹ ਕ੍ਰੋਧੀ ਬੰਦੇ ਦੀ ਬੁੱਧ ਮੱਤ ਮਾਰੀ ਜਾਂਦੀ ਹੈ, ਬੁੱਧ ਨਾਸ ਹੋ ਜਾਂਦੀ ਤੇ ਧਰਮ ਵੀ ਛੱਡ ਦਿੰਦਾ, ਉਹਨੂੰ ਆਪਣੇ ਧਰਮ ਦਾ ਚੇਤਾ ਹੀ ਨਹੀਂ ਰਹਿੰਦਾ ਕ੍ਰੋਧੀ ਬੰਦੇ ਨੂੰ। ਜਬ ਨਰ ਕੋ ਉਰ ਕ੍ਰੋਧ ਉਪਾਏ, ਮਹਾਰਾਜ ਨੇ ਆਖਿਆ ਜਦੋਂ ਬੰਦੇ ਦੇ ਹਿਰਦੇ ਵਿੱਚ ਕ੍ਰੋਧ ਬਹੁਤਾ ਪ੍ਰਬਲ ਹੁੰਦਾ ਹੈ ਤਾਂ ਉਹ ਅਸ ਪਾਪ ਜੋ ਕਰ ਨਾ ਸਕਾਏ, ਕਹਿੰਦੇ ਜਿਹੜਾ ਪਾਪ ਨਹੀਂ ਕਰਨਾ ਬਿਲਕੁਲ ਗੁੱਸੇ ਵਿੱਚ ਆਇਆ ਬੰਦਾ ਉਹ ਵੀ ਫਟਾਫਟ ਕਰ ਦੇਵੇਗਾ। ਮਾਤ ਪਿਤਾ ਗੁਰਦੇਵ ਮਹਾਨੇ, ਕਹਿੰਦੇ ਮਾਤਾ ਪਿਤਾ ਸਤਿਕਾਰਯੋਗ ਹੁੰਦੇ ਆ। ਗੁਰਦੇਵ ਜਿਹੜੇ ਨੇ ਗੁਰੂ ਸਾਹਿਬ ਸਤਿਗੁਰੂ ਜੀ ਉਹ ਬਹੁਤ ਹੀ ਅਤਿਅੰਤ ਸਤਿਕਾਰਯੋਗ ਨੇ। ਕਰਤਾ ਵਗਿਆ ਕਛੂ ਨਾ ਜਾਣੈ, ਪਰ ਕਹਿੰਦੇ ਕ੍ਰੋਧੀ ਬੰਦਾ ਮਾਤਾ ਪਿਤਾ ਦੀ ਵੀ ਅਵਗਿਆ ਕਰ ਦਿੰਦਾ, ਮਾਂ ਨੂੰ ਵੀ ਕੌੜਾ ਬੋਲ ਦੇਵੇਗਾ, ਪਿਤਾ ਦੇ ਅੱਗੇ ਵੀ ਫਿਰ ਹੱਥ ਚੁੱਕ ਲੈਂਦਾ। ਕਹਿੰਦੇ ਗੁਰੂ ਦੇ ਅੱਗੇ ਵੀ ਫਿਰ ਉਹ ਇਹੋ ਜਿਹਾ ਕੋਈ ਕਰਮ ਕਰਨ ਲੱਗਾ ਸੰਗਦਾ ਨਹੀਂ ਕ੍ਰੋਧੀ ਜਿਹੜਾ ਬੰਦਾ ਹੈ। ਜੋ ਹੈ ਅਬਦ ਬਦੇ ਤਿਨ ਤਾਈ, ਕਹਿੰਦੇ ਨੇ ਜਿਹੜੇ ਨਹੀਂ ਕਰਨ ਵਾਲੇ ਕੰਮ ਉਹ ਵੀ ਕਰ ਦੇਵੇਗਾ, ਇੱਥੋਂ ਤੱਕ ਵੀ ਬੰਦਾ ਵੀ ਮਾਰਨਾ ਪਵੇ ਕ੍ਰੋਧੀ ਨੂੰ ਤੇ ਗੁੱਸੇ ਵਿੱਚ ਆਇਆ ਝੱਟ ਮਾਰ ਦੇਵੇਗਾ। ਨਿਸ਼ਠੁਰ ਬਾਗ ਕਹੇ ਸਮੁਦਾਈ, ਸਾਰੇ ਦੇ ਤਾਂ ਹੀ ਕੌੜੇ ਫਿੱਕੇ ਵਚਨ ਬੋਲਦਾ ਗੁੱਸੇ ਵਿੱਚ ਆਇਆ ਹੋਇਆ। ਜੇ ਕ੍ਰੋਧ ਅਪਰ ਕਿਆ ਕਹਿ ਨੋ, ਮਹਾਰਾਜ ਨੇ ਆਖਿਆ ਕ੍ਰੋਧ ਵੀ ਏਡਾ ਭੈੜਾ ਵਕਾਰ ਹੈ ਵੀ ਜਦੋਂ ਇਹ ਪੈਦਾ ਹੁੰਦਾ ਕੀ ਕਹਿਣਾ ਇਹਦੇ ਬਾਬਤ। ਪ੍ਰਾਨ ਬਿਨਾ ਸਹਿ ਜਾਏ ਨਾ ਸਹਿਨੋ, ਕਹਿੰਦੇ ਨੇ ਪ੍ਰਾਣ ਚਲੇ ਜਾਣ ਭਾਵੇਂ ਜਾਂ ਕਿਸੇ ਦੀ ਜਾਨ ਲੈ ਲੈਂਦਾ ਕ੍ਰੋਧੀ ਬੰਦਾ, ਜਾਂ ਆਪਣੀ ਜਾਨ ਦੇ ਦੇਵੇਗਾ, ਪਰ ਕ੍ਰੋਧ ਜਿਹੜਾ ਇਹਨੂੰ ਨਹੀਂ ਜਾ ਸਕਦਾ। ਉਹ ਆਨ ਸਮਾਨ ਨਾ ਪ੍ਰਾਨ ਹਾਨ ਕਹਿ, ਮਹਾਰਾਜ ਨੇ ਆਖਿਆ ਕਿਸੇ ਦੀ ਜਾਨ ਲੈ ਲੈਣੀ, ਕਿਸੇ ਨੂੰ ਮਾਰ ਦੇਣਾ, ਇਹਦੋਂ ਵੱਡਾ ਕੋਈ ਪਾਪ ਨਹੀਂ ਹੈ। ਸੋ ਵੀ ਕਰਿਆ ਜਾਨ ਜਾਣ ਕਹਿ, ਗੁੱਸੇ ਵਿੱਚ ਆਇਆ ਬੰਦਾ ਕ੍ਰੋਧੀ ਜਿਹੜਾ ਕਹਿੰਦੇ ਨੇ ਉਹ ਫਿਰ ਅਣਜਾਣਪੁਣੇ ਵਿੱਚ ਇਹ ਕਰ ਦਿੰਦਾ ਏਦਾਂ ਦਾ ਪਾਪ ਵੀ, ਭਾਵੇਂ ਉਦੋਂ ਉਹਨੂੰ ਦਿਸ ਰਿਹਾ ਹੁੰਦਾ ਜਾਣਦਾ ਵੀ ਇਹ ਪਾਪ ਹੈ, ਪਰ ਉਸ ਵੇਲੇ ਕ੍ਰੋਧ ਉਹਦੇ ਉੱਤੇ ਭਾਰੀ ਹੋਣ ਕਰਕੇ ਅਣਜਾਣ ਹੀ ਬਣਿਆ ਰਹਿੰਦਾ। ਉਹ ਜੇ ਕ੍ਰੋਧਤ ਹੋਏ ਬਸ ਨਾ ਚਲੇ, ਕਹਿੰਦੇ ਨੇ ਜੇ ਗੁੱਸੇ ਵਿੱਚ ਆ ਜਾਵੇ ਬੰਦਾ ਪਰ ਉਹਦਾ ਬਸ ਨਾ ਚੱਲੇ ਕਿਸੇ ਉੱਤੇ ਤਾਂ ਔਰ ਮੈਂ ਤਪਤੈ ਕਾਮ ਨਾ ਮਿਲੇ, ਕਹਿੰਦੇ ਨੇ ਫਿਰ ਆਪਣੇ ਹਿਰਦੇ ਵਿੱਚ ਹੀ ਤਪੀ ਜਾਂਦਾ, ਖਿਜੀ ਜਾਂਦਾ, ਕ੍ਰੋਧ ਕਰੀ ਜਾਵੇਗਾ ਅੰਦਰੇ ਅੰਦਰ ਜੇ ਕਿਸੇ ਉੱਤੇ ਬਸ ਨਾ ਚੱਲੇ ਤਾਂ। ਤੇ ਦੁੱਖ ਤੇ ਨਹਿ ਕਰੇ ਆਹਾਰਾ, ਐਸਾ ਕ੍ਰੋਧੀ ਬੰਦਾ ਕਹਿੰਦੇ ਅੰਦਰੇ ਅੰਦਰ ਇੰਨਾ ਸੜਦਾ ਵੀ ਰੋਟੀ ਨੂੰ ਉਹਦਾ ਜੀ ਨਾ ਕਰੇਗਾ, ਪ੍ਰਸ਼ਾਦਾ ਵੀ ਨਹੀਂ ਛਕਦਾ। ਉਹ ਨਿਸਮੈ ਨੀਂਦ ਨਾ ਪਾਏ ਦੁਖਾਰਾ, ਜਦੋਂ ਰਾਤ ਨੂੰ ਸੌਵੇਗਾ ਤੇ ਅੰਦਰ ਹਿਰਦਾ ਤਪਦਾ ਹੋਣ ਕਰਕੇ ਨੀਂਦ ਵੀ ਨਹੀਂ ਆਉਂਦੀ ਐਸੇ ਵਕਾਰੀ ਬੰਦੇ ਨੂੰ। ਦਿਵਸ ਜਾਮਨੀ ਇਮ ਤਪਤਾਵੇ, ਕਹਿੰਦੇ ਦਿਨੇ ਰਾਤ ਏਦਾਂ ਕ੍ਰੋਧੀ ਅੱਗ ਵਿੱਚ ਸੜਦਾ ਰਹਿੰਦਾ ਉਹ ਤਾਂ। ਅਨਗ ਭਾਂਤ ਸੰਕਲਪ ਉਠਾਵੇ, ਬਹੁਤ ਭਾਂਤਾਂ ਦੇ ਕਈਆਂ ਤਰੀਕਿਆਂ ਦੇ ਸੰਕਲਪ ਮਨ ਵਿੱਚ ਉੱਠਦੇ ਉਸਦੇ, ਗਿਣਤੀ ਗਿਨੇ ਨਾ ਔਰ ਕੇ ਆਵੇ, ਕਹਿੰਦੇ ਗਿਣਤੀਆਂ ਮਿਣਤੀਆਂ 'ਚ ਪਿਆ ਰਹਿੰਦਾ ਕ੍ਰੋਧੀ ਬੰਦਾ ਵੀ ਕਿਵੇਂ ਸਜ਼ਾ ਦੇਵਾਂ, ਕਿਵੇਂ ਮੇਰਾ ਦਾਲ ਚੱਲੇ। ਕਹਿੰਦੇ ਨੇ ਕੋਈ ਓੜਖ ਹੀ ਨਹੀਂ, ਕਿੰਨੇ ਕੁ ਸੰਕਲਪ ਉਹਦੇ ਮਨ ਵਿੱਚ ਆਉਂਦੇ ਹਨ ਭੈੜੇ ਭੈੜੇ। ਏਵ ਕਸ਼ਟ ਮੈਂ ਬੈਸ ਬਿਤਾਵੇ, ਕਹਿੰਦੇ ਕ੍ਰੋਧੀ ਬੰਦੇ ਵਕਾਰੀ ਬੰਦੇ ਸਾਰੀ ਉਮਰ ਇਸੇ ਤਰ੍ਹਾਂ ਦੁੱਖ ਵਿੱਚ ਹੀ ਬਤੀਤ ਕਰ ਦਿੰਦੇ, ਇਸੇ ਤ੍ਰਿਸ਼ਨਾ ਦੀ, ਕ੍ਰੋਧ ਦੀ, ਈਰਖਾ ਦੀ ਅੱਗ ਵਿੱਚ ਸੜਦੇ ਹੋਏ ਹੀ। ਮਤ ਸਰ ਮਹਿਤ ਸੂਇਆ ਧਾਰੈ, ਕਹਿੰਦੇ ਨੇ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ ਤੇ ਈਰਖਾ ਕਰਦਿਆਂ ਹੋਇਆਂ, ਨਿੰਦਿਆ ਕਰਦਿਆਂ ਹੋਇਆਂ ਜੀਵਨ ਬਤੀਤ ਕਰਦੇ ਹਨ। ਇਤਿਆਦ ਕਿਉ ਉਪਜਾਏ ਬਿਕਾਰ ਹੈ, ਇਤਿਆਦਿਕ ਜਿਹੜੇ ਜਿਹੜੇ ਵਕਾਰ ਹਨ ਜਦੋਂ ਹਿਰਦੇ 'ਚ ਪੈਦਾ ਹੁੰਦੇ ਹਨ ਤਾਂ ਜਾਂਦੇ ਕਾਮ ਮੂਲ ਮਨ ਜਾਣ, ਇਸ ਕਰਕੇ ਆਖਿਆ ਜਿੰਨੀਆਂ ਕਾਮਨਾਵਾਂ ਨੇ ਭਾਈ ਮੱਖਣ ਸ਼ਾਹ ਇਹ ਹੀ ਮੂਲ ਮੁੱਢ ਜਾਣ ਲਾ ਸਾਰੇ ਦੁੱਖਾਂ ਦਾ। ਅਪਰ ਵਿਕਾਰ ਕਾਂਡ ਫਲ ਮਾਨ, ਜਿਹੜੇ ਇਹ ਜਿਹੜੀ ਮਨ ਦੀ ਕਾਮਨਾ ਜਾਂ ਕਾਮ ਵਿਕਾਰ ਹੈ ਇਹ ਸਾਰਿਆਂ ਦਾ ਮੁੱਢ ਹੈ, ਤੇ ਜਿਹੜੇ ਬਾਕੀ ਵਿਕਾਰ ਨੇ ਉਹ ਸਮਝ ਲਾ ਵੀ ਇਹ ਫਲ ਲੱਗੇ ਹੋਏ ਨੇ ਟਹਿਣੀ ਨੂੰ। ਜਿਹੜਾ ਮੁੱਢ ਹੈ ਅਸਲ ਵਿੱਚ ਮੁੱਢ ਹਰਿਆ ਭਰਿਆ ਹੋਵੇ ਤੇ ਤਾਂ ਹੀ ਉੱਪਰ ਫਲ ਲੱਗਦੇ ਹਨ, ਬਾਕੀਆਂ ਨੂੰ ਫਲ ਜਾਣ ਤੇ ਮੁੱਢ ਜਾਣ ਤੂੰ ਕਾਮਨਾ ਨੂੰ। ਜਬ ਹੈ ਮੂਲ ਕੋ ਦੇਹ ਉਹ ਖੇਰ, ਮਹਾਰਾਜ ਨੇ ਆਖਿਆ ਜਦੋਂ ਕੋਈ ਮੋਢੀ ਪੁੱਟ ਦੇਵੇ ਤੇ ਜਿਹੜੇ ਉੱਪਰ ਫਲ ਤੇ ਫੁੱਲ ਲੱਗੇ ਹੁੰਦੇ ਹਨ ਦਰਖਤ ਨੂੰ, ਸ਼ਾਖਾ ਪੱਤਰ ਨਾ ਫਲ ਵੈ ਫਿਰ ਉਸ ਦਰਖਤ ਨੂੰ ਕਦੇ ਵਾਸਤੇ ਫਲ ਤੇ ਫੁੱਲ ਨਹੀਂ ਲੱਗਦੇ, ਕਦੇ ਪੱਤਰ ਨਹੀਂ ਲੱਗਦੇ, ਜਿਸ ਦਾ ਮੁੱਢ ਪੁੱਟ ਦਿੱਤਾ ਜਾਵੇ। ਇਹ ਕਾਮ ਜਿਹੜਾ ਸਾਰੇ ਵਿਕਾਰਾਂ ਦਾ ਮੁੱਢ ਹੈ, ਜਦੋਂ ਇਸ ਕਾਮਨਾ ਮੰਦੀ ਨੂੰ ਮਾਰ ਦਿੱਤਾ ਜਾਵੇ ਬਾਕੀ ਵਿਕਾਰ ਆਪੇ ਹੀ ਮਰ ਜਾਂਦੇ ਹਨ। ਐਵੇਂ ਅਵਗੁਣ ਉਰਤੇ ਪਰ ਹਰੈ, ਇਸ ਤਰ੍ਹਾਂ ਆਪਣੇ ਹਿਰਦੇ ਵਿੱਚੋਂ ਅਵਗੁਣਾਂ ਨੂੰ ਦੂਰ ਕਰਨਾ ਚਾਹੀਦਾ ਭਾਈ ਮੱਖਣ ਸ਼ਾਹ। ਸਤਿਗੁਣ ਆਨ ਪ੍ਰਵੇਸ਼ਨ ਕਰੈ, ਜੇ ਕੋਈ ਬੰਦਾ ਇਹਨਾਂ ਵਿਕਾਰਾਂ ਤੋਂ ਬਚ ਜਾਵੇ ਚੰਗੇ ਗੁਣ ਉਹਦੇ ਹਿਰਦੇ ਵਿੱਚ ਆਪਣੇ ਆਪ ਹੀ ਆਣ ਕੇ ਪ੍ਰਵੇਸ਼ ਕਰਦੇ ਹਨ। ਕਰਨੀ ਸ਼ਿਮਾ ਮਹਾ ਤਪ ਜਾਨ, ਇਹ ਜਿਹੜਾ ਮਾਫ ਕਰ ਦੇਣਾ ਨਾ ਸ਼ਿਮਾ ਤੋਂ ਕਹਿੰਦਾ ਨੀਤੀ ਕਹਿੰਦੀ ਹੈ ਨਹੀਂ ਕਰਨਾ ਚਾਹੀਦਾ, ਨੀਤੀਵਾਨ ਪੁਰਸ਼ਾਂ ਦਾ ਕਹਿਣਾ ਹੈ। ਮਹਾਰਾਜ ਨੇ ਆਖਿਆ ਨਹੀਂ, ਖਿਮਾ ਬਹੁਤ ਵੱਡਾ ਗੁਣ ਹੈ, ਮਾਫ ਕਰ ਦੇਣਾ ਜਿਹੜਾ ਇਹ ਬਹੁਤ ਵੱਡਾ ਗੁਣ ਹੈ, ਇਸ ਕਰਕੇ ਅਸੀਂ ਮਾਫ ਕਰਦੇ ਹਾਂ। ਕਬੀਰ ਸਾਹਿਬ ਨੇ ਸਾਧ ਸੰਗਤ ਜੀ ਬਚਨ ਕੀਤੇ ਅੰਮ੍ਰਿਤ ਬਾਣੀ ਵਿੱਚ, ਜਹਾਂ ਖਿਮਾ ਦਇਆ ਆਪ, ਕਹਿੰਦੇ ਜਿਹੜਾ ਮਾਫ ਕਰਨ ਦਾ ਹਿਰਦਾ ਰੱਖਦਾ ਨਾ
ਜਿਹੜਾ ਕਿਸੇ ਦੇ ਔਗਣ ਦੀ ਚਿਤਾਰਤਾ ਮਾਫ ਕਰ ਦਿੰਦਾ, ਕਹਿੰਦੇ ਸਮਝ ਲਓ ਉਹਦੇ ਹਿਰਦੇ 'ਚ ਰੱਬ ਆਪ ਹੀ ਵਸਦਾ ਹੈ। ਖਿਮਾ ਕਰਨ ਹੀ ਦੈਬੋ ਦਾਨ, ਕਹਿੰਦੇ ਮਾਫ ਕਰ ਦੇਣਾ ਸਭ ਤੋਂ ਵੱਡਾ ਦਾਨ ਹੈ। ਖਿਮਾ ਸਕਲ ਤੀਰਥ ਇਸ਼ਨਾਨ, ਜਿਹੜਾ ਖਿਮਾ ਕਰ ਦਿੰਦਾ ਕਿਸੇ ਨੂੰ ਸਮਝ ਲਓ ਸਾਰੇ ਤੀਰਥਾਂ ਦਾ ਇਸ਼ਨਾਨ ਉਸਨੇ ਕਰ ਲਿਆ ਜੀ। ਖਿਮਾ ਕਰਤ ਨਰ ਕੀ ਕਲਿਆਣ, ਇਦਾਂ ਜਿਹੜਾ ਖਿਮਾ ਕਰ ਦੇਵੇ ਉਹ ਖਿਮਾ ਕਰਨ ਵਾਲੇ ਦੀ ਕਲਿਆਣ ਹੋ ਜਾਂਦੀ ਹੈ। ਖਿਮਾ ਸਮਾਨ ਆਨ ਗੁਣ ਨਾਹੀ, ਮਹਾਰਾਜ ਨਾਵੇਂ ਪਾਤਸ਼ਾਹ ਨੇ ਆਖਿਆ ਮੱਖਣ ਸ਼ਾਹ ਖਿਮਾ ਵਰਗਾ ਹੋਰ ਕੋਈ ਗੁਣ ਨਹੀਂ ਹੈ। ਤੇ ਖਿਮਾ ਧਰੋ ਮਨ ਮਾਹੀ, ਇਸ ਕਰਕੇ ਜਿਹੜਾ ਖਿਮਾ ਦਾ ਗੁਣ ਹੈ ਆਪਣੇ ਮਨ ਵਿੱਚ ਧਾਰਨ ਕਰ ਤੂੰ। ਸਤ ਗੁਣ ਕੋ ਨਹਿ ਤਿਆਗਨ ਕੀਜੈ, ਜਿਹੜੇ ਚੰਗੇ ਗੁਣ ਨੇ ਇਹਨਾਂ ਨੂੰ ਤਿਆਗਣਾ ਨਹੀਂ ਚਾਹੀਦਾ ਕਦੇ ਵੀ ਚੰਗੇ ਬੰਦੇ ਨੂੰ। ਸਦਾ ਹਿਰਦੈ ਮੈਂ ਸਥਿਰ ਕੀਜੈ, ਸਦਾ ਆਪਣੇ ਹਿਰਦੇ ਵਿੱਚ ਇਹਨਾਂ ਨੂੰ ਟਿਕਾਉਣਾ ਚਾਹੀਦਾ, ਇਹਨਾਂ ਦਾ ਟਿਕਾਣਾ ਬਣਾਉਣਾ ਚਾਹੀਦਾ ਚੰਗੇ ਗੁਣਾਂ ਦਾ। ਦੋਹਰਾ ਇਸ ਪ੍ਰਕਾਰ ਜਦ ਸਤਿਗੁਰੂ ਮੱਖਣ ਕੋ ਬਹੁ ਬਾਰ, ਇਉਂ ਸਾਧ ਸੰਗਤ ਜੀ ਜਿਸ ਵੇਲੇ ਮੱਖਣ ਨੂੰ ਸਾਹਮਣੇ ਬਿਠਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਉਪਦੇਸ਼ ਦਿੱਤਾ ਹੈ ਤਾਂ ਧੀਰ ਮਲ ਕੀ ਵਸਤ ਸਭ ਫੇਰੋ ਕਰਤੋ ਚਾਰ, ਫਿਰ ਮਹਾਰਾਜ ਨੇ ਆਖਿਆ ਜਾ ਮੱਖਣ ਸ਼ਾਹ ਸਾਡਾ ਬਚਨਮਾਨ ਤੇ ਧੀਰ ਮਲ ਦੀਆਂ ਸਾਰੀਆਂ ਵਸਤੂਆਂ ਉਸ ਨੂੰ ਵਾਪਸ ਕਰਿਆ ਤੂੰ। ਚੌਪਈ ਮਾਤ ਨਾਨਕੀ ਤਬ ਚੱਲ ਆਈ, ਉਹਨੇ ਜਦ ਸਾਧ ਸੰਗਤ ਜੀ ਸਤਿਕਾਰਯੋਗ ਮਾਤਾ ਨਾਨਕੀ ਜੀ ਚੱਲ ਕੇ ਉੱਥੇ ਆ ਗਏ ਹਨ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਮੱਖਣ ਸ਼ਾਹ ਬੈਠੇ ਹੋਏ ਹਨ ਜੀ। ਇਸਕੇ ਹਿਰਦੇ ਅਦਕ ਰਸ ਛਾਈ, ਕਹਿੰਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਗੁੱਸਾ ਹੈ ਕਿਉਂਕਿ ਮਾਤਾ ਜੀ ਉੱਥੇ ਖੜੇ ਸਨ ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਸਮਝੋ ਬਚਾਅ ਹੋਇਆ। ਇਹ ਬਹਾਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਹੀ ਬਣਾ ਲਿਆ। ਮਾਤਾ ਜੀ ਦਾ ਕਰਕੇ ਸਾਧ ਸੰਗਤ ਜੀ ਦੂਜੀ ਗੋਲੀ ਨਹੀਂ ਸੀ ਸ਼ੀਆਂ ਮਸੰਦ ਨੇ ਚਲਾਈ ਤੇ ਮਾਤਾ ਜੀ ਨੇ ਵੇਖਿਆ ਸੀ ਅੱਖੀ ਸਾਧ ਸੰਗਤ ਜੀ ਜ਼ਖਮ ਹੋਇਆ ਮੱਥੇ ਦਾ, ਸਾਰਾ ਸਮਾਨ ਸ਼ੀਆਂ ਬੰਨ ਕੇ ਲੈ ਗਿਆ ਗੁਰੂ ਤੇਗ ਬਹਾਦਰ ਜੀ ਦਾ। ਇਸ ਕਰਕੇ ਮਾਤਾ ਜੀ ਨੂੰ ਗੁੱਸਾ ਹੈ। ਮਹਾਰਾਜ ਨਾਵੇਂ ਪਾਤਸ਼ਾਹ ਕਹਿ ਰਹੇ ਆ ਮੱਖਣ ਸ਼ਾਹ ਮੋੜਿਆ ਤੂੰ ਨਾ ਉਸ ਦਾ ਸਾਰਾ ਸਮਾਨ, ਸਾਡੇ ਵਾਲਾ ਵੀ ਦੇ ਆ ਉਹਦੇ ਵਾਲਾ ਵੀ ਦੇ ਆ। ਅਜੇ ਮੱਖਣ ਸ਼ਾਹ ਨੂੰ ਕਹਿ ਰਹੀ ਆ ਉਹਨੇ ਚਿਰ ਨੂੰ ਸਾਧ ਸੰਗਤ ਜੀ ਮਹਾਰਾਜ ਨਾਵੇਂ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਉੱਥੇ ਆ ਗਏ ਹਨ। ਧੀਰਮਲ ਕੀਨਸ ਅਪਰਾਧੂ, ਮਾਤਾ ਜੀ ਨੇ ਜਾਣਿਆ ਧੀਰਮਲ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ। ਜਿਸ ਕੋ ਹਿਤ ਚਹਿ ਪੁਨ ਇਹ ਸਾਧੂ, ਕਹਿਣ ਲੱਗੇ ਮੇਰੇ ਪੁੱਤਰ ਦਾ ਕਿਵੇਂ ਦਾ ਸਾਧੂ ਸੁਭਾਅ, ਐਡੇ ਵੱਡੇ ਪਾਪੀ ਬੰਦੇ ਦਾ ਵੀ ਇਹ ਭਲਾ ਹੀ ਸੋਚੀ ਜਾਂਦਾ ਹੈ। ਜੋਗ ਦੰਡ ਕੋ ਸ਼ਤਰੂ ਵਿਸਾਲਾ, ਕਹਿੰਦੇ ਉਹ ਤੇ ਵੈਰੀ ਹੈ, ਉਹਨੇ ਤੇ ਈਰਖਾ ਕੀਤੀ ਤੇ ਦੰਡ ਦੇਣਾ ਯੋਗ ਹੈ ਉਸ ਨੂੰ ਧੀਰਮਲ ਨੂੰ। ਜਵਾਲਾ ਬੰਮਣੀ ਹੱਥ ਤਿਸ ਕਾਲਾ, ਜਿਸ ਨੇ ਗੋਲੀ ਚਲਾ ਦਿੱਤੀ ਹੈ ਇਹਨਾਂ ਦੇ ਉੱਤੇ, ਦੱਸੋ ਇਹਨੂੰ ਵੱਡਾ ਅਪਰਾਧ ਹੋਰ ਕੀ ਕਰਨਾ ਹੈ। ਪ੍ਰਾਨ ਹਾਨ ਲਗ ਕੀਨ ਖੁਟਾਈ, ਇੰਨੀ ਖਟਿਆਈ ਵਾਲਾ ਕੰਮ ਕੀਤਾ ਵੀ ਮਹਾਰਾਜ ਜੀ ਦੇ ਪ੍ਰਾਣ ਲੈਣ ਦਾ ਯਤਨ ਕੀਤਾ, ਗੋਲੀ ਮਾਰੀ ਗਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਹਮ ਘਰ ਕੀ ਸਭ ਵਸਤ ਲੁਟਾਈ, ਫਿਰ ਮਾਤਾ ਜੀ ਸੋਚਦੇ ਨੇ ਸਾਡੇ ਘਰ ਦੀਆਂ ਸਾਰੀਆਂ ਵਸਤੂਆਂ ਵੀ ਚੁੱਕ ਕੇ ਲੈ ਗਏ, ਏਡਾ ਵੱਡਾ ਅਪਰਾਧ ਕੀਤਾ। ਹਿਮ ਅਸਮੰਜਸ ਲੱਖ ਕਰ ਆਈ, ਇਹ ਤਾਂ ਜਾਣ ਕੇ ਸਾਧ ਸੰਗਤ ਜੀ ਫਿਰ ਇਹ ਵਾਰਤਾ ਮਾਤਾ ਜੀ ਤਾਂ ਆਏ ਨੇ ਉੱਥੇ। ਮੱਖਣ ਸਹਿਤ ਉੱਠੀ ਅਗਵਾਈ, ਮਾਤਾ ਜੀ ਨੂੰ ਆਇਆ ਦੇਖ ਕੇ ਭਾਈ ਮੱਖਣ ਸ਼ਾਹ ਤੇ ਹੋਰ ਜਿਹੜੇ ਇਹਦੇ ਕੋਲ ਬੰਦੇ ਸਨ ਸਾਧ ਸੰਗਤ ਜੀ ਇਸੇ ਦੇ, ਉਹ ਸਾਰੇ ਮਾਤਾ ਜੀ ਦਾ ਸਤਿਕਾਰ ਕਰਨ ਵਾਸਤੇ ਉੱਠੇ ਹਨ। ਹੱਥ ਜੋੜ ਪਦ ਬੰਧਨ ਠਾਨੀ, ਜਦੋਂ ਮਾਤਾ ਜੀ ਕੋਲ ਆ ਗਏ ਤੇ ਹੱਥ ਜੋੜ ਕੇ ਮੱਥਾ ਟੇਕਿਆ ਭਾਈ ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਨੂੰ। ਬੈਠੀ ਮਾਤਾ ਪਰਮ ਸੋ ਸਿਆਣੀ, ਕਹਿੰਦੇ ਬਹੁਤ ਸਿਆਣੇ ਸਤਿਕਾਰਯੋਗ ਮਾਤਾ ਜੀ ਬੈਠ ਗਏ ਹਨ। ਸ੍ਰੀ ਗੁਰੂ ਪਿਖ ਕਹਿ ਤੂਸ਼ਨ ਰਹੇ, ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਜੀ ਨੂੰ ਆਇਆ ਦੇਖ ਕੇ ਚੁੱਪ ਕਰ ਗਏ ਹਨ। ਅਪਰ ਪੈ ਨਹੀਂ ਪਾਕ ਕਿਸ ਕਹੇ, ਕਹਿੰਦੇ ਕੋਈ ਵੀ ਨਾ ਬੋਲਿਆ, ਫਿਰ ਨਾ ਤਾਂ ਮੱਖਣ ਸ਼ਾਹ ਹੀ ਬੋਲਿਆ ਤੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਬਚਨ ਕੀਤਾ ਹੈ। ਦੀਰਘ ਸ਼ੀਤਲ ਸੁਆਸਨ ਲੀਨਸ, ਕਹਿੰਦੇ ਨੇ ਫਿਰ ਮਾਤਾ ਜੀ ਕੋਲ ਬੈਠੇ ਨੇ ਭਾਈ ਮੱਖਣ ਸ਼ਾਹ ਨੇ ਸਾਧ ਸੰਗਤ ਜੀ ਠੰਡਾ ਸਾਹ ਲਿਆ ਹੈ। ਜਲ ਪੁਰਪੁਲਤ ਬਿਲੋਚਨ ਕੀਨਸ, ਮਾਤਾ ਜੀ ਦੀਆਂ ਅੱਖਾਂ ਵਿੱਚ ਵੀ ਪਾਣੀ ਆਇਆ ਹੋਇਆ ਇਸ ਵੇਲੇ। ਉਹ ਮੱਖਣ ਸਿੱਖ ਸੁਣੀਏ ਬਾਤੀ, ਫਿਰ ਮਾਤਾ ਜੀ ਬੋਲੇ ਨੇ ਆਖਿਆ ਹੇ ਮੱਖਣ ਸ਼ਾਹ ਪਿਆਰੇ ਸਿੱਖ ਸੁਣ ਸਾਡੀ ਗੱਲ। ਮਮ ਸੁਤ ਸਦਾ ਰਹਤੇ ਭਾਂਤੀ, ਇਹ ਮੇਰੇ ਪੁੱਤਰ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਤਾਂ ਪਤਾ ਹੀ ਹੈ, ਇਸੇ ਤਰ੍ਹਾਂ ਇਹ ਤਿਆਗੀ ਬਰਾਗੀ ਰਹਿੰਦੇ ਹਨ। ਭਏ ਪੰਜ ਭਰਾਤਾ ਬਰ ਵੀਰ, ਮਾਤਾ ਜੀ ਨੇ ਆਖਿਆ ਇਹ ਪੰਜ ਭਰਾ ਸਨ ਬੜੇ ਵੱਡੇ ਸੂਰਮੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ। ਛਤਰੀ ਧਰਮ ਵਿਖੈ ਤਰ ਧੀਰ, ਤੇ ਇਹ ਪਰ ਛਤਰੀ ਧਰਮ ਭਾਵ ਲੜਨਾ ਬਹਾਦਰੀ ਦੇ ਨਾਲ ਧਰਮ ਯੁੱਧ ਕਰਨਾ, ਬੜੇ ਵੱਡੇ ਸੂਰਮੇ ਸਨ। ਵੱਡੋ ਭਰਾਤ ਗੁਰਦਿੱਤਾ ਭਇਓ, ਆਖਿਆ ਇਹਨਾਂ ਦਾ ਸਭ ਤੋਂ ਵੱਡਾ ਭਰਾਤਾ ਬਾਬਾ ਗੁਰਦਿੱਤਾ ਸੀ। ਸਭ ਤੇ ਲਾਗੂ ਮਮ ਸੁਤ ਜਨਮਿਓ, ਇਹ ਸਾਰਿਆਂ ਤੋਂ ਛੋਟੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਮੇਰੀ ਕੁੱਖ ਨੂੰ ਭਾਗ ਲਾਇਆ ਹੈ। ਨੈ ਵਿਵਹਾਰ ਰੁਚੈ ਜਿਸ ਕੋਈ, ਇਹਨਾਂ ਦਾ ਕਾਰਾਂ ਵਿਹਾਰਾਂ ਵਿੱਚ ਬਿਲਕੁਲ ਹੀ ਕੋਈ ਮਾਨ
ਕੋਈ ਰੁਚੀ ਨਹੀਂ ਸੀ ਸ਼ੁਰੂ ਤੋਂ ਹੀ। ਬੈਠੇ ਨਿਤ ਇਕਾਂਤ ਕੋ ਹੋਈ, ਇਹ ਬਚਪਨ ਵਿੱਚ ਹੀ ਇਕਾਂਤ ਵਿੱਚ ਜਾ ਕੇ ਬੈਠ ਜਾਂਦੇ ਸਨ। ਇਸ ਤਰ੍ਹਾਂ ਦਾ ਸੁਭਾਅ ਇਹਨਾਂ ਦਾ ਸ਼ੁਰੂ ਤੋਂ ਹੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਮੈਂ ਬੋਲਣ ਕਰਤੋ ਕਹਿ ਸੰਗ, ਕਦੀ ਵੀ ਕਿਸੇ ਨਾਲ ਬਹੁਤਾ ਵਚਨ ਵਿਲਾਸ ਨਹੀਂ ਕਰਦੇ। ਦੇਨ ਦੇਨ ਤੋਂ ਕਹਾਂ ਸੋ ਢੰਗ, ਕਹਿੰਦੇ ਲੈਣ ਦੇਣ ਦਾ ਸੰਸਾਰੀ ਕੰਮਾਂ ਦਾ ਤਾਂ ਢੰਗ ਬਿਲਕੁਲ ਹੀ ਨਹੀਂ ਆਉਂਦਾ ਇਹਨਾਂ ਨੂੰ। ਸਿੱਖ ਅਨੇਕ ਉਪਾਇ ਨ ਲਿਆਵੇ, ਬਹੁਤ ਸਾਰੇ ਸਿੱਖ ਭੇਟਾਵਾਂ ਲੈ ਕੇ ਆਉਂਦੇ ਸਨ ਛੇਵੇਂ ਪਾਤਸ਼ਾਹ ਜੀ ਦੇ ਕੋਲ। ਬਨੇ ਬੇਨਤੀ ਗੁਰੂ ਮਨਾਵੇ, ਤੇ ਬਹੁਤ ਬੇਨਤੀਆਂ ਕਰਦੇ ਸਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਮੱਥੇ ਟੇਕਦੇ ਦੂਰੋਂ ਦੂਰੋਂ ਆਣ ਕੇ ਸਿੱਖ। ਇਸਕੇ ਭਰਾਤ ਸਰਬ ਬੁੱਧਵੰਤੇ, ਇਹਨਾਂ ਦੇ ਜਿਹੜੇ ਵੱਡੇ ਚਾਰੇ ਭਰਾ ਸਨ ਉਹ ਬੜੇ ਸਿਆਣੇ ਸਨ ਮਤ ਕਰਕੇ। ਦੇਵ ਦੇਵ ਸਭ ਸੋ ਵਰਤੰਤੇ, ਸੋ ਲੈਣ ਦੇਣ ਦੁਨੀਆਦਾਰੀ ਦੇ ਜਿਹੜੇ ਕੰਮ ਸਨ ਉਹ ਚੰਗੀ ਤਰ੍ਹਾਂ ਸਿਆਣੇ ਬੁੱਧ ਵਾਲੇ ਜਾਣਦੇ ਸਨ ਉਹਨਾਂ ਕੰਮਾਂ ਨੂੰ। ਬਹੁਤ ਮੋਲ ਕੇ ਬਸਤਰਨ ਪਹਿਰੇ, ਬਹੁਤ ਕੀਮਤੀ ਬਸਤਰ ਪਹਿਨਦੇ ਸਨ ਚਾਰੇ ਜਿਹੜੇ ਵੱਡੇ ਸਨ ਇਹਨਾਂ ਤੋਂ। ਸਿੱਖਨ ਵਿਖੇ ਪੁਜਾਵੇ ਠਹਿਰੇ, ਤੇ ਸਿੱਖਾਂ ਵਿੱਚ ਉਹਨਾਂ ਦੀ ਵੀ ਚੰਗੀ ਪੂਜਾ ਹੁੰਦੀ ਸੀ ਚਾਰਾਂ ਦੀ। ਵੈ ਜਿਸ ਉਚਿਤ ਵਰਤ ਹੈ ਤੈਸੇ, ਕਹਿੰਦੇ ਸਾਵਧਾਨ ਹੋ ਕੇ ਵਰਤਦੇ ਸਨ ਸਾਰੀਆਂ ਸੰਗਤਾਂ ਵਿੱਚ। ਅਨਕ ਮਨੋਜ ਸੰਗੀ ਰਹਿ ਜੈਸੇ, ਬਹੁਤ ਸਾਰੇ ਮਨੁੱਖਾਂ ਨੂੰ ਨਾਲ ਰੱਖਦੇ ਸਨ, ਮੇਲ ਮਿਲਾਪ ਰੱਖਦੇ ਸਨ ਸਾਰਿਆਂ ਦਾ। ਬਹੁਤ ਮੋਲ ਕੇ ਭੂਖਨ ਧਾਰੈ, ਫਿਰ ਕੀਮਤੀ ਗਹਿਣੇ ਪਾ ਕੇ ਰੱਖਦੇ ਸਨ ਆਪਣੇ ਗਲਾਂ 'ਚ। ਆਪਨ ਅਧਿਕਰਤਾ ਚਹਿਤ ਉਚਾਰੈ, ਫਿਰ ਆਪਣੀ ਵਡਿਆਈ ਵੀ ਆਪ ਹੀ ਉਚਾਰਦੇ ਸਨ ਉਹ। ਪਿਤਾ ਪਾਸਤੇ ਆਪਨ ਬੜਾਈ, ਆਪਣੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਆਪਣੀ ਵਡਿਆਈ ਦੀਆਂ ਗੱਲਾਂ ਕਰਦੇ ਸਨ। ਅਬਲਾਖਤ ਭੇ ਬਿਦਨ ਬਣਾਈ, ਕਹਿੰਦੇ ਉਹ ਵਿਧੀਆਂ ਦੇ ਬਹਾਨੇ ਬਣਾ ਕੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਆਪਣੀ ਸਿਆਣਪ ਦੀਆਂ ਗੱਲਾਂ ਕਰਦੇ ਰਹਿੰਦੇ ਸਨ ਉਹ। ਤਰੰਗਨ ਪਰ ਆਰੋ ਹੈ, ਬੜੇ ਚੰਚਲ ਤੇ ਕੀਮਤੀ ਘੋੜਿਆਂ ਦੀਆਂ ਸਵਾਰੀਆਂ ਕਰਦੇ ਸਨ ਉਹ। ਸ਼ਸਤਰ ਸਜਾਏ ਸਬਰ ਮੈਂ ਸੋ ਹੈ, ਸ਼ਸਤਰ ਸਜਾ ਕੇ ਸਾਰਿਆਂ ਦੇ ਵਿੱਚ ਬੜੀ ਸ਼ੋਭਾ ਪਾਉਂਦੇ ਹਨ। ਪਿਤ ਕੇ ਸਾਥ ਜਹਾਂ ਕਹਿ ਜਾਹੇ, ਸੋ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂਦੇ ਨਾਲ ਹੀ ਜਾਂਦੇ ਹਨ ਉਹ ਵੀ ਕਈ ਵਾਰ। ਭਨੇ ਸੁਨੇ ਬਿਦਤੇ ਸਭ ਮਾਹ, ਏਦਾਂ ਸਾਰਿਆਂ ਦੀਆਂ ਗੱਲਾਂ ਸੁਣਨੀਆਂ, ਸਾਰਿਆਂ ਨੂੰ ਕਹਿਣੀਆਂ, ਏਦਾਂ ਦਾ ਸੁਭਾਅ ਸੀ ਚਾਰਾਂ ਦਾ। ਪਰ ਇਹਦਾ ਮੇਰੇ ਪੁੱਤਰ ਦਾ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੁਭਾਅ ਕਿਸੇ ਨਾਲ ਗੱਲ ਨਹੀਂ ਕਰਨੀ, ਇਕਾਂਤ ਵਿੱਚ ਬੈਠੇ ਰਹਿਣਾ, ਪਿਤਾ ਜੀ ਕੋਲੇ ਵੀ ਕਦੇ ਕਦੇ ਜਾਣਾ, ਏਦਾਂ ਦਾ ਸੁਭਾਅ ਇਹਨਾਂ ਦਾ। ਸਭ ਤਨ ਸੁਤ ਯਾਰ ਨਿਜ ਸੁਤ ਚਾਲ, ਕਹਿੰਦੇ ਮੈਂ ਫਿਰ ਵੇਖਿਆ ਵੀ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਮਹਿਲ ਨੇ ਉਹਨਾਂ ਦੇ ਜਿਹੜੇ ਚਾਰੇ ਪੁੱਤਰ ਹਨ, ਮਮ ਮਨ ਹੋਵਤ ਦੇਖ ਬਿਹਾਲ, ਕਹਿੰਦੇ ਉਹਨਾਂ ਦਾ ਤੇ ਆਪਣੇ ਪੁੱਤਰ ਦਾ ਵਿਹਾਰ ਸੁਭਾਅ ਦੇਖ ਕੇ ਇੰਨੇ ਫਰਕ ਵਾਲਾ ਮੇਰਾ ਮਨ ਦੁਖੀ ਹੁੰਦਾ ਸੀ ਮੱਖਣ ਸ਼ਾਹ। ਜਿਸ ਬਾਸਰ ਚਿੰਤਾ ਮੈਂ ਰਹੋ, ਦਿਨੇ ਰਾਤ ਆਪਣੇ ਪੁੱਤਰ ਦਾ ਇਹ ਤਿਆਗੀ ਬਰਾਗੀ ਜਿਹਾ ਸੁਭਾਅ ਦੇਖ ਕੇ ਮੈਨੂੰ ਬੜੀ ਚਿੰਤਾ ਲੱਗੀ ਰਹਿੰਦੀ ਸੀ। ਸੂ ਸੰਗ ਕੈਸੇ ਨ ਕਹੋ, ਪਰ ਕਿਸੇ ਦੇ ਨਾਲ ਮੈਂ ਕਦੀ ਕਹਿੰਦੀ ਨਹੀਂ ਸਾਂ, ਚੁੱਪ ਹੀ ਰਹਿੰਦੀ ਸਾਂ। ਆਪਣੇ ਭਾਗ ਜਾਣ ਕਰ ਮੰਦ, ਸੋ ਮੈਂ ਆਪਣੇ ਮੰਦੇ ਭਾਗ ਸਮਝ ਲਏ ਵੀ ਮੇਰਾ ਪੁੱਤਰ ਏਦਾਂ ਦਾ ਹੀ ਹੈ, ਸ਼ਾਇਦ ਮੈਂ ਚੁੱਪ ਹੀ ਕੀਤੇ ਰਹਿਣਾ। ਇਉਂ ਮਾਤਾ ਨਾਨਕੀ ਜੀ ਦੱਸ ਰਹੇ ਹਨ ਭਾਈ ਮੱਖਣ ਸ਼ਾਹ ਨੂੰ। ਸਭ ਤਨ ਸੁਤ ਕੋ ਲਖੋ ਬਿਲੰਦ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਮਹਿਲਾ ਦੇ ਜਿਹੜੇ ਪੁੱਤਰ ਨੇ ਉਹ ਜਿਆਦੇ ਸਿਆਣੇ ਦੇਖ ਕੇ ਮੇਰਾ ਮਨ ਦੁਖਦਾ ਸੀ। ਕਿਤਕ ਦਿਓਸ ਬੀਤੈ ਘਰ ਮਾਹੇ, ਕਹਿੰਦੇ ਏਦਾਂ ਜਦੋਂ ਕੁਝ ਕੁ ਸਮਾਂ ਬਤੀਤ ਹੋ ਗਿਆ ਹੈ ਤਾਂ ਕਬ ਕਬ ਜਾਹੇ ਪਿਤਾ ਨਿਜ ਪਾਹੇ, ਕਦੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਜੀ ਨੂੰ ਮਿਲਣ ਜਾਂਦੇ ਹਨ ਘਰੋਂ। ਸਭ ਤੇ ਲਗੋ ਆਪਨੋ ਸੁਤ ਦੇਖ, ਕਹਿੰਦੇ ਸਾਰਿਆਂ ਤੋਂ ਆਪਣਾ ਛੋਟਾ ਸਾਹਿਬਜ਼ਾਦਾ ਜਦੋਂ ਆਉਂਦਾ ਦੇਖਦੇ ਨੇ ਛੇਵੇਂ ਪਾਤਸ਼ਾਹ ਜੀ ਤਾਂ ਰੀਤ ਸ਼ਾਂਤ ਕੀ ਹਿਰਦੈ ਅਸ਼ੇਖ, ਕਹਿੰਦੇ ਜਿਨ੍ਹਾਂ ਦੀ ਵਿਸ਼ੇਸ਼ ਕਰਕੇ ਸ਼ਾਂਤੀ ਵਾਲਾ ਸੁਭਾਅ ਤੇ ਇਹ ਰੀਤੀ ਦੇਖਦੇ ਹਨ। ਚਾਰੋਂ ਸੁਤ ਤੇ ਪਿਖ ਲਗ ਮੇਰਾ, ਕਹਿੰਦੇ ਚਾਰਾਂ ਹੀ ਆਪਣੇ ਵੱਡੇ ਸਾਹਿਬਜ਼ਾਦੇ ਨਾਲੋਂ ਛੋਟਾ ਸਾਹਿਬਜ਼ਾਦਾ ਦੇਖਦੇ ਜਦੋਂ ਛੇਵੇਂ ਪਾਤਸ਼ਾਹ ਜੀ ਭਾਵ ਮੇਰੇ ਪੁੱਤਰ ਨੂੰ। ਕਰਤ ਭਏ ਸਨਮਾਨ ਵਡੇਰਾ, ਪਰ ਇੱਕ ਗੱਲ ਦਾ ਮੈਂ ਖਾਸ ਕਰਕੇ ਫਰਕ ਦੇਖਿਆ ਕਿ ਜਦੋਂ ਇਹ ਜਾਂਦੇ ਸਨ ਛੇਵੇਂ ਪਾਤਸ਼ਾਹ ਕੋਲੇ ਉਦੋਂ ਛੇਵੇਂ ਪਾਤਸ਼ਾਹ ਇਹਨਾਂ ਦੇ ਨਾਲ ਪ੍ਰੇਮ ਬਹੁਤ ਜ਼ਿਆਦਾ ਕਰਦੇ ਸਨ, ਉਹਨਾਂ ਚਾਰਾਂ ਨਾਲੋਂ ਜ਼ਿਆਦਾ ਪ੍ਰੇਮ ਕਰਦੇ ਸਨ। ਚਰਨ ਉਠਾਏ ਬਿਠਾਵਨ ਕੀਨਸ, ਕਹਿੰਦੇ ਨੇ ਆਪਣੇ ਚਰਨਾਂ ਦੇ ਵਿੱਚ ਬਿਠਾ ਲੈਂਦੇ ਸਨ ਪਿਆਰ ਨਾਲ ਇਹਨਾਂ ਨੂੰ। ਮੁਖ ਤੇ ਬੋਲ ਅਦਕ ਹਿਤ ਦੀਨਸ, ਕਹਿੰਦੇ ਫਿਰ ਮੁਖੋਂ ਬਹੁਤ ਪਿਆਰ ਵਾਲੇ ਵਚਨ ਬੋਲਦੇ ਸਨ ਇਹਨਾਂ ਦੇ ਨਾਲ ਛੇਵੇਂ ਪਾਤਸ਼ਾਹ ਜੀ। ਇੱਕ ਪੁੱਤਰ ਪਰ ਪਿਤਾ ਸਨੇਹ, ਕਹਿੰਦੇ ਬਸ ਉਸ ਵੇਲੇ ਮੈਨੂੰ ਖੁਸ਼ੀ ਹੁੰਦੀ ਸੀ ਜਿਸ ਵੇਲੇ ਮੈਂ ਦੇਖਦੀ ਸਾਂ ਕਿ ਮੇਰੇ ਪੁੱਤਰ ਨਾਲ ਵੀ ਇਹਨਾਂ ਦੇ ਪਿਤਾ ਜੀ ਪਿਆਰ ਕਰਦੇ ਹਨ ਬਹੁਤ ਜ਼ਿਆਦਾ। ਮਨ ਮੇਰੇ ਭਾਰ ਖਸ਼ੇ ਹੋ, ਉਸ ਵੇਲੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਸੀ ਕਿ ਚਲੋ ਜੇ ਮੇਰੇ ਪੁੱਤਰ ਦਾ ਸੁਭਾਅ ਤਿਆਗੀ ਬਰਾਗੀ ਆ ਪਰ ਮੇਰਾ ਪਤੀ ਸਤਿਗੁਰੂ ਮੇਰਾ ਮਾਲਕ ਤਾਂ ਬਹੁਤਾ ਪਿਆਰ ਕਰਦਾ ਨਾ ਇਹਨਾਂ ਦੇ ਨਾਲ। ਕਿਤਕ ਬੇਰ ਬੈਠੇ ਉਠਿਆਵਾ, ਕਹਿੰਦੇ ਏਦਾਂ ਕੁਝ ਕੁ ਦੇਰ ਕਦੀ ਜਾ ਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਬਹਿੰਦੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇ ਮਹਾਰਾਜ ਨੇ ਬੜਾ ਪਿਆਰ ਇਹਨਾਂ ਨਾਲ ਕਰਨਾ, ਫਿਰ ਉੱਠ ਕੇ ਆ ਜਾਣਾ ਇਹਨਾਂ ਨੇ। ਨਹੀਂ ਪੁੱਤਰ ਮਮ ਕਸ਼ੂ ਅਲਾਵਾ, ਕੋਈ ਵੀ ਵਚਨ ਨਹੀਂ ਸਨ ਕਰਦੇ ਇਹ ਆਪਣੇ ਪਿਤਾ ਜੀ ਨਾਲ ਵੀ। ਆਵਤ
ਆਵਤ ਕੀ ਦਿਸ਼ ਦੇਖਤ ਰਹੇ। ਹਾਂ ਬਸ ਆਉਂਦਿਆਂ ਨੂੰ ਦੇਖਦੇ ਰਹਿੰਦੇ ਸਨ ਛੇਵੇਂ ਪਾਤਸ਼ਾਹ ਕਿ ਅੱਜ ਸਾਡਾ ਛੋਟਾ ਸਾਹਿਬਜ਼ਾਦਾ ਆਇਆ ਹੈ। ਪ੍ਰੇਮ ਭਰੇ ਲੋਚਨ ਮੈਂ ਲਹੇ। ਇਦਾਂ ਪ੍ਰੇਮ ਭਰੇ ਨੇਤਰ ਮੈਂ ਛੇਵੇਂ ਪਾਤਸ਼ਾਹ ਜੀ ਦੇ ਦੇਖੇ ਨੇ। ਇੰਨਾ ਪ੍ਰੇਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਕਰਦੇ ਸਨ ਛੇਵੇਂ ਪਾਤਸ਼ਾਹ। ਇਸੇ ਪ੍ਰਕਾਰ ਜਬੈ ਜਬ ਗਇਓ। ਕਹਿੰਦੇ ਇਸ ਤਰੀਕੇ ਨਾਲ ਜਦੋਂ ਕੁਝ ਸਮਾਂ ਬਤੀਤ ਹੋਇਆ ਤੇ ਜਦੋਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜਾਂਦੇ ਰਹੇ ਛੇਵੇਂ ਪਾਤਸ਼ਾਹ ਕੋਲੇ, ਦਿਨ ਪ੍ਰਤ ਪ੍ਰੇਮ ਅਦਕ ਹੀ ਭਇਓ। ਮੈਂ ਦੇਖਿਆ ਵੀ ਮਹਾਰਾਜ ਰੋਜ਼ ਨਾਲੋਂ ਵੱਧ ਪ੍ਰੇਮ ਇਹਨਾਂ ਦੇ ਨਾਲ ਕਰਦੇ ਨੇ। ਬਸ ਇਹ ਦੇਖ ਕੇ ਮੇਰੇ ਮਨ ਨੂੰ ਧੀਰਜ ਵੀ ਆਉਂਦਾ ਸੀ ਤੇ ਖੁਸ਼ੀ ਵੀ ਹੁੰਦੀ ਸੀ। ਕਈ ਵਾਰ ਮੈਂ ਦੇਖਣ ਕੀਨ। ਮਾਤਾ ਨਾਨਕੀ ਜੀ ਨੇ ਆਖਿਆ ਕਈ ਵਾਰ ਮੈਂ ਗੱਲ ਦੇਖੀ ਸੀ ਵੀ ਵਿਸ਼ੇਸ਼ ਪ੍ਰੇਮ ਕਰਦੇ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹਨਾਂ ਦੇ ਨਾਲ। ਤਿਉ ਤਿਉ ਮਮ ਮਨ ਸੰਸੈ ਭੀਨ। ਉਸ ਵੇਲੇ ਫਿਰ ਕਈ ਵਾਰ ਮੇਰੇ ਮਨ ਵਿੱਚ ਸੰਸਾ ਵੀ ਆ ਜਾਂਦਾ ਸੀ। ਇੱਕ ਦਿਵਸ ਪਿਖ ਜਗ ਗੁਰ ਬੈਸੇ। ਮੇਰੇ ਮਨ 'ਚ ਸੰਸਾ ਆ ਜਾਣਾ ਵੀ ਇਹ ਬਾਕੀ ਚਾਰ ਸਾਹਿਬਜ਼ਾਦੇ ਸਿਆਣੇ ਆ, ਉਹ ਬੜੀ ਵਾਰਤਾਲਾਪ ਵੀ ਕਰਦੇ ਰਹਿੰਦੇ ਆ, ਉਹਨਾਂ ਨਾਲੋਂ ਵੱਧ ਪਿਆਰ ਕਿਉਂ ਮੇਰੇ ਪੁੱਤਰ ਨਾਲ ਮਹਾਰਾਜ ਕਰਦੇ, ਜਦੋਂ ਕਿ ਤਿਆਗੀ ਵਿਰਾਗੀ ਜਿਹਾ ਕੁਝ ਬੋਲਦਾ ਉਹ ਨਹੀਂ, ਮਿਲਣ ਵੀ ਕਦੇ ਕਦੇ ਜਾਂਦਾ। ਇਸ ਸੰਸੇ ਨੂੰ ਦੂਰ ਕਰਨ ਦਾ ਇੱਕ ਦਿਨ ਸਮਾਂ ਮਿਲ ਗਿਆ। ਮਹਾਰਾਜ ਜੀ ਨੇ ਆਖਿਆ, ਮਾਤਾ ਨਾਨਕੀ ਜੀ ਨੇ ਭਾਈ ਮੱਖਣ ਸ਼ਾਹ ਇੱਕ ਦਿਨ ਪਤੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਕੱਲੇ ਹੀ ਬੈਠੇ ਸਨ। ਹੱਥ ਜੋੜ ਮੈਂ ਬੂਝੇ ਐਸੇ। ਕਹਿੰਦੇ ਮੈਨੂੰ ਸਮਾਂ ਮਿਲਿਆ ਤੇ ਮੈਂ ਹੱਥ ਜੋੜ ਕੇ ਪੁੱਛਿਆ ਉਸ ਵੇਲੇ ਆਪਣੇ ਸੁਆਮੀ ਕੋਲੋਂ ਇਸ ਤਰ੍ਹਾਂ, ਮਮ ਸੁਤ ਨਹਿ ਜਾਣੇ ਵਿਵਹਾਰ। ਆਖਿਆ ਮੇਰੇ ਪੁੱਤਰ ਨੂੰ ਤੇ ਬਹੁਤਾ ਕੋਈ ਕਾਰ ਵਿਹਾਰ ਕਰਨਾ ਨਹੀਂ ਆਉਂਦਾ ਹੈ ਜੀ। ਨਹੀਂ ਹਿਰਦੇ ਮੈਂ ਬੁੱਧ ਉਦਾਰ। ਸੋ ਹਿਰਦੇ ਵਿੱਚ ਤੇਜ ਬੁੱਧੀ ਵਾਲੇ ਕੰਮ ਨਹੀਂ ਕਰਨੇ ਜਾਣਦਾ ਕੋਈ ਵੀ। ਨਹਿ ਬੋਲੇ ਨਹਿ ਕਿਸਤੇ ਸੁਣ ਹੈ। ਨਾ ਤੇ ਕਦੀ ਬਹੁਤਾ ਬੋਲਦਾ ਹੀ ਹੈ ਕਿਸੇ ਨਾਲ, ਨਾ ਬਹੁਤਾ ਸੁਣਦਾ ਹੀ ਹੈ ਲੋਕਾਂ ਦੀਆਂ। ਉਹ ਕਾਰਜ ਕਿਉ ਭਾਂਤ ਨਾ ਬਨ ਹੈ। ਕਹਿੰਦੇ ਕੋਈ ਵੀ ਕੰਮ ਨਹੀਂ ਇਹ ਕਰਦਾ ਤੇ ਮੈਂ ਸਮਝਦੀ ਕੋਈ ਕੰਮ ਕਰ ਵੀ ਨਹੀਂ ਸਕਦਾ ਇਹ ਦੁਨੀਆ ਦਾ। ਸਰਬ ਭਾਂਤ ਮੈਂ ਭੋਰ ਸੁਭਾਉ। ਇਹਦਾ ਤੇ ਸਾਰੇ ਤਰੀਕਿਆਂ ਨਾਲ ਬਹੁਤਾ ਭੋਲਾ ਜਿਹਾ ਸੁਭਾਅ ਹੈ। ਨਹੀਂ ਸੁਜਾਨ ਪਛਾਨ ਨਾ ਕਾਉ। ਸੋ ਇਹਨੂੰ ਤਾਂ ਚੰਗੇ ਮਾੜੇ ਦੀ ਪਛਾਣ ਵੀ ਨਹੀਂ, ਨਾ ਇਹ ਬਹੁਤਾ ਜ਼ਿਆਦਾ ਚਾਤਰੀ ਹੈ। ਇੱਕ ਪਰੰਤੂ ਐਸੇ ਸੁਖ ਹੋਵਾ। ਪਰ ਇੱਕ ਮੇਰੇ ਮਨ ਨੂੰ ਦੇਖ ਦੇਖ ਕੇ ਬਹੁਤ ਮਾਲਕ ਜੀ ਸੁਖ ਹੁੰਦਾ ਹੈ। ਉਮਰੇ ਢਿਗ ਮੈਂ ਆਵਤ ਜੋਵਾ। ਮਹਾਰਾਜ ਜਦੋਂ ਵੀ ਇਹ ਤੁਹਾਡੇ ਕੋਲ ਆਉਂਦਾ ਮੇਰਾ ਪੁੱਤਰ ਤੇ ਮੈਂ ਦੇਖਿਆ ਹੈ। ਚਾਰੋਂ ਪੁੱਤਰਨ ਤੇ ਸਕੇਰ। ਸੋ ਆਪਣੇ ਵੱਡੇ ਚਾਰੇ ਸਾਹਿਬਜ਼ਾਦਿਆਂ ਨਾਲੋਂ ਇਸ ਛੋਟੇ ਦੇ ਨਾਲ ਤੁਸੀਂ ਕਰਤੇ ਹੋ ਸਨਮਾਨ ਵਡੇਰ। ਮਹਾਰਾਜ ਬਹੁਤਾ ਜ਼ਿਆਦਾ ਪਿਆਰ ਕਰਦੇ ਜੀ। ਇਹ ਦੇਖ ਕੇ ਮੇਰੇ ਮਨ ਨੂੰ ਖੁਸ਼ੀ ਵੀ ਬਹੁਤ ਹੁੰਦੀ ਹੈ। ਗੁਰ ਦਿੱਤਾ ਸੂਰਜ ਮਲ ਜਾਏ। ਜਿਹੜੇ ਤੁਹਾਡੇ ਵੱਡੇ ਸਾਹਿਬਜ਼ਾਦੇ ਮਹਾਰਾਜ ਬਾਬਾ ਗੁਰਦਿੱਤਾ ਜੀ, ਫਿਰ ਸੂਰਜ ਮਲ ਅਨੀ ਰਾਏ ਤੀਸਰ ਸੁਤ ਸੋਏ। ਤੇ ਤੀਸਰਾ ਤੁਹਾਡਾ ਸਾਹਿਬਜ਼ਾਦਾ ਬਾਬਾ ਅਣੀ ਰਾਏ ਜੋ ਹੈ। ਅਟਲ ਰਾਏ ਚਾਰੋਂ ਮਤਵਾਨ। ਤੇ ਜਿਹੜਾ ਚੌਥਾ ਬਾਬਾ ਅਟਲ ਰਾਏ, ਸਾਰੇ ਦੁਨਿਆਵੀ ਤੌਰ ਤੇ ਸਿਆਣੇ ਹਨ, ਚੰਗੀ ਮੱਤ ਵਾਲੇ ਹਨ। ਜਿਨ ਕੋ ਅਸਨਾ ਕਰੋ ਸਨਮਾਨ। ਮਹਾਰਾਜ ਮੈਂ ਕਈ ਵਾਰ ਦੇਖਿਆ ਜਦੋਂ ਇਹ ਚਾਰੇ ਆਉਂਦੇ ਤੁਸੀਂ ਇੰਨਾ ਪਿਆਰ ਤੇ ਇੰਨਾ ਸਨਮਾਨ ਨਹੀਂ ਉਹਨਾਂ ਦਾ ਕਰਦੇ ਜਿੰਨਾ ਤੁਸੀਂ ਇਸ ਦਾ ਕਰਦੇ ਜੇ ਮੇਰੇ ਪੁੱਤਰ ਦਾ। ਹਾਲਾਂਕਿ ਬਿਲਕੁਲ ਭੋਲੇ ਜਿਹੇ ਸੁਭਾਅ ਵਾਲਾ, ਨਾ ਕਿਸੇ ਨੂੰ ਕੁਝ ਕਹਿੰਦਾ ਨਾ ਸੁਣਦਾ, ਨਾ ਇਹਨੂੰ ਕੋਈ ਕਾਰ ਵਿਹਾਰ ਦਾ ਹੀ ਬਹੁਤਾ ਪਤਾ ਹੈ। ਮਮ ਸੁਤ ਕੋ ਸਾਦਰ ਬੈਠਾਈ। ਮੇਰੇ ਪੁੱਤਰ ਨੂੰ ਤੁਸੀਂ ਬਹੁਤਾ ਆਦਰ ਦੇ ਨਾਲ ਆਪਣੇ ਕੋਲ ਬਿਠਾਉਂਦੇ ਹੋ। ਸ਼੍ਰੀ ਮੁਖ ਤੇ ਬਹੁ ਕਰਤ ਵਡਾਈ। ਫਿਰ ਆਪਣੇ ਮੁਖ ਤੋਂ ਇਹਦੀ ਵਡਿਆਈ ਵੀ ਕਰਦੇ ਜੇ, ਪ੍ਰੇਮ ਵੀ ਕਰਦੇ ਜੇ ਤੁਸੀਂ। ਉਹ ਕਾਰਨ ਇਸ ਮੈਂ ਸਮਝਾਵੋ। ਮਹਾਰਾਜ ਕਿਰਪਾ ਕਰਕੇ ਦੱਸੋ ਇਹਦੇ ਵਿੱਚ ਕੀ ਕਾਰਨ ਹੈ। ਮੈਂ ਤਾਂ ਸਮਝਦੀ ਆ ਵੀ ਇਹਨੂੰ ਬਹੁਤਾ ਪਤਾ ਨਹੀਂ, ਇਹਦਾ ਸੁਭਾਅ ਭੋਲਾ, ਇਹ ਨਿਕਲਦਾ ਵੀ ਘਰੋਂ ਕਦੇ ਕਦੇ ਇਕਾਂਤ ਵਿੱਚ ਬੈਠਾ ਰਹਿੰਦਾ। ਦੂਜੇ ਵੱਡੇ ਚਾਰੇ ਸਿਆਣੇ ਨੇ ਦੁਨਿਆਵੀ ਤੌਰ ਤੇ, ਫਿਰ ਤੁਸੀਂ ਇਹਦੇ ਨਾਲ ਇੰਨਾ ਪਿਆਰ ਕਿਉਂ ਕਰਦੇ ਜੇ? ਮੇਰੇ ਮਨ 'ਚ ਇੱਕ ਸ਼ੰਕਾ ਜਿਹਾ, ਕਿਰਪਾ ਕਰਕੇ ਦੱਸੋ ਇਹ ਕੀ ਗੱਲ ਹੈ। ਨਿਤ ਸੰਸੇ ਹੋਏ ਹਿਰਦੈ ਮਿਟਾਵੋ। ਮਹਾਰਾਜ ਰੋਜ਼ ਮੇਰੇ ਮਨ 'ਚ ਸ਼ੰਕਾ ਉਪਜਦਾ ਵੀ ਇਹ ਕੀ ਕਾਰਨ ਹੋਵੇਗਾ ਵੀ ਤੁਸੀਂ ਵਿਸ਼ੇਸ਼ ਕਰਕੇ ਇਹਨਾਂ ਨਾਲ ਪਿਆਰ ਕਰਦੇ ਜੇ। ਇਹ ਮੇਰੇ ਮਨ ਦਾ ਸ਼ੰਕਾ ਦੂਰ ਕਰੋ ਜੀ। ਹੁਣ ਕਹਿ ਜਗ ਗੁਰ ਮੁਗਲ ਆਰਾਤੀ। ਕਹਿੰਦੇ ਨੇ ਉਸ ਵੇਲੇ ਫਿਰ ਮਾਤਾ ਨਾਨਕੀ ਜੀ ਦੱਸ ਰਹੇ ਸਾਰੀ ਵਾਰਤਾ ਸਾਧ ਸੰਗਤ ਜੀ। ਛੇਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਭਾਈ ਮੱਖਣ ਸ਼ਾਹ ਨੂੰ ਆਖਿਆ, ਮੱਖਣ ਸ਼ਾਹ ਜਦੋਂ ਮੈਂ ਬੇਨਤੀ ਕੀਤੀ ਨਾ ਆਪਣੇ ਮਾਲਕ ਨੂੰ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੂੰ ਕਾਰਨ ਪੁੱਛਿਆ, ਤੇ ਉਹਨਾਂ ਨੇ ਫਿਰ ਮੁਗਲਾਂ ਦੇ ਵੈਰੀਆਂ ਨੇ, ਭਾਵ ਮੁਗਲਾਂ ਨੂੰ ਮਾਰ ਦੇਣ ਵਾਲੇ, ਜ਼ੁਲਮ ਦੇ ਜਿਹੜੇ ਨਾਸ ਕਰਨ ਵਾਲੇ ਛੇਵੇਂ ਪਾਤਸ਼ਾਹ, ਉਹਨਾਂ ਨੇ ਏਦਾਂ ਜਵਾਬ ਦਿੱਤਾ ਹੈ। ਦੀਰਘ ਬਾਹੂ ਆਜੁਤ ਛਾਤੀ। ਕਹਿੰਦੇ ਵੱਡੀਆਂ ਵੱਡੀਆਂ ਉਹਨਾਂ ਦੀਆਂ ਬਾਹਾਂ ਸਨ ਛੇਵੇਂ ਪਾਤਸ਼ਾਹ ਜੀ ਦੀਆਂ, ਚੌੜੀ ਛਾਤੀ ਸੀ। ਕਮਲ ਪੱਤਰ ਵਿਸਤਰਤ ਬਿਲੋਚਨ। ਜਿਨ੍ਹਾਂ ਦੇ ਵੱਡੇ ਨੇਤਰ ਕਮਲ ਫੁੱਲ ਦੇ ਪੱਤਰਿਆਂ ਵਰਗੇ ਹਨ ਤੇ ਕਿਰਪਾ ਨਾਲ ਭਰੇ ਹੋਏ ਹਨ। ਅਵਲੋਕਤ ਮੋਚਤ ਚਿਤ ਸੋਚਨ। ਕਹਿੰਦੇ ਨੇ ਜਿਹੜੇ ਇੱਕ ਵਾਰ ਦੇਖ ਲੈਣ ਸਿੱਖ ਵੱਲੇ ਤੇ ਸਿੱਖ ਦੇ ਹਿਰਦੇ ਦੀ ਸਾਰੀ ਚਿੰਤਾ ਹੀ ਦੂਰ ਕਰ ਦੇਣ, ਐਸੀ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਹੈ। ਸਰਵ ਨਰਨ ਤੇ ਦਹਿਸ ਵਿਸਾਲ। ਕਹਿੰਦੇ ਸਭ ਮਨੁੱਖਾਂ ਨਾਲੋਂ ਵੱਡਾ ਉਹਨਾਂ ਦਾ ਸਤਿਕਾਰਯੋਗ ਸਰੀਰ ਵੀ ਹੈ। ਕੌਣ ਕਰੇ ਸਮਤਾ ਤਿਨ ਨਾਲ। ਉਹਨਾਂ ਦੀ ਬਰਾਬਰਤਾ ਤਿੰਨਾਂ ਲੋਕਾਂ ਵਿੱਚ ਕੌਣ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਰਹਿਤ ਭਏ ਪਿਖ ਮੁਝ ਕਰ ਜੋਰੀ। ਕਹਿੰਦੇ ਉਸ ਵੇਲੇ ਮੇਰੇ ਹੱਥ ਜੁੜੇ ਦੇਖ ਕੇ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ ਸੀ ਪਵਿੱਤਰ ਮੁਖ ਤੋਂ, ਇਸ ਕੀ ਸੁਨੋ ਬਾਤ ਮਤ ਭੋਲੀ। ਆਖਿਆ ਲੈ ਫਿਰ ਤੂੰ ਇਹਦੀ ਭੋਲੀ ਮਤ ਦੀ ਗੱਲ ਕਰਦੀ
ਹੈ ਤੇ ਸੁਣ ਫਿਰ ਅਸੀਂ ਇਹਦੇ ਨਾਲ ਕਿਉਂ ਬਹੁਤਾ ਪਿਆਰ ਕਰਦੇ ਹਾਂ। ਮਹਾਪੁਰਖ ਇਹ ਹੋਏ ਵੱਡ ਭਾਗ, ਆਖਿਆ ਇਹ ਬਹੁਤ ਵੱਡਾ ਮਹਾਪੁਰਖ ਬਣੇਗਾ ਤੇ ਧਰਤੀ ਦਾ ਭਾਰ ਝੱਲੇਗਾ ਇਹ ਸਾਰਾ। ਜਿਸਕੇ ਹਿਰਦੈ ਦ્વેષ ਨਹਿ ਰਾਗ, ਕਹਿੰਦੇ ਜਿਸ ਦੇ ਹਿਰਦੇ ਵਿੱਚ ਈਰਖਾ ਤੇ ਮੋਹ ਬਿਲਕੁਲ ਨਹੀਂ ਹੈ। ਇਸਕੇ ਸੁਤ ਪੁਰਸ਼ੋਤਮ ਹੋਏ, ਜਦ ਤੇਰੇ ਇਸ ਭੋਲੇ ਸੁਭਾਅ ਵਾਲੇ ਪੁੱਤਰ ਦੇ ਘਰ ਅੱਗੇ ਇੱਕ ਪੁੱਤਰ ਹੋਵੇਗਾ, ਬਹੁਤ ਵੱਡਾ ਬਲੀ ਹੋਵੇਗਾ ਜਿਹੜਾ ਜਿਸਕੀ ਸਮਤਾ ਕਰੇ ਨਾ ਕੋਏ, ਉਸ ਦੀ ਵੀ ਬਰਾਬਰਤਾ ਕੋਈ ਨਾ ਕਰ ਸਕੇਗਾ। ਜਿਹੜਾ ਤੇਰੇ ਇਸ ਪੁੱਤਰ ਦੇ ਘਰ ਅੱਗੇ ਪੁੱਤਰ ਹੋਵੇਗਾ, ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਇਸ਼ਾਰਾ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਜਗਤ ਵਿਖਿਆ ਵੱਡ ਵਧੇ ਪ੍ਰਤਾਪ, ਕਹਿੰਦੇ ਜਗਤ ਵਿੱਚ ਬਹੁਤ ਵੱਡਾ ਪ੍ਰਤਾਪ ਵਧੇਗਾ ਇਹਨਾਂ ਦਾ। ਕਰਤਾ ਦੁਸ਼ਟ ਮਲੇਸ਼ਨ ਖਾਪ, ਇਹਨਾਂ ਦੇ ਘਰੇ ਜਿਹੜਾ ਪੁੱਤਰ ਪੈਦਾ ਹੋਵੇਗਾ ਦੁਸ਼ਟਾਂ ਦਾ ਮਲੇਸ਼ਾਂ ਦਾ ਨਾਸ ਕਰੇਗਾ, ਉਹਦੇ ਧਰਮ ਦੀ ਰੱਖਿਆ ਕਰੇਗਾ। ਸ੍ਰੀ ਗੁਰੂ ਨਾਨਕ ਕੋ ਜਸ ਚੰਦ, ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਜਿਹੜੀ ਚੰਦਰਮਾ ਵਰਗੀ ਹੈ। ਚੰਦਨਾ ਸਮ ਉਜਲਾਏ ਬਿਲੰਦ, ਕਹਿੰਦੇ ਨੇ ਚੰਦਰਮਾ ਨਾਲੋਂ ਵੀ ਵੱਧ ਉਜਲੀ, ਚੰਦਰਮਾ ਵੀ ਜਿਸ ਜਸ ਤੇ ਵਡਿਆਈ ਦੀ ਬਰਾਬਰਤਾ ਨਹੀਂ ਕਰ ਸਕਦਾ। ਰੱਛਾ ਕਰੇ ਧਰਮ ਕੀ ਧਰਨੀ, ਕਹਿੰਦੇ ਨੇ ਉਸ ਵਡਿਆਈ ਨੂੰ ਹੋਰ ਵਧਾਉਣਗੇ ਤੇ ਧਰਤੀ ਦੇ ਉੱਤੇ ਧਰਮ ਦੀ ਰੱਖਿਆ ਕਰਨਗੇ। ਜਿਹੜਾ ਤਾਂ ਪੁੱਤਰ ਤੂੰ ਕਹਿੰਗੇ ਨਾ ਬੋਲਦਾ ਨਹੀਂ, ਇਕਾਂਤ ਰਹਿੰਦਾ ਤੇ ਚੁੱਪ ਚੁੱਪ ਜਿਹਾ, ਇਹਦਾ ਸੁਭਾਅ ਤਿਆਗੀ ਬਰਾਗੀ, ਇਹ ਭੋਲੀ ਮੱਤ, ਮਹਾਰਾਜ ਛੇਵੇਂ ਪਾਤਸ਼ਾਹ ਨੇ ਆਖਿਆ ਸੁਣ ਭਾਗਾਂ ਵਾਲੀਏ, ਇਹ ਬਹੁਤ ਵੱਡਾ ਧਰਮੀ ਪੁਰਸ਼ ਮਹਾਪੁਰਸ਼ ਹੋਵੇਗਾ ਜਿਹੜਾ ਧਰਤੀ ਉੱਤੇ ਧਰਮ ਦੀ ਰੱਖਿਆ ਕਰੇਗਾ। ਧਰਨੀ ਕੀਰਤ ਕਰ ਹੈ ਕਰਨੀ, ਕਹਿੰਦੇ ਧਰਤੀ ਉੱਤੇ ਵਸਣ ਵਾਲੇ ਸਭ ਜੀਵ ਇਸ ਦੀ ਵਡਿਆਈ ਕਰਨਗੇ। ਸਮਾਂ ਆਉਣ ਦੇ ਦੇਖੀ ਜਾਈ ਤੂੰ। ਅਵਨੀ ਅਖਿਲ ਆਪ ਨਿਦ ਅੰਬਰ, ਕਹਿੰਦੇ ਨੇ ਇਸ ਧਰਤੀ ਦੀ ਕੀ ਗੱਲ, ਇਸ ਧਰਤੀ ਤੇ ਸਾਰੇ ਸਮੁੰਦਰ ਵਿੱਚ, ਅੰਬਰ ਸਾਰੇ ਆਕਾਸ਼ ਤੱਕ, ਅੰਬਰ ਲਗ ਜਸ ਕਥੇ ਸੁਰੰਬਰ, ਕਹਿੰਦੇ ਨੇ ਸਭ ਦੇਵਤੇ ਸਭ ਗੁਪਤ ਰੂਹਾਂ ਵੀ ਤੇਰੇ ਇਸ ਭੋਲੀ ਮੱਤ ਵਾਲੇ ਪੁੱਤਰ ਦੀ ਵਡਿਆਈ ਕਰਦੀਆਂ ਨਾ ਥੱਕਣਗੀਆਂ। ਸ੍ਰੀ ਗੁਰੂ ਨਾਨਕ ਨਾਮ ਉਧਾਰਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਿਹੜਾ ਬਹੁਤ ਦਾਤਾ ਸਰੂਪ ਹੈ। ਉਜਲ ਕਰੇ ਜਗਤ ਵਿਸਤਾਰਾ, ਕਹਿੰਦੇ ਉਹ ਨਾਮ ਤਾਂ ਪਹਿਲਾਂ ਹੀ ਬਹੁਤ ਉਜਲ ਹੈ, ਪਰ ਤੇਰਾ ਇਹ ਭੋਲੀ ਮੱਤ ਵਾਲਾ ਪੁੱਤਰ ਉਸ ਨਾਮ ਨੂੰ ਹੋਰ ਪ੍ਰਗਟ ਕਰੇਗਾ ਸੰਸਾਰ ਉੱਤੇ। ਜਾਣਤੇ ਇਨਕੋ ਆਦਰ ਘਨੋ, ਇਸ ਕਰਕੇ ਇਹਦਾ ਆਦਰ ਮੈਂ ਜ਼ਿਆਦਾ ਕਰਦਾ, ਇਸ ਕਰਕੇ ਤੇਰੇ ਇਸ ਭੋਲੇ ਪੁੱਤਰ ਦਾ ਬਹੁਤਾ ਮੈਂ ਜ਼ਿਆਦਾ ਸੋ ਸਨਮਾਨ ਤੇ ਪਿਆਰ ਕਰਦਾ। ਇਸ ਨਾਲ ਕਰਤ ਸਭਨ ਤੇ ਕੀਰਤ ਸਨੋ, ਸਾਰਿਆਂ ਨਾਲੋਂ ਵੱਧ ਵਡਿਆਈ ਇਹਦੀ ਮੈਂ ਤਾਂ ਕਰਦਾ ਹਾਂ ਭਈ ਅਸਲ ਵਿੱਚ ਬਹੁਤ ਵੱਡਾ ਮਹਾਪੁਰਸ਼ ਹੈ ਆਉਣ ਵਾਲੇ ਸਮੇਂ ਦਾ। ਇਸਕੇ ਪਿਤ ਅਸ ਸਾਚੋ ਵਾਚੀ, ਮਾਤਾ ਨਾਨਕੀ ਜੀ ਨੇ ਆਖਿਆ ਭਾਈ ਮੱਖਣ ਸ਼ਾਹ ਇਹਦੇ ਪਿਤਾ ਨੇ ਬਚਨ ਜਿਹੜਾ ਕੀਤਾ ਬਚਨ ਬਿਲਕੁਲ ਸੱਚਾ ਸੀ, ਕਿਉਂਕਿ ਉਹਨਾਂ ਦਾ ਹਰੇਕ ਬਚਨ ਸੱਚਾ ਹੈ। ਕਰਵ ਪ੍ਰਤੀਸ਼ਨ ਰੁਚ ਮੈਂ ਰਾਚੀ, ਤੇ ਉਸ ਬਚਨ ਦੀ ਮੈਂ ਅੱਜ ਤੱਕ ਰਡੀਕ ਕਰਦੀ ਰਹੀ ਹਾਂ ਵੀ ਉਹਨਾਂ ਨੇ ਤੇ ਆਖਿਆ ਸੀ ਬਹੁਤ ਵੱਡਾ ਮਹਾਪੁਰਸ਼ ਬਣੇਗਾ, ਬਹੁਤ ਸਤਿਕਾਰ ਇਹਦਾ ਹੋਵੇਗਾ, ਧਰਤੀ ਅੰਬਰ ਤੱਕ ਸਾਰੇ ਦੇਵਤੇ ਵੀ ਇਹਦੀ ਵਡਿਆਈ ਕਰਨਗੇ, ਇਹਦੇ ਘਰ ਅੱਗੇ ਇੱਕ ਬਹੁਤ ਬਲੀ ਪੁੱਤਰ ਪੈਦਾ ਹੋਵੇਗਾ। ਮੈਂ ਉਸ ਸਮੇਂ ਦੀ ਉਡੀਕ ਕਰ ਰਹੀ ਸਾਂ ਅੱਜ ਤੱਕ ਰਹੇ ਮੱਖਣ ਸ਼ਾਹ ਭਈ ਇਹਨਾਂ ਦੇ ਪਿਤਾ ਦਾ ਬਚਨ ਤੇ ਬਿਲਕੁਲ ਸੱਚਾ, ਉਹ ਤਾਂ ਖਾਲੀ ਜਾ ਨਹੀਂ ਸਕਦਾ। ਫਿਰ ਉਹ ਸਮਾਂ ਕਦੋਂ ਆਵੇਗਾ ਇਹੀ ਉਡੀਕ ਦੀ ਸਮਾਂ। ਮੈਂ ਬਹਿ ਤੇ ਅਬ ਬਿਰਦਾ ਭਈ, ਇਹ ਭਾਈ ਮੱਖਣ ਸ਼ਾਹ ਹੁਣ ਮੈਂ ਸਰੀਰ ਕਰਕੇ ਬਿਰਧਾ ਹੋ ਗਈ ਹਾਂ, ਉਮਰ ਕਰਕੇ ਮੇਰੇ ਉੱਤੇ ਬੁਢੇਪਾ ਆ ਗਿਆ ਹੈ। ਕਬ ਸੋ ਸਮਾਂ ਇਸ ਸੁਤ ਜਨਮਈ, ਸੋ ਦੇਰ ਹੋ ਗਈ ਹੈ ਇਸ ਪੁੱਤਰ ਨੂੰ ਮੇਰੇ ਘਰ ਪੈਦਾ ਹੋਏ ਨੂੰ, ਭਾਵ ਕਿੰਨੀ ਉਮਰ ਦਾ ਇਹ ਵੀ ਹੋ ਗਿਆ ਤੇ ਉਸ ਸਮੇਂ ਨੂੰ ਮੈਂ ਉਡੀਕੀ ਜਾਣੀ ਸਾਂ ਕਦੋਂ ਛੇਵੇਂ ਪਾਤਸ਼ਾਹ ਦੇ ਬਚਨ ਸਫਲੇ ਹੋਣਗੇ। ਤਿਨ ਕੋ ਬਾਗ ਹੋਏ ਸਦ ਸਾਚੇ, ਕਿਉਂਕਿ ਉਹਨਾਂ ਦੇ ਤੇ ਸਦਾ ਵਾਸਤੇ ਬਚਨ ਸੱਚੇ ਹਨ ਤੇ ਜਿਹੜਾ ਇਹ ਬਚਨ ਉਹਨਾਂ ਨੇ ਕੀਤਾ ਇਹ ਵੀ ਬਿਲਕੁਲ ਸੱਚਾ ਹੋਣਾ ਮੈਨੂੰ ਪਤਾ ਹੈ। ਸਤਿ ਸੰਧ ਨਿਤ ਸਤ ਮਹਿਰਾਚੇ, ਕਹਿੰਦੇ ਨੇ ਕਿਉਂਕਿ ਹਰੇਕ ਬਚਨ ਉਹਨਾਂ ਦਾ ਸੱਚ ਵਿੱਚ ਰਚਿਆ ਹੋਇਆ, ਜੋ ਵੀ ਬਚਨ ਛੇਵੇਂ ਪਾਤਸ਼ਾਹ ਜੀ ਦੇ ਮੁਖ ਤੋਂ ਨਿਕਲਿਆ ਉਹ ਬਿਲਕੁਲ ਸੱਚਾ ਹੈ ਤੇ ਮੈਨੂੰ ਇਹ ਵੀ ਪਤਾ ਸੀ ਇਹ ਵੀ ਬਚਨ ਸੱਚਾ ਹੋਵੇਗਾ। ਇਸ ਕਰਕੇ ਮੈਂ ਉਡੀਕਦੀ ਸਾਂ ਇਸ ਸਮੇਂ ਨੂੰ। ਇੱਕ ਤੋਂ ਇਹ ਬਿਰਤਾਂਤ ਬਖਾਨਾ, ਇੱਕ ਤੇ ਇਹ ਵਰਤਾਂਤ ਸਾਰਾ ਦੱਸਿਆ ਮਾਤਾ ਜੀ ਨੇ। ਤੇ ਕਹੋ ਮੱਖਣ ਸੁਨ ਕਾਨਾ, ਫਿਰ ਦੂਜਾ ਮਾਤਾ ਜੀ ਨੇ ਆਖਿਆ ਹੇ ਭਾਈ ਮੱਖਣ ਸ਼ਾਹ ਤੂੰ ਗੁਰੂ ਘਰ ਦਾ ਬੜਾ ਪ੍ਰੇਮੀ ਸਿੱਖ ਹੈ, ਕੰਨ ਦੇ ਕੇ ਸੁਣ। ਅੰਤ ਸਮੇਂ ਮੈਂ ਤਿਸ ਕਾਲ, ਕਹਿੰਦੇ ਉਸ ਵੇਲੇ ਫਿਰ ਜਦੋਂ ਛੇਵੇਂ ਪਾਤਸ਼ਾਹ ਜੀ ਦਾ ਅੰਤਰਾ ਸਮਾਂ ਆਇਆ, ਸੱਚਖੰਡ ਜਾਣ ਲੱਗੇ ਮਹਾਰਾਜ ਮੇਰੀ ਪੀਰੀ ਦੇ ਮਾਲਕ, ਨਿਜ ਦਿਸ਼ਤੇ ਹੋਏ ਦੀਨ ਵਿਸਾਲ, ਤੇ ਮੈਂ ਫਿਰ ਬਹੁਤ ਜ਼ਿਆਦੀ ਉਸ ਵੇਲੇ ਦੀਨ ਹੋ ਗਈ ਸਾਂ ਛੇਵੇਂ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਦੇ ਸਮੇਂ। ਇਹ ਵੀ ਪ੍ਰਸੰਗ ਸੁਣ ਤੂੰ ਪ੍ਰੇਮ ਨਾਲ। ਹੱਥ ਜੋੜ ਕਰ ਆ ਗਏ ਖਰੀ, ਕਹਿੰਦੇ ਹੱਥ ਜੋੜ ਕੇ ਉਸ ਵੇਲੇ ਮੈਂ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਖੜ ਗਈ ਸਾਂ। ਖਰੀ ਰੀਤ ਮੈਂ ਬੇਨਤੀ ਕਰੀ, ਬਹੁਤ ਚੰਗੇ ਤਰੀਕੇ ਨਾਲ ਮੈਂ ਬੇਨਤੀ ਕੀਤੀ ਸੀ ਆਪਣੇ ਮਾਲਕ ਆਪਣੇ ਸਵਾਮੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ। ਖਰੀ ਸੁੰਡ ਜੈਸੇ ਭੁਜ ਦੰਡ, ਕਹਿੰਦੇ ਉਹਨਾਂ ਦੀਆਂ ਬਾਹਾਂ ਇੰਨੀਆਂ ਬਲੀ ਸਨ ਛੇਵੇਂ ਪਾਤਸ਼ਾਹ ਜੀ ਦੇ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ। ਦੰਡ ਜੋ ਦੇਤ ਸ਼ਤਰੂ ਗਨ ਖੰਡ, ਕਹਿੰਦੇ ਵੈਰੀਆਂ ਨੂੰ ਜ਼ਾਲਮਾਂ ਨੂੰ ਡੰਡ ਦੇਣ ਵਾਲੀਆਂ ਸਨ ਉਹ ਬਾਹਾਂ। ਇਹ ਪ੍ਰਭ ਮੋਹਿ ਗਤੀ ਕਿਆ ਹੋਏ, ਉਸ ਵੇਲੇ ਜਦੋਂ ਮਹਾਰਾਜ ਨੇ ਛੇਵੇਂ ਪਾਤਸ਼ਾਹ ਜੀ ਨੇ ਸੱਚਖੰਡ ਜਾਣ ਦਾ ਆਪਣਾ ਸੰਕਲਪ ਦੱਸਿਆ ਤੇ ਮੈਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਏਦਾਂ ਪੁੱਛਿਆ, ਮਹਾਰਾਜ
ਮਹਾਰਾਜ ਮੇਰਾ ਕੀ ਬਣੇਗਾ, ਤੁਸੀਂ ਤੇ ਸੱਚਖੰਡ ਚਲੇ ਚੱਲੇ ਜੇ। ਮਮ ਸੁਤ ਲਖੈ ਬਿਹਾਰ ਨਾ ਕੋਏ। ਤੇ ਮੇਰਾ ਪੁੱਤਰ ਤੇ ਬਹੁਤਾ ਭੋਲੀ ਬਿਰਤੀ ਵਾਲਾ ਸਿੱਧਾ ਜਿਹਾ, ਇਹ ਤੇ ਕੋਈ ਕਾਰ ਵਿਹਾਰ ਨਹੀਂ ਜਾਣਦਾ ਸੰਸਾਰ ਦਾ। ਆਪ ਬਿਨਾ ਕੋ ਹਮਰੋ ਨਾਥ। ਮਹਾਰਾਜ ਤੁਹਾਡੇ ਬਿਨਾ ਤੇ ਸਾਡਾ ਕੋਈ ਆਸਰਾ ਹੀ ਨਹੀਂ ਹੈ ਜੀ। ਜਿਨ ਕੇ ਪੱਖੀ ਕੋਏ ਨਾ ਸਾਥ। ਮਹਾਰਾਜ ਸਾਡਾ ਤੇ ਪੱਖੀ ਵੀ ਕੋਈ ਨਹੀਂ, ਜਿਹੜੇ ਚਲਾਕ ਨੇ ਸਾਰੇ ਲੋਕ ਉਹਨਾਂ ਦਾ ਹੀ ਪੱਖ ਕਰਦੇ ਹਨ। ਕਿਸ ਕੇ ਹਮ ਅਲੰਭ ਹੋਏ ਜੀਵੈ। ਮਹਾਰਾਜ ਤੁਸੀਂ ਸੱਚਖੰਡ ਚਲੇ ਚੱਲੇ ਜੇ ਤੇ ਅਸੀਂ ਕਿਸ ਦੇ ਆਸਰੇ ਤੇ ਜੀਵਾਂਗੇ ਦੋਵੇਂ ਮਾਂ ਪੁੱਤਰ। ਜਬ ਨਿਰਾਸਰੇ ਤੁਮ ਤੇ ਥੀਵੈ। ਮਹਾਰਾਜ ਤੁਹਾਡੇ ਤੋਂ ਬਿਨਾਂ ਤੇ ਅਸੀਂ ਆਪਣੇ ਆਪ ਨੂੰ ਨਿਰਾਸਰਾ ਹੀ ਸਮਝਾਂਗੇ, ਕੌਣ ਆਸਰਾ ਬਣੇਗਾ ਸਾਡਾ ਜੀ। ਗੁਰ ਦਿੱਤੇ ਕੇ ਸੁਤ ਹਰ ਰਾਏ। ਬਾਬਾ ਗੁਰਦਿੱਤਾ ਜਿਹੜਾ ਤੁਹਾਡਾ ਵੱਡਾ ਸਾਹਿਬਜ਼ਾਦਾ, ਉਸਦੇ ਜਿਹੜੇ ਅੱਗਿਓਂ ਪੁੱਤਰ ਸਤਿਗੁਰੂ ਗੁਰੂ ਹਰਿਰਾਏ ਮਹਾਰਾਜ ਜੀ ਹਨ। ਗੁਰ ਗੱਦੀ ਪਰ ਦਇ ਟਿਕਾਏ। ਮਹਾਰਾਜ ਤੁਸੀਂ ਆਪਣੇ ਪੁੱਤਰਾਂ ਨੂੰ ਛੱਡ ਕੇ ਤੇ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾ ਦਿੱਤਾ ਹੈ। ਪੁੱਤਰ ਸਰਲ ਕੀ ਮੈਂ ਹੋ ਮਾਤਾ। ਸੋ ਦੂਸਰੇ ਤੇ ਚੰਗੇ ਨੇ ਦੁਨਿਆਵੀ ਤੌਰ ਤੇ ਦੁਨਿਆਵੀ ਮੱਤ ਰੱਖਦੇ, ਮੈਂ ਤੇ ਸਰਲ ਬਿਰਤੀ ਵਾਲੇ ਪੁੱਤਰ ਦੀ ਮਾਤਾ ਹਾਂ। ਜਿਸ ਵਿਵਹਾਰ ਕਛੂ ਨਹਿ ਜਾਤਾ। ਜਿਸ ਮੇਰੇ ਪੁੱਤਰ ਨੂੰ ਸੰਸਾਰ ਦਾ ਕੋਈ ਵੀ ਕਾਰ ਵਿਹਾਰ ਨਹੀਂ ਆਉਂਦਾ ਬਹੁਤਾ। ਰਾਵਰ ਅਬ ਬੈਕੁੰਠ ਚਹਿ ਜਾਣੇ। ਤੇ ਮਹਾਰਾਜ ਤੁਸੀਂ ਹੁਣ ਸੱਚਖੰਡ ਚੱਲੇ ਜੇ, ਤੁਸੀਂ ਤਿਆਰੀ ਕਰ ਲਈ ਸੱਚਖੰਡ ਦੀ। ਪ੍ਰਤਪਾਲਕ ਥੇ ਸਦਾ ਮਹਾਨੇ। ਮਹਾਰਾਜ ਤੁਹਾਡੇ ਕਰਕੇ ਸਾਨੂੰ ਕੋਈ ਚਿੰਤਾ ਨਹੀਂ ਸੀ, ਤੁਸੀਂ ਪ੍ਰਤਪਾਲਕ ਸੋ ਸਾਡੇ ਜੀ। ਏਕ ਬਹਾਦਰ ਕੇ ਪਿਤ ਸੁਣ ਕੇ। ਜਦੋਂ ਮਾਤਾ ਨਾਨਕੀ ਨੇ ਆਖਿਆ, ਜਦੋਂ ਇਹ ਮੈਂ ਬੇਨਤੀ ਕੀਤੀ ਨਾ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਮਾਲਕ ਨੂੰ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਮੇਰੀ ਬੇਨਤੀ ਸੁਣ ਕੇ ਏਦਾਂ ਜਵਾਬ ਦਿੱਤਾ। ਧੀਰਜ ਦੀਨ ਮੋਹੇ ਬਚ ਭਨ ਕੇ। ਕਹਿੰਦੇ ਆਪਣੇ ਪਵਿੱਤਰ ਮੁਖ ਤੋਂ ਬਚਨ ਕਰਕੇ ਮੈਨੂੰ ਧੀਰਜ ਦਿੱਤਾ ਸੀ। ਲੈ ਚਿੰਤਾ ਕਰ ਤੂੰ ਕਿਸ ਭਾਂਤ। ਆਖਿਆ ਹੇ ਭਾਗਾਂ ਵਾਲੀਏ ਨਾਨਕੇ, ਕਿਸੇ ਤਰ੍ਹਾਂ ਦੀ ਤੂੰ ਚਿੰਤਾ ਨਾ ਕਰ। ਸਭ ਗੁਣ ਕੀ ਨਿਧ ਹੈ ਤੋ ਤਾਤ। ਇਹ ਤੇਰਾ ਪੁੱਤਰ ਜਿਹਨੂੰ ਤੂੰ ਭੋਲਾ ਭੋਲਾ ਕਹੀ ਜਾਂਦੀ ਆ, ਸਭ ਗੁਣੇ ਦੇ ਚਰਨਾਂ ਵਿੱਚ ਖੜੇ ਰਹਿੰਦੇ ਹਰ ਵੇਲੇ, ਇਹ ਸਾਰੇ ਗੁਣਾਂ ਦਾ ਖਜ਼ਾਨਾ ਹੈ। ਅਪਰਥਾਨ ਫਿਰ ਕਰ ਗੁਰਿਆਈ। ਇਹ ਜਿਹੜਾ ਤੂੰ ਕਹਿੰਦੀ ਆ ਕਿ ਗੁਰਿਆਈ ਤੁਸੀਂ ਇਹਨਾਂ ਨੂੰ ਨਹੀਂ ਦਿੱਤੀ, ਆਪਣੇ ਪੁੱਤਰਾਂ ਨੂੰ ਤੇ ਅਗਾਹ ਪੋਤਰੇ ਨੂੰ ਦੇ ਦਿੱਤੀ ਆ, ਇਹ ਗੁਰਿਆਈ ਘੁੰਮਦੀ ਪੁਨ ਆਵੇ ਤੁਝ ਘਰ ਵਡਿਆਈ। ਫਿਰ ਤੇਰੇ ਇਸੇ ਪੁੱਤਰ ਦੇ ਕੋਲੇ ਹੀ ਆ ਜਾਣੀ ਆ। ਜੇ ਤੂੰ ਥੋੜਾ ਸਮਾਂ ਆਉਣ ਦੇ, ਤੇਰਾ ਪੁੱਤਰ ਜਿਹੜਾ ਹੈ ਸਭ ਗੁਣਾਂ ਦਾ ਮਾਲਕ, ਸਭ ਖਜ਼ਾਨੇ ਇਹਦੇ ਚਰਨਾਂ ਵਿੱਚ ਨੇ। ਇਹ ਗੁਰਿਆਈ ਦਾ ਜੇ ਸਮਾਂ ਨਹੀਂ ਆਇਆ, ਇਹ ਗੁਰਿਆਈ ਤੇਰੇ ਪੁੱਤਰ ਕੋਲ ਹੀ ਆਵੇਗੀ ਫਿਰ ਕੇ। ਫੇਰ ਸਭ ਹੀ ਨਮੈ ਤੋਹੇ ਢਿਗ ਆਏ। ਇਸ ਕਰਕੇ ਸਭ ਲੋਕ ਤੈਨੂੰ ਆਣ ਕੇ ਤੇ ਤੇਰੇ ਪੁੱਤਰ ਨੂੰ ਨਮਸਕਾਰਾਂ ਕਰਨਗੇ। ਕੋਈ ਨਾ ਕਰ ਸਕ ਹੈ ਸਮਤਾਏ। ਕੋਈ ਵੀ ਤਿੰਨਾਂ ਲੋਕਾਂ ਵਿੱਚ ਤੇਰੇ ਇਸ ਪੁੱਤਰ ਦੀ ਬਰਾਬਰਤਾ ਨਾ ਕਰ ਸਕੇਗਾ। ਨਿੰਦਕ ਮਤਸਰ ਕਰ ਪਛਤਾਵੇ। ਜਿਹੜੇ ਵੀ ਨਿੰਦਾ ਕਰਨਗੇ ਇਹਨਾਂ ਦੀ, ਜਿਹੜੇ ਈਰਖਾ ਕਰਨਗੇ, ਪਛਤਾਉਣਾ ਪਵੇਗਾ ਉਹਨਾਂ ਨੂੰ। ਉਹ ਪੂਜੈ ਸਭ ਬਾਸ਼ਿਤ ਪਾਵੇ। ਸੋ ਜਿਹੜੇ ਪੂਜਣਗੇ ਉਹਨਾਂ ਨੂੰ ਮਨ ਭਾਉਂਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਜਿਹੜੇ ਤੇਰੇ ਪੁੱਤਰ ਨੂੰ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸਤਿਕਾਰ ਕਰਨਗੇ, ਉਹਨਾਂ ਦੀ ਪੂਜਾ ਕਰਨਗੇ, ਨਮਸਕਾਰ ਕਰਨਗੇ, ਅਦਬ ਕਰਨਗੇ, ਉਹਨਾਂ ਨੂੰ ਤੇ ਮਨ ਭਾਉਂਦੇ ਫਲ ਮਿਲਣਗੇ। ਜਿਹੜੇ ਈਰਖਾ ਕਰਨਗੇ ਇਹਨਾਂ ਨਾਲ, ਉਹਨਾਂ ਨੂੰ ਦੰਡ ਮਿਲੇਗਾ। ਇਸ ਪ੍ਰਕਾਰ ਕਹਿ ਮੁਜਰ ਖਾਵਾ। ਮਾਤਾ ਨਾਨਕ ਜੀ ਨੇ ਆਖਿਆ, ਮੱਖਣ ਸ਼ਾਹ ਏਦਾਂ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਮੇਰੇ ਨਾਲ। ਫਿਰ ਕਿਰਪਾ ਦ੍ਰਿਸ਼ਟ ਦੇਖੇ ਸੁਖ ਪਾਵਾ। ਤੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਸੀ ਉਹਨਾਂ ਨੇ ਮੇਰੇ ਵੱਲੇ ਵੀ, ਤੇ ਇਹ ਮੇਰੇ ਇਸ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੇ ਵੀ। ਮਮ ਸੁਤ ਪਿਤ ਕੋ ਜੋ ਅਸ ਬੈਨ। ਕਹਿੰਦੇ ਮੇਰੇ ਪੁੱਤਰ ਦੇ ਪਿਤਾ ਦੇ ਜਿਹੜੇ ਉਸ ਵੇਲੇ ਬਚਨ ਸਨ ਸੱਚਖੰਡ ਜਾਣ ਵੇਲੇ। ਕਰੋ ਪ੍ਰਤੀਸ਼ਨ ਮੈਂ ਦਿਨ ਰਹਿਣ। ਦਿਨੇ ਰਾਤ ਉਸ ਸਮੇਂ ਦੀ ਮੈਂ ਉਡੀਕ ਕਰਦੀ ਆ ਵੀ ਉਹ ਬਚਨ ਕਦੋਂ ਸਫਲੇ ਹੋਣ, ਕਦੋਂ ਸਫਲੇ ਹੋਣ। ਹਰ ਸਾਚਾ ਸੋ ਹੋਵਨ ਲੱਗਾ। ਹੁਣ ਮੈਨੂੰ ਪਤਾ ਲੱਗਾ ਕਿ ਉਹ ਸਮਾਂ ਆ ਗਿਆ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਬਚਨ ਸੱਚੇ ਹੋਣ ਲੱਗੇ ਨੇ। ਗੁਰਿਆਈ ਜਿਹੜੀ ਆ ਮੇਰੇ ਪੁੱਤਰ ਕੋਲੇ ਆ ਗਈ ਹੈ। ਤਉ ਮੋਹੇ ਸੁਤ ਦੇਵ ਬੈਰਾਗਾ। ਹਾਂ ਵੀ ਮੇਰਾ ਪੁੱਤਰ ਬਹੁਤਾ ਬਰਾਗੀ ਜਿਹਾ ਹੀ ਆ, ਇਹਦਾ ਸੁਭਾਅ ਉਸੇ ਤਰ੍ਹਾਂ ਦਾ ਹੀ ਆ ਜਿਵੇਂ ਦਾ ਬਚਪਨ ਵਿੱਚ ਸੀ। ਧੀਰ ਮਲ ਤੇ ਆਦ ਸ਼ਰੀਕਾ। ਇਹ ਧੀਰਵਾਦ ਅਤੇ ਹੋਰ ਜਿਹੜੇ ਸੋਢੀ ਸ਼ਰੀਕਾ ਕਰਦੇ ਹਨ। ਕਰਤ ਦਵੈਸ਼ ਨੈ ਭਾਵਹਿ ਨੀਕਾ। ਇਹ ਕਰਦੇ ਤੇ ਹੈ ਇਹਨਾਂ ਦੇ ਨਾਲ ਵੈਰ ਤੇ ਈਰਖਾ, ਚੰਗੀ ਗੱਲ ਇਹ ਨਹੀਂ ਹੈ। ਪ੍ਰਾਨ ਹਾਨ ਲਗ ਕਰਤ ਫੁਟਾਈ। ਇਹਨਾਂ ਨੇ ਤੇ ਇਥੋਂ ਤੱਕ ਖੋਟਾ ਕੰਮ ਕਰ ਦਿੱਤਾ ਵੀ ਗੋਲੀ ਚਲਾ ਦਿੱਤੀ ਹੈ ਇਹਦੇ ਉੱਤੇ, ਤੇ ਮਾਰਨ ਤੱਕ ਯਤਨ ਕੀਤਾ ਧੀਰਮਲ ਨੇ। ਜਵਾਲਾ ਬਮਣੀ ਕਹਿ ਚਲਵਾਈ। ਕਹਿੰਦੇ ਕਹਿ ਕੇ ਧੀਰਮਲ ਨੇ ਸ਼ੀਹੇ ਮਸੰਦ ਕੋਲੋਂ ਗੋਲੀ ਚਲਵਾ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ। ਇਸ ਕੋ ਵੀ ਹਿਤ ਬਾਤਨ ਹੇਰ। ਕਹਿੰਦੇ ਨੇ ਫਿਰ ਉਹਨਾਂ ਦਾ ਵੀ ਹਿੱਤ ਕਰਦੇ ਆ। ਦੇਖੋ ਬਾਕੀ ਗੱਲਾਂ ਤੇ ਮਾਤਾ ਨਾਨਕ ਜੀ ਨੇ ਆਖਿਆ, ਭਾਈ ਮੱਖਣ ਸ਼ਾਹ ਤੂੰ ਮੇਰੇ ਪੁੱਤਰ ਦਾ ਸੁਭਾਅ ਦੇਖ, ਪਰ ਜਿਹਨੇ ਇਹਦੇ ਉੱਤੇ ਗੋਲੀ ਚਲਾਈ ਨੂੰ ਮਾਰਨ ਦਾ ਯਤਨ ਕੀਤਾ, ਉਸ ਦਾ ਵੀ ਭਲਾ ਹੀ ਕਰੀ ਜਾਂਦਾ, ਅਜੇ ਵੀ ਉਹਦੇ ਭਲੇ ਦੇ ਬਚਨ ਕਰੀ ਜਾਂਦਾ ਹੈ। ਫੇਰੇ ਕੌਣ ਕਹੇ ਬਹੁ ਬੇਰ। ਕਹਿੰਦੇ ਮੈਂ ਤਾਂ ਬਹੁਤ ਵਾਰ ਕਹਿ ਕੇ ਹਟ ਗਈ ਆ, ਇਹਨਾਂ ਦੇ ਬਚਨ ਨੂੰ ਕੋਈ ਫੇਰ ਨਹੀਂ ਸਕਦਾ, ਮੋੜ ਨਹੀਂ ਸਕਦਾ, ਟਾਲ ਨਹੀਂ ਸਕਦਾ ਹੈ। ਧੀਰਮਲ ਕੋ ਵੱਡੋ ਸਮਾਜ। ਇਸ ਕਰਕੇ ਧੀਰਮਲ ਦਾ ਜਿੰਨਾ ਵੀ ਸਮਾਨ ਤੂੰ ਲਿਆਂਦਾ ਹੈ, ਸਰਬ ਸਮਰਿੱਧ ਤਾਹੇ ਅਰਗ ਆਜ। ਕਹਿੰਦੇ ਨੇ ਸਾਰਾ ਕੁਝ ਦੇਖ ਧੀਰਮਲ ਦੇ ਘਰੇ ਹੈ।
ਕਿਸੇ ਪਦਾਰਥ ਦੀ ਧੀਰਮਲ ਕੋਲੇ ਕਮੀ ਨਹੀਂ ਹੈ ਕੋਈ। ਅਮਰੋ ਜੇ ਤੱਕ ਅਹਿ ਗੁਜ਼ਾਰਾ, ਸਾਡਾ ਜਿੰਨਾ ਕੁ ਗੁਜ਼ਾਰਾ ਹੈ ਭਾਈ ਮੱਖਣ ਸ਼ਾਹ, ਸੋ ਨੀਕੀ ਤੈ ਦਰਗਨ ਨਿਹਾਰ। ਉਹ ਤੇ ਤੂੰ ਅੱਖੀਂ ਦੇਖ ਰਿਹਾ ਨਾ ਵੀ ਮੇਰਾ ਪੁੱਤਰ ਤੇ ਮੈਂ ਅਸੀਂ ਗੁਜ਼ਾਰਾ ਹੀ ਕਰਦੇ ਆ ਬਸ। ਸਭ ਵਸਤੂਆਂ ਧੀਰਮਲ ਦੇ ਕੋਲੇ ਨੇ, ਲੋਕ ਉਹਨੂੰ ਆਣ ਕੇ ਪੂਜਦੇ, ਮੱਥੇ ਟੇਕਦੇ। ਧਨ ਪਦਾਰਥਾਂ ਦੀ, ਘੋੜਿਆਂ ਦੀ, ਗਾਵਾਂ ਮੱਝਾਂ ਦੀ ਕੋਈ ਕਮੀ ਨਹੀਂ ਉਹਦੇ ਕੋਲੇ। ਤਉ ਸੰਤੋਸ਼ ਸਹਿਤ ਸੁਤ ਮੇਰਾ, ਕਹਿੰਦੇ ਫਿਰ ਵੀ ਮੇਰਾ ਪੁੱਤਰ ਇੰਨਾ ਸੰਤੋਖੀ ਹੈ ਵੀ ਬਸ ਗੁਜ਼ਾਰੇ ਵਿੱਚ ਹੀ ਖੁਸ਼ ਹੈ, ਪ੍ਰਸੰਨ ਹੈ ਤੇ ਆਪਣੇ ਨਿਜ ਸਰੂਪ 'ਚ ਟਿਕਿਆ ਰਹਿੰਦਾ ਆਨੰਦ ਵਿੱਚ। ਫਿਰ ਵਾਵਤ ਕਹਿ ਦਰਬ ਕਨੇਰਾ, ਕਹਿੰਦੇ ਨੇ ਫਿਰ ਵੀ ਇਹ ਆਖੀ ਜਾਂਦਾ ਵੀ ਮੋੜ ਦਿਓ ਜਿੰਨਾ ਉਹਨਾਂ ਦਾ ਲਿਆਂਦਾ ਉਹ ਵੀ ਵਾਪਸ ਕਰ ਦਿਓ, ਜਿਹੜਾ ਸਾਡੇ ਵਾਲਾ ਲੈ ਕੇ ਗਏ ਸਨ ਉਹ ਵੀ ਵਾਪਸ ਕਰ ਦਿਓ। ਏਦਾਂ ਦਾ ਇਹਦਾ ਸੁਭਾਅ ਹੈ। ਤ੍ਰਿਸ਼ਨਾ ਅਗਨ ਲੱਗੀ ਤਿਨ ਘਰ ਕੋ, ਮਾਤਾ ਜੀ ਨੇ ਆਖਿਆ ਉਧਰ ਧੀਰਮਲ ਦੇ ਹਿਰਦੇ ਨੂੰ ਤੇ ਉਹਦੇ ਘਰ ਨੂੰ ਤੇ ਤ੍ਰਿਸ਼ਨਾ ਦੀ ਅੱਗ ਨੇ ਸਾੜਿਆ ਹੋਇਆ ਹੈ, ਪਰ ਮੇਰਾ ਪੁੱਤਰ ਸਬਰ ਸੰਤੋਖ ਵਾਲਾ ਹੈ। ਚਾਹੇ ਦਰਬ ਨਿਤ ਸ਼ਾਂਤ ਨਾ ਉਰਕੋ, ਕਹਿੰਦੇ ਉਹਦੇ ਹਿਰਦੇ ਨੂੰ ਤੇ ਸ਼ਾਂਤੀ ਆਉਂਦੀ ਨਹੀਂ, ਜਿੰਨਾ ਮਰਜ਼ੀ ਧਨ ਆ ਜਾਵੇ। ਧੀਰਮਲ ਦਾ ਹਿਰਦਾ ਤੇ ਏਡਾ ਤ੍ਰਿਸ਼ਨਾਲੂ ਹੈ, ਫਿਰ ਵੀ ਰੱਜਣ ਵਿੱਚ ਨਹੀਂ ਆਉਂਦਾ। ਜਿਵੇਂ ਕਹੇ ਮਾਨਵੋ ਸੋ, ਫਿਰ ਮਾਤਾ ਨਾਨਕੀ ਜੀ ਨੇ ਆਖਿਆ ਵੀ ਭਾਈ ਮੱਖਣ ਸ਼ਾਹ ਜਿਵੇਂ ਇਹ ਬਚਨ ਕਰਦੇ ਆ ਨਾ ਉਦਾਂ ਤੈਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਇਹ ਮਾਲਕ ਨੇ ਤਿੰਨਾਂ ਲੋਕਾਂ ਦੇ। ਇਹਨਾਂ ਦਾ ਸੁਭਾਅ ਮੈਂ ਤੈਨੂੰ ਤਾਂ ਸਾਰੀ ਵਾਰਤਾ ਦੱਸੀ ਵੀ ਬਚਪਨ ਤੋਂ ਹੀ ਇਦਾਂ ਦਾ ਹੈ। ਫਿਰ ਇਹਨਾਂ ਦੇ ਪਿਤਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਦਾਂ ਦੇ ਬਚਨ ਕੀਤੇ ਸਨ, ਉਹਨਾਂ ਬਚਨਾਂ ਨੇ ਵੀ ਪੂਰੇ ਹੋਣਾ। ਇਸ ਕਰਕੇ ਜਿਹੜਾ ਇਹਨਾਂ ਨਾਲ ਈਰਖਾ ਤੇ ਨਿੰਦਿਆ ਕਰਦਾ ਉਹਨੂੰ ਦੁੱਖ ਮਿਲੇਗਾ, ਜਿਹੜਾ ਇਹਨਾਂ ਦਾ ਬਚਨ ਮੰਨਦਾ, ਸਤਿਕਾਰ ਕਰਦਾ, ਉਹਦੇ ਮਨ ਦੀ ਕਾਮਨਾ ਪੂਰੀ ਹੁੰਦੀ ਹੈ। ਤੇ ਤੂੰ ਵੀ ਇਹਨਾਂ ਦਾ ਬਚਨ ਮੰਨ ਲੈ ਸਤ ਕਰਕੇ ਭਾਈ ਮੱਖਣ ਸ਼ਾਹ। ਜੇ ਕਹਿੰਦੇ ਆ ਦਿਆ ਸਮਾਨ ਤੇ ਦਿਆ ਧੀਰਮਲ, ਜੇ ਕਹਿੰਦੇ ਉਹਦਾ ਦੇ ਕੇ ਨਾਲ ਆਪਣੇ ਵਾਲਾ ਵੀ ਦਿਆ ਤੇ ਤੇਰਾ ਭਲਾ ਮੱਖਣ ਸ਼ਾਹ ਇਸੇ ਗੱਲ ਵਿੱਚ ਇਹਨਾਂ ਦਾ ਬਚਨ ਮੰਨਣ ਵਿੱਚ ਦਿਆ, ਤੂੰ ਆਪਣਾ ਵੀ ਦਿਆ ਉਹਦੇ ਵਾਲਾ ਵੀ ਦਿਆ ਵਾਪਸ ਕਰਦੇ। ਚੱਲੇ ਨਹੀਂ ਬਸ ਹਮਰੋ ਕੋ, ਕਿਉਂਕਿ ਇਹਨਾਂ ਦੇ ਬਚਨ ਦੇ ਅੱਗੇ ਸਾਡਾ ਕੋਈ ਵਾਸ ਨਹੀਂ ਚੱਲਣਾ। ਇਹ ਪਿਆਰੇ ਮੱਖਣ ਸ਼ਾਹ ਜਿਮ ਕਹਿ ਜਰਨੀ ਢੋਰ ਤਲੋਚਨ, ਏਦਾਂ ਕਹਿ ਕੇ ਸਾਧ ਸੰਗਤ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਚੁੱਪ ਕਰ ਗਏ ਹਨ। ਅਸਮੰਜਸ ਲਖ ਕਰਤੀ ਸੋਚਨ, ਇਹੋ ਸਾਧ ਸੰਗਤ ਜੀ ਅਸਮੰਜਮ ਵਿੱਚ ਪਏ ਹੋਏ ਮਾਤਾ ਜੀ ਸੋਚਦੇ ਨੇ ਵੀ ਇਹਨਾਂ ਦਾ ਬਚਨ ਮੋੜਿਆ ਤੇ ਜਾਣਾ ਨਹੀਂ, ਫਿਰ ਇਹਨਾਂ ਦੇ ਬਚਨ ਨੂੰ ਮੰਨਣ ਵਿੱਚ ਹੀ ਭਲਾ ਹੈ। ਮਮ ਸੁਤ ਜਨ ਕੋ ਕਰੇ ਭਲੇਰਾ, ਆਖਿਆ ਇਹ ਮੱਖਣ ਸ਼ਾਹ ਤੂੰ ਗੁਰੂ ਘਰ ਦਾ ਪ੍ਰੇਮੀ ਸਿੱਖ ਹੈ, ਮੇਰਾ ਪੁੱਤਰ ਦੇਖ ਲੈ ਵੈਰੀਆਂ ਦਾ ਵੀ ਭਲਾ ਕਰਨਾ ਚਾਹੁੰਦਾ ਹੈ। ਧਨ ਮਦ ਤੇ ਸੋ ਗ੍ਰਹਿ ਤਿਆਗ ਕੇਰਾ, ਕਹਿੰਦੇ ਨੇ ਦੇਖੋ ਧਨ ਦੇ ਨਸ਼ੇ ਨੇ ਉਹਨਾਂ ਦੀ ਮੱਤ ਮਾਰੀ ਹੋਈ ਆ ਧੀਰਮਲ ਦੀ, ਸਾਰੇ ਉਹਨਾਂ ਪਾਪੀਆਂ ਦੀ, ਪਰ ਫਿਰ ਵੀ ਉਹਨਾਂ ਦਾ ਭਲਾ ਹੀ ਆਖੀ ਜਾਂਦਾ ਹੈ। ਤੋਸ਼ਮ ਜਨਨੀ ਨੇ ਤਬ ਠਾਨਾ, ਇਉਂ ਕਹਿ ਕੇ ਸਾਧ ਸੰਗਤ ਜੀ ਸਾਰੀ ਵਾਰਤਾ ਦੱਸ ਕੇ ਤੇ ਮਾਤਾ ਨਾਨਕੀ ਜੀ ਚੁੱਪ ਕਰ ਗਏ ਹਨ। ਮਮ ਸੁਤ ਬਚਿਓ ਇਹੀ ਵੱਡ ਜਾਨਾ, ਮਾਤਾ ਜੀ ਨੇ ਆਖਿਆ ਮੇਰੇ ਵਾਸਤੇ ਮੱਖਣ ਸ਼ਾਹ ਇਹ ਹੀ ਬਹੁਤ ਵੱਡੀ ਗੱਲ ਆ ਵੀ ਮੇਰਾ ਪੁੱਤਰ ਬਚ ਗਿਆ। ਉਹਨਾਂ ਨੇ ਤੇ ਗੋਲੀ ਸਿੱਧੀ ਮਾਰੀ ਸੀ ਪਰ ਮੇਰਾ ਪੁੱਤਰ ਬਚ ਗਿਆ, ਮੇਰੇ ਵਾਸਤੇ ਬਹੁਤ ਵੱਡੀ ਗੱਲ ਆ। ਧਨ ਦੀ ਇਹਨਾਂ ਵਸਤੂਆਂ ਦੀ ਕੋਈ ਗੱਲ ਨਹੀਂ, ਜੇ ਕਹਿੰਦੇ ਆ ਵਾਪਸ ਕਰ ਦੇ ਤੇ ਜਾ ਵਾਪਸ ਕਰ ਦੇ ਤੂੰ ਧੀਰਮਲ ਨੂੰ। ਹਿਮ ਬੋਲਤ ਸੁਣ ਤੇ ਗੁਰ ਧਾਮਾ, ਕਹਿੰਦੇ ਇਉਂ ਸਾਧ ਸੰਗਤ ਜੀ ਮਾਤਾ ਜੀ ਨੇ ਸਾਰਾ ਕੁਝ ਆਖਿਆ ਤੇ ਭਾਈ ਮੱਖਣ ਸ਼ਾਹ ਨੇ ਸੁਣਿਆ। ਕੋਲ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੈਠੇ ਹਨ ਚੁੱਪ ਕਰਕੇ। ਬੀਤੀ ਤਬੈ ਜਾਮਨੀ ਜਾਮਾ, ਇਹ ਗੱਲਬਾਤ ਕਰਦਿਆਂ ਸਾਧ ਸੰਗਤ ਜੀ ਇੱਕ ਪੈਰ ਰਾਤ ਬੀਤ ਗਈ, ਭਾਵ ਲਗਭਗ 9 9:30 ਦਾ ਸਮਾਂ ਹੋ ਗਿਆ ਤੇ ਭਾਈ ਮੱਖਣ ਸ਼ਾਹ ਨਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਬੈਠਾ ਹੈ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋਇਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮੱਖਣ ਸ਼ਾਹ ਨੂੰ ਸਾਧ ਸੰਗਤ ਜੀ ਪ੍ਰੇਰਨਗੇ ਤੇ ਮਹਾਰਾਜ ਦਾ ਬਚਨ ਨੂੰ ਜਿਵੇਂ ਮੰਨੇਗਾ ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਧੀਰਜ ਧਾਰੀ, ਤਿੰਨਾਂ ਲੋਕਾਂ ਵਿੱਚ ਸਾਧ ਸੰਗਤ ਜੀ ਇਹਨਾਂ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ। ਐਸੇ ਮਹਾਨ ਸਤਿਗੁਰੂ ਜੀ ਦੇ ਇਹ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਨੇ ਸਰਵਣ ਕੀਤੇ ਆ। ਵਿਚਾਰ ਕਰਦੇ ਆ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਮਾਫ ਕਰ ਦੇਣੀਆਂ ਜੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਡੀ ਸ਼ਰਧਾ ਵੱਧ ਜਾਵੇ। ਦਸਵੇਂ ਪਾਤਸ਼ਾਹ ਜੀ ਦਾ ਬਚਨ ਸਾਨੂੰ ਚੇਤੇ ਆਵੇ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ। ਮਹਾਰਾਜ ਨੇ ਬਚਨ ਕੀਤੇ ਜਿਹੜਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਿਮਰੇਗਾ ਉਹਦੇ ਘਰ ਵਿੱਚ 9 ਨਿਧੀਆਂ ਆਪਣੇ ਆਪ ਹੀ ਆ ਜਾਣਗੀਆਂ। ਇਸ ਬਚਨ ਤੇ ਯਕੀਨ ਕਰਕੇ ਸਾਧ ਸੰਗਤ ਜੀ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਰਦਾ ਭਾਵਨਾ ਨਾਲ ਨਮਸਕਾਰ ਕਰਿਆ ਕਰੀਏ। ਇਹੀ ਅਰਦਾਸ ਬੇਨਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜੀ ਦੇਖਿਆ ਕਦੇ ਨਾ ਛੁੱਟੀ ਆਖਿਆ ਕਰ ਭੁੱਲਣਹਾਰ ਬਖਸ਼ਣਹਾਰ ਬਖਸ਼ਣਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ।